ਪ੍ਰਧਾਨ ਮੰਤਰੀ ਚਾਹੁੰਦੇ ਆ ਵੀ ਪੰਜਾਬ ਨੂੰ ਇੱਥੇ ਦੀਆਂ ਮਾਵਾਂ ਦਾ ਕਰਜ਼ਾ ਲਾਉਣਾ ਚਾਹੁੰਦਾ, ਜਿਹੜਾ ਉਹਨਾਂ ਨੇ ਮੈਨੂੰ ਰੋਟੀ ਖਿਲਾਈ ਆ। ਇੱਕ ਵਾਰੀ ਸਾਨੂੰ ਮੌਕਾ ਦਿਓ, ਅਸੀਂ ਸੁਧਾਰੀਏ। ਕਿੰਨੇ ਪੈਸੇ ਦਿੰਨੇ ਹੁੰਨੇ ਜਦੋਂ ਦੂਸਰੀ ਪਾਰਟੀ ਦਾ ਐਮਐਲਏ ਖਰੀਦਣਾ ਹੋਵੇ? ਵਿਕਣ ਵਾਲੇ ਆਪੇ ਰੌਲਾ ਪਾਈ ਜਾਂਦੇ, ਸਾਨੂੰ ਪਤਾ ਨਹੀਂ ਕਿਸੇ ਨੂੰ ਵੀ ਇਹ ਵਿਕ ਰਿਹਾ ਜਾਂ ਨਹੀਂ ਵਿਕ ਰਿਹਾ। ਸਾਡੇ ਕੋਲ ਦੋ ਵਾਲਿਆਂ ਤੋਂ 92 ਡਰੀ ਜਾਂਦੇ। ਅਸੀਂ ਤਾਂ ਚਾਹੁੰਦੇ 5 ਸਾਲ ਹੀ ਚੱਲੋ, 5 ਸਾਲ ਬਾਅਦ ਅਸੀਂ ਬਣਾਈਏ ਸਰਕਾਰ। 5 ਸਾਲ ਪਿਛਲੇ ਭਾਰਤੀ ਜਨਤਾ ਪਾਰਟੀ ਲਗਾਤਾਰ ਰੌਲਾ ਪਾਉਂਦੀ ਰਹੀ ਕਿ ਭਾਈ ਸਰਕਾਰ ਦੇ ਪੱਲੇ ਕੱਖ ਨਹੀਂ, ਸਰਕਾਰ ਦੇ ਪੱਲੇ ਕੱਖ ਨਹੀਂ, ਲੋਕਾਂ ਨੂੰ ਕੱਖ ਨਹੀਂ ਦਿੱਤਾ, ਲੋਕ ਭੁੱਖੇ ਮਰ ਗਏ। ਤੇ ਜਿਹੜੇ ਬੰਦੇ ਨੇ 4.5 ਸਾਲ ਸਰਕਾਰ ਚਲਾਈ, ਉਹ ਬੰਦਾ ਤੁਸੀਂ ਨਾਲ ਲਾ ਲਿਆ। ਅਕਾਲੀ ਦਲ ਦੇ ਮਨ 'ਚ ਰਹਿੰਦਾ ਸੀ ਵੀ ਭਾਜਪਾ ਲੋਕਾਂ ਦੇ ਮਨ 'ਚ ਜਾਂ ਪਿੰਡਾਂ 'ਚ ਨਾ ਜਾਵੇ। ਇਹ ਕਿਤੇ ਨਾ ਕਿਤੇ ਤਾਂ ਉਹਨਾਂ ਨੂੰ ਫਿਕਰ ਰਹਿੰਦਾ ਸੀ ਕਿ ਸਾਨੂੰ ਦੱਸਿਆ ਨਹੀਂ ਗਿਆ, ਸਾਨੂੰ ਧੋਖੇ 'ਚ ਰੱਖਿਆ, ਸਾਨੂੰ ਹਨੇਰੇ 'ਚ ਰੱਖਿਆ। ਤੁਸੀਂ ਆਪਦੀ ਪਾਰਟੀ ਨਾਲ ਗੱਲ ਕੀਤੀ ਹੋਊਗੀ ਪੰਜਾਬ ਦੀ ਲੀਡਰਸ਼ਿਪ ਨੇ ਕਿ ਭਾਈ ਉਹ ਕੀ ਕਹਿੰਦੇ, ਦੱਸਿਆ ਸੀ ਇਹਨਾਂ ਨੂੰ ਪਤਾ ਹੀ ਸਾਰਾ ਕੁਝ ਕਾਨੂੰਨਾਂ ਦਾ। ਭਾਰਤੀ ਜਨਤਾ ਪਾਰਟੀ ਨੂੰ ਉਸ ਟਾਈਮ ਤੇ ਛੱਡ ਕੇ ਗਏ ਜਦੋਂ ਭਾਰਤੀ ਜਨਤਾ ਪਾਰਟੀ ਬਹੁਤ ਛੋਟੀ ਪੰਜਾਬ 'ਚ ਪਾਰਟੀ ਸੀ। ਪੰਜਾਬ ਸਰਕਾਰ ਨੇ ਇੱਕ ਰੁੱਖ ਅਪਣਾ ਲਿਆ ਵੀ ਅਸੀਂ ਕੇਂਦਰ ਦੇ ਐਂਟੀ ਚੱਲਣਾ। ਜਦੋਂ ਦੀ ਮੋਦੀ ਸਰਕਾਰ ਆਈ ਆ, ਅਸੀਂ ਤਾਂ ਦੱਸਣਾ ਸਾਡੀ ਵੋਟ ਹੀ ਤਾਂ ਪੈਣੀ ਆ ਜੇ ਅਸੀਂ ਮੋਦੀ ਨੂੰ 4 ਗਾਲਾਂ ਕੱਢਾਂਗੇ। ਕੀ ਭਾਰਤੀ ਜਨਤਾ ਪਾਰਟੀ ਦੇ ਕੋਲ ਪੰਜਾਬ ਦੇ ਲਈ ਕੋਈ ਰੋਡ ਮੈਪ ਹੈਗਾ? ਅਸੀਂ ਰਾਜਨੀਤਿਕ ਤੌਰ ਤੇ ਇੱਕ ਪਾਰਟੀ ਦੇ ਮੈਂਬਰ ਜ਼ਰੂਰ ਹਾਂ, ਪਰ ਪਹਿਲਾਂ ਪੰਜਾਬੀ ਆ, ਪਹਿਲਾਂ ਪੰਜਾਬ ਦੀ ਗੱਲ ਕਰਾਂਗੇ। ਪੰਜਾਬ ਦੀ ਰਾਜਨੀਤੀ ਇਸ ਵੇਲੇ ਇੱਕ ਵੱਖਰਾ ਰੂਪ ਲੈ ਰਹੀ ਹੈ, ਕਿਉਂਕਿ ਜਦੋਂ ਦਾ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਟੁੱਟਿਆ, ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ ਨਾਲ ਜੁੜਿਆ। ਦੂਸਰੇ ਪਾਸੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਤੇ ਉਹਦੇ ਤੋਂ ਬਾਅਦ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦਾ ਨਤੀਜਾ ਆਇਆ ਤੇ ਨਾਲ ਲੋਕ ਇਨਸਾਫ ਪਾਰਟੀ ਦੇ ਜਿਹੜੇ ਕਰਤਾ ਧਰਤਾ ਨੇ ਉਹ ਪਿਛਲੇ ਕਈ ਮਹੀਨਿਆਂ ਤੋਂ ਗੈਰ ਸਰਗਰਮ ਨੇ। ਜਾਣੀ ਇਹ ਸਾਰਾ ਕੁਝ ਉਥਲ ਪੁਥਲ ਦੇ ਵਿੱਚੋਂ ਨਿਕਲਿਆ। ਭਾਰਤੀ ਜਨਤਾ ਪਾਰਟੀ ਇਸ ਵੇਲੇ ਲੱਗ ਰਿਹਾ ਕਿ ਆਪਣੇ ਵੱਲੋਂ ਪੰਜਾਬ ਦੇ ਵਿੱਚ ਪੂਰਾ ਜ਼ੋਰ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਪੰਜਾਬ ਰਾਜਨੀਤਿਕ ਤੌਰ ਦੇ ਉੱਤੇ ਕਿੱਧਰਲੇ ਪਾਸੇ ਜਾਏਗਾ, ਆਪਾਂ ਨਿੱਤ ਦਿਹਾੜੇ ਪ੍ਰਾਈਮ ਟਾਈਮ ਦੇ ਵਿੱਚ ਚਰਚਾ ਕਰਦੇ ਹਾਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਹੋਣਗੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਜਨਰਲ ਸਕੱਤਰ ਰਾਜੇਸ਼ ਬਾਘਾ ਜੀ। ਐਸਸੀ ਕਮਿਸ਼ਨ ਪੰਜਾਬ ਦੇ ਉਹ ਚੇਅਰਪਰਸਨ ਰਹਿ ਚੁੱਕੇ ਆ। ਲੰਬੇ ਸਮੇਂ ਤੋਂ ਵਿਦਿਆਰਥੀ ਜੀਵਨ ਤੋਂ ਹੀ ਭਾਰਤੀ ਜਨਤਾ ਪਾਰਟੀ ਵਾਲੇ ਪਾਸੇ ਨੂੰ ਉਹਨਾਂ ਦਾ ਝੁਕਾਅ ਹੋ ਗਿਆ ਸੀ। ਅੱਜ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ, ਪਰ ਇਸ ਪ੍ਰੋਗਰਾਮ ਦਾ ਇੱਕ ਵਿਸ਼ੇਸ਼ ਜਿਹੜਾ ਅੰਗ ਹੋਏਗਾ ਪੰਜਾਬ ਦੇ ਵਿੱਚ ਐਸਸੀ ਭਾਈਚਾਰੇ ਦੀ ਸਥਿਤੀ, ਉਹਨਾਂ ਦੀਆਂ ਸਮੱਸਿਆਵਾਂ ਤੇ ਨਾਲ ਦੀ ਨਾਲ ਭਾਈਚਾਰਕ ਸਾਂਝ ਜਿਹੜੀ ਪੰਜਾਬ ਦੇ ਵਿੱਚ ਸਾਡੇ ਲਈ ਬਹੁਤ ਜ਼ਰੂਰੀ ਹੈ। ਪਰ ਬੀਜੇਪੀ ਦਾ ਪੰਜਾਬ ਦੇ ਵਿੱਚ ਪ੍ਰੋਗਰਾਮ ਕੀ ਹੈ, ਕਿੱਥੇ ਇਸ ਵੇਲੇ ਗੱਲਬਾਤ ਚੱਲ ਰਹੀ ਹੈ, ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਰਾਜੇਸ਼ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ। ਠੀਕ ਠਾਕ ਹੋ? ਬਹੁਤ ਵਧੀਆ ਭਾਈ, ਠੀਕ ਠਾਕ। ਸਰਗਰਮੀਆਂ ਚੱਲ ਰਹੀਆਂ ਜੀ ਸਿਆਸੀ? ਹਾਂ, ਪੂਰੀਆਂ ਸਰਗਰਮੀਆਂ। ਵੈਸੇ ਇਸ ਵਾਰੀ ਜਲਦੀ ਕਹਿ ਸਕਦੇ ਵੀ ਸਰਗਰਮੀਆਂ ਤੇਜ਼ ਹੋ ਗਈਆਂ ਜੀ, ਨਹੀਂ ਤਾਂ ਸਰਕਾਰ ਬਣੇ ਤੇ ਹੁੰਦਾ ਵੀ ਉਹ ਸਾਲ ਲੋਕ ਵੇਟ ਕਰਦੇ ਆ ਤੇ ਪਰ ਇਸ ਵਾਰੀ ਸਰਕਾਰ ਨੇ ਆਪ ਹੀ ਸਰਗਰਮੀਆਂ ਵਧਾ ਲਈਆਂ। ਅੱਛਾ ਰਾਜੇਸ਼ ਬਾਘਾ ਜੀ, ਮੈਨੂੰ ਇੱਕ ਚੀਜ਼ ਜ਼ਰੂਰ ਦੱਸਿਓ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਨਰਲ ਸਕੱਤਰ ਦਾ ਅਹੁਦਾ ਬੜਾ ਅਹਿਮ ਹੁੰਦਾ। ਹਾਂਜੀ। ਤੇ ਭਾਰਤੀ ਜਨਤਾ ਪਾਰਟੀ ਨੇ ਪਹਿਲੀ ਵਾਰੀ ਜੋ ਲੱਗਦਾ ਹੈ ਕਿ ਲੋਕ ਸਭਾ ਦੀ ਚੋਣ ਆਪਣੇ ਬਲਬੂਤੇ ਪੰਜਾਬ 'ਚ ਲੜਨੀ ਹੈ। ਹਾਂ ਬਿਲਕੁਲ ਜੀ, ਕਹਿ ਸਕਦੇ ਵੀ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਹਮੇਸ਼ਾ 23 ਸੀਟਾਂ ਦੇ ਇਲੈਕਸ਼ਨ ਲੜਦੀ ਸੀ ਜੀ। ਉਹ ਵੀ ਸਾਡਾ ਗੱਠਜੋੜ ਸੀ ਵੀ ਅਕਾਲੀ ਦਲ ਦੇ ਨਾਲ, ਤੇ ਸਾਡੀ ਜਿਹੜੀ ਕੇਂਦਰ ਦੀ ਲੀਡਰਸ਼ਿਪ ਸੀ ਉਹਦੇ ਮਨ 'ਚ ਸੀ ਵੀ ਇੱਕ ਸਮਾਜਿਕ ਗੱਠਜੋੜ ਆ ਜੀ, ਤੇ ਵੀ ਅਕਾਲੀ ਦਲ ਸਿੱਖਾਂ ਦੀ ਪਾਰਟੀ ਆ ਤੇ ਇੱਕ ਮੈਸੇਜ ਜਾਂਦਾ ਵੀ ਅਸੀਂ ਉਹਨਾਂ ਨੂੰ ਜ਼ਿਆਦਾ ਸੀਟਾਂ ਦੇ ਕੇ ਉਹਨਾਂ ਨੂੰ ਅੱਗੇ ਰੱਖਣਾ, ਵੀ ਉਹਨਾਂ ਦੀ ਗੱਲ ਸੁਣਨੀ ਤੇ ਕੇਂਦਰ 'ਚ ਵੀ ਉਹਨਾਂ ਨੂੰ ਪੂਰਾ ਹੱਕ ਦੇਣਾ। ਤੇ ਇਸ ਲਈ ਮਿਨਿਸਟਰੀ ਵੀ ਦਿੰਦੇ ਸੀ ਇਹਨਾਂ ਨੂੰ ਜੀ ਕੇਂਦਰ ਦੇ ਵਿੱਚ, ਤੇ ਇਹਦੇ ਲਈ ਪੂਰਾ ਮਾਨ ਸਨਮਾਨ, ਬਲਕਿ ਇੱਕ ਪਰਿਵਾਰ ਦੇ ਵਿੱਚੋਂ ਮੰਤਰੀ ਮੁੱਖ ਮੰਤਰੀ ਵੀ ਹੋਣਾ ਤੇ ਉਹਦਾ ਬੇਟਾ ਉਪ ਮੁੱਖ ਮੰਤਰੀ ਹੋਣਾ ਜੀ, ਇਹ ਪਾਰਟੀ ਨੇ ਸਵੀਕਾਰ ਕੀਤਾ ਉਦੋਂ, ਇਹ ਤਾਂ ਹੁੰਦਾ ਨਹੀਂ ਸੀ ਕਿਤੇ। ਤੇ ਪਰ ਉਹ ਚੱਲਦੇ ਹੁਣ ਇਕੱਲੇ ਚੱਲੇ ਆ ਤੇ ਇਸ ਵਾਰੀ ਪਹਿਲੀ ਵਾਰੀ ਹੋਊਗਾ ਵੀ ਅਸੀਂ ਲੋਕ ਸਭਾ ਆਪਣੇ ਆਪ ਲੜਾਂਗੇ ਜੀ, ਤੇ ਜਾਂ ਵੱਡੀ ਪਾਰਟੀ ਦੇ ਰੂਪ 'ਚ ਲੜਾਂਗੇ। ਬਾਘਾ ਜੀ,
ਪਾਰਟੀ ਹਾਈ ਕਮਾਂਡ ਨਾਲ ਜਾਂ ਪਾਰਟੀ ਦੇ ਅੰਦਰ ਇਸ ਗੱਲ ਦੇ ਲਈ ਮਾਨਸਿਕ ਤੌਰ ਦੇ ਉੱਤੇ ਤਿਆਰੀ ਹੈ ਕਿ 13 ਦੀਆਂ 13 ਆਪ ਲਾਣੀਆਂ ਜਾਂ ਗੱਠਜੋੜ ਵਾਲੇ ਪਾਸੇ ਜਾ ਸਕਦੇ ਆ? ਦੇਖੋ ਫਿਲਹਾਲ ਸਾਡਾ ਗੱਠਜੋੜ ਜਿਹੜਾ PLC ਨਾਲ ਸੀ, ਕੈਪਟਨ ਸਾਹਿਬ ਦੀ ਪਾਰਟੀ ਨਾਲ, ਉਹ ਸਾਡੇ 'ਚ ਮਰਜ ਹੋ ਗਿਆ ਜੀ। ਤੇ ਇੱਕ ਹੋਰ ਪਾਰਟੀ ਜਿਹੜੀ ਢੀਂਡਸਾ ਜੀ ਦੀ ਸੰਯੁਕਤ ਅਕਾਲੀ ਦਲ, ਉਹਦੇ ਨਾਲ ਆ, ਤੇ ਉਹ ਫਿਲਹਾਲ ਹੈਗਾ ਜੀ। ਤੇ ਢੀਂਡਸਾ ਜੀ ਜਾਂ ਭਾਜਪਾ ਜੀ ਤੇ ਇਹੀ ਆਪਸ ਕੋਈ ਹੋਰ ਕਿਸੇ ਪਾਰਟੀ ਵਾਲ ਦਾ ਨਹੀਂ ਹਾਲੇ ਹੈਗਾ? ਤੱਕ ਨਹੀਂ, ਮੈਨੂੰ ਲੱਗਦਾ ਵੀ ਨਹੀਂ ਵੀ ਹੋਰ ਕੋਈ ਪਾਰਟੀ ਨਾ ਰੱਖਣਗੇ। ਅੱਛਾ, ਮੈਂ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਤੋਂ ਪੁੱਛਣੀਆਂ ਕਿਉਂਕਿ ਤੁਸੀਂ SC ਕਮਿਸ਼ਨ ਦੇ ਚੇਅਰਪਰਸਨ ਵੀ ਰਹੇ ਹੋ। ਆਪਾਂ ਬੜੀ ਵਿਸਥਾਰ 'ਚ ਗੱਲ ਕਰਨੀ ਹੈ, ਪਰ ਉਹਦੇ ਤੋਂ ਪਹਿਲਾਂ ਮੈਨੂੰ ਸੀ ਕਿ ਭਾਰਤੀ ਜਨਤਾ ਪਾਰਟੀ ਵਾਲਾ ਆਪਾਂ ਥੋੜਾ ਜਿਹਾ ਨਾ ਕੰਮ ਖਿੱਦੋ ਚਲੀ ਰਹੀਆਂ, ਕੱਲੀ ਕਰਕੇ ਕੱਢਣੀ ਹੈ। ਕਿਸਾਨ ਅੰਦੋਲਨ ਜਦੋਂ ਚੱਲਿਆ ਸੀ ਉਹਦੇ ਤੋਂ ਬਾਅਦ ਐਂ ਲੱਗਦਾ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਪੰਜਾਬ 'ਚ ਪੈਰ ਨਹੀਂ ਲੱਗ ਸਕਦੇ। ਸਾਨੂੰ ਵੀ ਐਂ ਲੱਗਾ ਪੱਤਰਕਾਰਾਂ ਨੂੰ ਕਿ 13 ਤਾਂ ਪੰਜਾਬ ਦੀਆਂ ਸੀਟਾਂ 543 ਦੇ ਵਿੱਚੋਂ ਜੇ BJP 13 ਇੱਕ ਪਾਸੇ ਵੀ ਕੱਢ ਕੇ ਰੱਖ ਲਵੇ ਤਾਂ 530 ਉਹਨਾਂ ਕੋਲ ਸਾਰੇ ਦੇਸ਼ 'ਚ ਹੈਗੀਆਂ। ਵੀ ਜ਼ੋਰ ਉਹਨਾਂ ਨੇ ਲਾਉਣਾ ਨਹੀਂ ਕਿ ਜਾਵੇ, ਫਿਰ ਜੇ ਪੰਜਾਬ ਨਹੀਂ ਵੀ ਆਉਂਦਾ ਤਾਂ ਨਾ ਆਵੇ ਨਾ। 3 ਤਾਂ ਸੀਟਾਂ ਲੋਕ ਸਭਾ ਦੀਆਂ ਲੜਦੇ ਸੀ। ਅਚਾਨਕ ਭਾਰਤੀ ਜਨਤਾ ਪਾਰਟੀ ਦੇ 3-3 4-4 ਕੈਬਨਿਟ ਮੰਤਰੀ ਪੰਜਾਬ 'ਚ ਆਉਂਦੇ ਆ, ਰਾਤ ਰਹਿੰਦੇ ਆ, ਮੀਟਿੰਗਾਂ ਹੋਈ ਜਾਂਦੀਆਂ, ਪ੍ਰਧਾਨ ਮੰਤਰੀ ਸਾਹਿਬ ਗੇੜਾ ਮਾਰ ਜਾਂਦੇ ਆ, ਚਾਹੇ ਚੰਡੀਗੜ੍ਹ ਵਾਲੇ ਪਾਸੇ ਹੀ ਆਉਣ। ਜਾਣੀ ਕਿ ਇੱਕਦਮ ਸਾਰੇ ਦਾ ਸਾਰਾ ਝੁਕਾਅ ਤਾਕਤ, ਕੋਈ ਇਲੈਕਸ਼ਨ ਨਹੀਂ ਨੇੜੇ, ਸਾਰੇ ਦੇਸ਼ 'ਚ ਹੀ ਲੋਕ ਸਭਾ ਦੀ ਚੋਣ ਹੈ। ਵੀ ਜਾਣੀ ਇੱਕਦਮ ਇੱਕ ਕਰਮ ਭੂਮੀ ਭਾਰਤੀ ਜਨਤਾ ਪਾਰਟੀ ਨੇ ਕਿਵੇਂ ਬਣਾ ਲਿਆ ਕਿ ਆਪਾਂ ਸਿਆਸੀ ਤੌਰ 'ਤੇ ਉੱਤੇ ਲੜਾਈ ਇੱਥੇ ਲੜਨੀ ਹੈ? ਦੇਖੋ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਕਿਸਾਨ ਅੰਦੋਲਨ ਤੋਂ ਬਾਅਦ ਲੱਗ ਰਿਹਾ ਸੀ ਭਾਜਪਾ ਪੰਜਾਬ ਵੱਲ ਧਿਆਨ ਨਹੀਂ ਦੇਊਗੀ ਜੀ, ਪਰ ਸ਼ੁਰੂਆਤ ਹੀ ਜੇ ਦੇਖਿਆ ਜਾਵੇ ਮੋਦੀ ਸਰਕਾਰ ਬਣਨ ਦੇ ਸਾਰ ਉਹਨਾਂ ਨੇ ਪੰਜਾਬ ਨੂੰ ਹਮੇਸ਼ਾ ਹੀ ਪਹਿਲ ਦੇ ਆਧਾਰ 'ਤੇ ਦੇਖਿਆ। ਉਹਦੇ ਪਿੱਛੇ ਕਾਰਨ ਸੀ ਵੀ ਨਰਿੰਦਰ ਮੋਦੀ ਜੀ ਪੰਜਾਬ 'ਚ ਬਹੁਤ ਸਮਾਂ ਰਹੇ ਆ ਜੀ। ਜਦੋਂ ਵੀ ਉਹਨਾਂ ਦੇ ਮਾੜਾ ਟਾਈਮ ਵੀ ਰਿਹਾ, ਚੰਗਾ ਰਿਹਾ, ਉਹਨਾਂ ਨੂੰ ਕਈ ਵਾਰੀ ਗੁਰੂ ਘਰ ਜਾਣ ਦਾ ਮੌਕਾ ਮਿਲਦਾ ਰਿਹਾ। ਉਹਨਾਂ ਦੀ ਤੁਸੀਂ ਜੀਵਨ ਨੂੰ ਪੂਰਾ ਪੜ੍ਹੋਗੇ ਤੇ ਉਹਨਾਂ ਦਾ ਗੁਰੂ ਮਹਾਰਾਜ ਦੀ ਕਿਰਪਾ ਕੁਦਰਤੀ ਆ ਵੀ ਜਾਣੀ ਕਿ ਉਹ ਮੰਨਦੇ ਆ। ਤੇ ਇਹਦੇ ਕਾਰਨ ਹੀ ਸੀ ਵੀ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੋਲ੍ਹਣ ਦੀ ਉਹਨਾਂ ਨੇ ਪੂਰਾ ਵੀ ਇੱਕ ਉਹ ਕਦਮ ਚੁੱਕਿਆ ਸੀ ਵੀ ਜਿਹੜਾ ਕਦੀ ਹੋ ਨਹੀਂ ਸਕਦਾ ਸੀ ਜਾਂ ਸੋਚਿਆ ਨਹੀਂ ਸੀ ਲੋਕਾਂ ਨੇ। ਉਹ ਵੀ ਉਹਨਾਂ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖਿਲਾਉਣ ਲਈ ਸਰਕਾਰ ਨੂੰ ਦੂਜੇ ਸਰਕਾਰ ਨਾਲ ਗੱਲ ਕਰਕੇ ਖਿਲਾਇਆ। ਤੇ ਇਸ ਤੋਂ ਇਲਾਵਾ ਉਹਨਾਂ ਨੂੰ ਜਦੋਂ ਵੀ ਵਿਦੇਸ਼ ਵਿੱਚ ਜਾਣ ਦਾ ਮੌਕਾ ਮਿਲਿਆ, ਉਹ 'ਚ ਉਹਨਾਂ ਨੂੰ ਦੱਸਿਆ ਵੀ ਕਾਲੀ ਸੂਚੀ ਆ ਉਹ ਖਤਮ ਕਰਨੀ। ਉਹਨਾਂ ਨੇ ਕਿਹਾ ਹੁਣੇ ਕਰਾਉਂਦੇ ਆ। ਇਹ ਅਮਰੀਕਾ ਵਾਲੇ ਖੁਦ ਮੇਰੇ ਕੁਝ ਯਾਰ ਦੋਸਤ ਸੀ, ਉਹਨਾਂ ਨੇ ਦੱਸਿਆ ਵੀ ਅਸੀਂ ਹੈਰਾਨ ਹੋ ਗਏ ਵੀ ਸਾਨੂੰ ਇੱਕਦਮ ਹੀ ਪਤਾ ਲੱਗਾ ਵੀ ਸਾਡੇ ਕੁਝ ਰਿਸ਼ਤੇਦਾਰਾਂ ਦੇ ਨਾਮ ਜਿਹੜੇ ਆ ਉਹ ਹਟ ਗਏ, ਆ ਜਾ ਸਕਦੇ ਬਿਨਾਂ ਕਹਿ ਤੋਂ ਹਟ ਗਏ। ਕਹਿੰਦੇ ਵੀ ਇਹ ਵੀ PM ਦਾ ਧਿਆਨ ਸੀ। ਪ੍ਰਧਾਨ ਮੰਤਰੀ ਚਾਹੁੰਦੇ ਆ ਵੀ ਪੰਜਾਬ ਨੂੰ ਵੀ ਉਹ ਆਪਣਾ ਵੀ ਜਿਹੜਾ ਉਹਨਾਂ ਨੇ ਇੱਥੇ ਰੋਟੀ ਪਾਣੀ ਖਾਧਾ ਆ ਜੀ, ਜਾਂ ਜਿਹੜਾ ਉਹਨਾਂ ਨੂੰ ਪਿਆਰ ਮਿਲਿਆ, ਉਹ ਕਹਿੰਦੇ ਵੀ ਮੈਨੂੰ ਕਈ ਮਾਮਾ ਨੇ ਇਦਾਂ ਰੋਟੀ ਖਿਲਾਈ ਜਿੱਦਾਂ ਆਪਣੇ ਪੁੱਤ ਨੂੰ ਰੋਟੀ ਖਿਲਾਈ ਹੈ। ਜਲੰਧਰ ਰੈਲੀ ਦੇ ਦੌਰਾਨ, ਇਲੈਕਸ਼ਨ ਦੇ ਦੌਰਾਨ ਜਲੰਧਰ ਰੈਲੀ ਕਰਨ ਆਏ ਪ੍ਰਧਾਨ ਮੰਤਰੀ ਜੀ ਤੇ ਮੈਂ ਮੰਚ ਚਲਾ ਰਿਹਾ ਸੀ ਜੀ। ਤੇ ਅਸੀਂ ਜਦੋਂ ਪਹਿਲਾਂ ਵੀ ਆਉਂਦੇ ਰਹੇ, ਮੈਂ ਉਹਨਾਂ ਨੂੰ ਕਈ ਵਾਰੀ ਰੇਲਵੇ ਸਟੇਸ਼ਨ ਤੋਂ ਲੈਣ ਜਾਂਦੇ ਰਹੇ ਸੀ। ਉਦੋਂ ਅਸੀਂ ਯੰਗ ਸੀ ਜੀ, ਤੇ ਉਹ ਅੱਜ ਵੀ ਉਦਾਂ ਹੀ ਮਿਲਦੇ ਜਿੱਦਾਂ ਉਸ ਹਿਸਾਬ ਨਾਲ। ਠੀਕ ਹੈ। ਤੇ ਉਦੋਂ ਉਹਨਾਂ ਦੇ ਭਾਸ਼ਣ 'ਚ ਉਹਨਾਂ ਨੇ ਖੁਦ ਕਿਹਾ ਵੀ ਮੈਂ ਇੱਥੇ ਦੀਆਂ ਮਾਵਾਂ ਦਾ ਕਰਜ਼ਾ ਲਾਉਣਾ ਚਾਹੁੰਦਾ ਜਿਹੜਾ ਉਹਨਾਂ ਨੇ ਮੈਨੂੰ ਰੋਟੀ ਖਿਲਾਈ ਆ। ਮੈਂ ਚਾਹੁੰਦਾ ਪੰਜਾਬ ਦਾ ਨੌਜਵਾਨ ਜਿਹੜਾ ਨਸ਼ੇ 'ਚ ਫਸਿਆ ਪਿਆ ਜੀ ਜਾਂ ਗਲਤ ਰਸਤੇ 'ਚ, ਇੱਕ ਵਾਰੀ ਸਾਨੂੰ ਮੌਕਾ ਦਿਓ, ਅਸੀਂ ਸੁਧਾਰੀਏ ਜੀ। ਅੱਗੇ ਵੀ ਮੌਕਾ ਮਿਲਿਆ, ਪਰ ਅੰਤੋਂ ਅੱਗੇ ਮੌਕਾ ਵੱਡੀ ਪਾਰਟੀ ਅਕਾਲੀ ਦਲ ਸੀ, ਉਹਦੇ ਸਾਰਾ ਪਰਿਵਾਰ ਹੀ ਸਰਕਾਰ ਚਲਾਉਂਦਾ ਸੀ ਜੀ। ਇਸ ਲਈ ਅਸੀਂ ਕੁਝ ਕਰ ਨਹੀਂ ਪਾਏ ਜੀ। ਇਸ ਲਈ ਸਾਨੂੰ ਮੌਕਾ ਦਿਓ, ਅਸੀਂ ਕੁਝ ਕਰ ਪਾਈਏ। ਪਰ ਲੋਕ ਉਦੋਂ ਕਹਿ ਸਕਦੇ ਇੱਕਦਮ ਵੀ ਕਿਸੇ ਨਾਲ ਕੋਈ ਨਾਰਾਜ਼ ਹੋਵੇ ਜਾਂ ਝਗੜਾ ਹੋਇਆ ਹੋਵੇ, ਇੱਕਦਮ ਵਿਸ਼ਵਾਸ ਨਹੀਂ ਕਰਦਾ ਜੀ। ਤੇ ਇਸ ਲਈ ਉਦੋਂ ਗੱਲ ਉਨੀ ਨਹੀਂ, ਪਰ ਫਿਰ ਵੀ ਸਾਨੂੰ ਜਿੰਨਾ ਕੁ ਵੋਟ ਪਿਆ ਉਦੋਂ 6.5% ਵੋਟ ਪਿਆ। ਉਹ ਵੀ ਸਾਡਾ ਜਦੋਂ ਅਕਾਲੀ ਦਲ ਨਾਲ ਅਸੀਂ 17 'ਚ ਰਲ ਕੇ ਲੜੇ ਆ ਤੇ ਸਾਨੂੰ 4.9 ਵੋਟ ਪਿਆ ਉਦੋਂ। ਅੱਛਾ, ਵਧੀਆਂ ਵੋਟਾਂ। ਹਾਂ, ਵੋਟ ਪਰਸੈਂਟ ਸਾਡਾ ਇਕੱਲੇ ਲੜਕੇ ਵੀ ਵਧਿਆ। ਇਸ ਗੱਲ ਤੇ ਅਸੀਂ ਜੀ। ਬਾਗਾ ਭਾਜੀ, ਇੱਕ ਚੀਜ਼ ਮੈਨੂੰ ਹੋਰ ਦੱਸਿਓ ਕਿ ਭਾਰਤੀ ਜਨਤਾ ਪਾਰਟੀ ਨਾਲ ਕਦੋਂ ਜੁੜੇ ਹੋ? ਮੈਂ ਫਿਰ 2-4 ਸਵਾਲ ਹੋਰ ਕਰਨੇ ਆ ਕਿ ਕਿੰਨੇ ਕੁ ਸਾਲ ਹੋ ਗਏ? ਮੈਂ ਜਿਸ ਤਰ੍ਹਾਂ ਤੁਸੀਂ ਕਿਹਾ ਸਟੂਡੈਂਟ ਲਾਈਫ ਤੋਂ ਵੈਸੇ ਉਦੋਂ ਉਹ ਵਿਦਿਆਰਥੀ ਪਰਿਸ਼ਦ ਭਾਰਤੀ ਜਨਤਾ ਪਾਰਟੀ ਦਾ ਇੱਕ ਹਿੱਸਾ ਨਹੀਂ ਸੀ ਤੇ ਪਰ ਉਹਦੇ ਵਿੱਚ ਸੀ। ਉਸ ਤੋਂ ਬਾਅਦ ਫਿਰ ਮੈਂ ਭਾਰਤੀ ਜਨਤਾ ਪਾਰਟੀ ਨਾਲ ਜੁੜ ਜਾਂਦਾ। ਬਾਅਦ ਵਿੱਚ ਫਿਰ ਮੈਂ ਆਪਣਾ ਬਿਜ਼ਨਸ ਕਰਨ ਲੱਗ ਪਿਆ, ਰੈਸਟੋਰੈਂਟ ਚਲਾਉਣ ਲੱਗ ਪਿਆ। ਫਿਰ ਮੈਂ ਭਾਰਤੀ ਜਨਤਾ ਪਾਰਟੀ 'ਚ ਨਹੀਂ ਰਿਹਾ ਜੀ। ਤੇ ਉਹ ਰੈਸਟੋਰੈਂਟ ਦੇ ਦੌਰਾਨ ਮੈਨੂੰ ਬਹੁਤ ਸਾਰੇ ਲੀਡਰ ਵਿੱਚ ਆਪਣੇ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਫਾਊਂਡਰ ਸੀ ਸਾਹਿਬ ਕੰਸ਼ੀ ਰਾਮ ਜੀ, ਉਹਨਾਂ ਨਾਲ ਮਿਲਣ ਦਾ ਮੌਕਾ ਉਹ ਮੇਰੇ ਰੈਸਟੋਰੈਂਟ ਆਉਂਦੇ ਰਹੇ। ਹੋਰ ਵੀ ਬਹੁਤ ਸਾਰੇ ਰਾਜਨੀਤਿਕ ਲੋਕਾਂ ਨਾਲ, ਪਰ ਮੈਂ ਕਿਤੇ ਨਾ ਕਿਤੇ ਮਾੜਾ ਮੋਟਾ ਭਾਜਪਾ ਲਈ ਕੰਮ ਕਰਦਾ ਰਿਹਾ ਜੀ।
ਤੇ ਪ੍ਰੋਪਰ ਫਿਰ ਵਾਪਸ ਹੀ ਮੇਰੀ ਜਿਹੜੀ ਐਕਟੀਵਿਟੀ ਆ, ਪਹਿਲਾਂ ਕਹਿ ਸਕਦੇ ਵੀ ਮੈਂ 92-93 ਚ ਐਕਟਿਵ ਹੋਇਆ ਤੇ ਫਿਰ ਬਾਅਦ ਵਿੱਚ ਮੈਂ 2002 ਦੇ ਵਿੱਚ ਐਕਟਿਵ ਹੁੰਦਾ। ਠੀਕ ਹੈ ਜੀ। ਤੇ ਫਿਰ ਬਸ ਚੱਲਦੇ ਹਾਂ। ਐਸਸੀ ਕਮਿਸ਼ਨ ਦੇ ਚੇਅਰਪਰਸਨ ਕਦੋਂ ਤੋਂ ਕਦੋਂ ਤੱਕ ਰਹੇ? ਮੈਂ 2011 ਤੋਂ 2017 ਤੱਕ। ਠੀਕ ਹੈ। 6 ਸਾਲ ਉਹਦੇ ਤੇ ਮੈਂ ਰਿਹਾ ਤੇ ਉਹ ਜੀ ਆਪਾਂ ਉਹਦੇ ਤੇ ਵੀ ਗੱਲ ਕਰਾਂਗੇ। ਅੱਛਾ ਬਾਘਾ ਭਾਜੀ, ਤੁਸੀਂ ਇੱਕ ਗੱਲ ਇੱਥੇ ਆਖੀ ਕਿ ਤੁਹਾਨੂੰ ਵਿਦੇਸ਼ ਦੇ ਮਿੱਤਰਾਂ ਨੇ ਕਿਹਾ ਕਿ ਭਾਈ ਉਹਨਾਂ ਨੇ ਕਾਲੀ ਸੂਚੀ ਖਤਮ ਕਰ ਦਿੱਤੀ ਵਿਦੇਸ਼ਾਂ ਦੇ ਵਿੱਚ। ਤੁਹਾਡੀ ਮੁਲਾਕਾਤ, ਮੈਨੂੰ ਉਮੀਦ ਹੈ ਕਿ ਤੁਸੀਂ ਜਨਰਲ ਸਕੱਤਰ ਹੋ ਭਾਰਤੀ ਜਨਤਾ ਪਾਰਟੀ ਪੰਜਾਬ ਇਕਾਈ ਦੇ, ਮੰਤਰੀਆਂ ਨਾਲ, ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਬਹਿਣ ਉੱਠਣ ਹੈਗਾ, ਮੀਟਿੰਗਾਂ ਹੁੰਦੀਆਂ? ਹਾਂ, ਹੁੰਦੀਆਂ। ਜੇ ਇੰਨੇ ਹੀ ਸੁਹਿਰਦ ਨੇ, ਕਿਤੇ ਤੁਸੀਂ ਪੰਜਾਬ ਵਾਸੀਆਂ ਨੂੰ ਕਿਤੇ ਜਾ ਕੇ ਮੰਗ ਇੱਕ ਅੱਧੀ ਵਾਰੀ ਕਰਦੇ ਹੋ ਕਿ ਸਾਡੇ ਕੋਲੇ ਅੰਤਰਰਾਸ਼ਟਰੀ ਹਵਾਈ ਅੱਡੇ ਬਹੁਤ ਨੇ, ਅੰਮ੍ਰਿਤਸਰ ਵਾਲਾ ਹੈਗਾ, ਇੱਧਰਲੇ ਪਾਸੇ ਹੁਣ ਚੰਡੀਗੜ੍ਹ ਵਾਲਾ ਸੁਖਨਾ ਹੈਗਾ, ਕਿ 2-4 ਫਲਾਈਟਾਂ ਆਪਣੇ ਤੁਹਾਡੇ ਵੀ ਮਿੱਤਰ ਪਿਆਰੇ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਦੇ ਵਿੱਚ ਬਥੇਰੇ ਹੋਣਗੇ ਕਿ ਡਾਇਰੈਕਟ ਫਲਾਈਟਾਂ ਚੱਲ ਪੈਣ, ਕਿਉਂਕਿ ਏਅਰਪੋਰਟ ਬਣ ਜਾਂਦਾ, ਫਲਾਈਟਾਂ ਨਹੀਂ ਸਾਡੇ ਕੋਲ ਆਉਂਦੀਆਂ। ਜਦੋਂ ਸੂਬਾ ਸਰਕਾਰ ਨੂੰ ਪੁੱਛਦੇ ਆ, ਭਾਵੇਂ ਤੁਹਾਡੀ ਪਾਰਟੀ ਦੀ ਸਰਕਾਰ ਹੋਵੇ ਭਾਵੇਂ ਨਵੀਆਂ, ਹੁਣ ਉਹ ਕਹਿੰਦੇ ਜੀ ਕੇਂਦਰ ਵਾਲੇ ਫੀਸਾਂ ਵਧਾਉਂਦੇ ਆ, ਕਿਤੇ ਇਹ ਗੱਲ ਰੱਖ ਦਿਓ ਸਾਡੀ ਉੱਥੇ। ਦੇਖੋ, ਜਿਸ ਦਿਨ ਸ਼ਹੀਦ ਭਗਤ ਸਿੰਘ ਜੀ ਦਾ ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਰੱਖਿਆ, ਇਹ ਵੀ ਇੱਕ ਪੰਜਾਬੀਆਂ ਦੀ ਮੰਗ ਸੀ ਜੀ, ਕਿਉਂਕਿ ਉਹ ਸੂਰਮਾ ਵੀ ਸਾਡਾ ਪੰਜਾਬੀ ਹੀਰਾ ਸੀ ਤੇ ਜਿਹਨੂੰ ਪੂਰਾ ਭਾਰਤ ਪਸੰਦ ਕਰਦਾ। ਠੀਕ ਹੈ। ਵੀ ਅੱਜ ਵੀ ਉਹ ਨੌਜਵਾਨਾਂ 'ਚ 23 ਸਾਲਾਂ ਦਾ ਹੀ ਆ ਤੇ ਇਸ ਲਈ ਨੌਜਵਾਨ ਉਹਨੂੰ ਆਪਣਾ ਆਦਰਸ਼ ਮੰਨਦੇ ਆ ਜੀ। ਤੇ ਇਹ ਵੀ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੂੰ ਉਹਨਾਂ ਦੇ ਪਿੰਡ ਦੇ ਕੁਝ ਲੋਕ ਮਿਲੇ ਤੇ ਉਹਨਾਂ ਨੇ ਕਿਹਾ ਵੀ ਸਾਡੀ ਬੇਨਤੀ ਹੈ ਵੀ ਤੁਸੀਂ ਇਹਦਾ ਨਾਮ ਰੱਖ ਦਿਓ ਜੀ। ਤੇ ਅਸੀਂ ਉਸ ਦਿਨ ਜਦੋਂ ਹੁਣ ਪਿੰਡ ਗਏ, ਉਦੋਂ ਅਸ਼ਵਨੀ ਸ਼ਰਮਾ ਜੀ ਮੈਂ ਇਕੱਠੇ ਸੀ ਜੀ, ਤੇ ਉੱਥੇ ਅਜੀਤ ਸਿੰਘ ਜੀ ਸੀ, ਉਹ ਟਰਸਟ ਦੇ ਮੈਂਬਰ ਜੀ, ਤੇ ਉਹਨਾਂ ਨੇ ਕਿਹਾ ਵੀ ਸਾਨੂੰ ਆਸ ਨਹੀਂ ਸੀ ਪ੍ਰਧਾਨ ਮੰਤਰੀ ਇੰਨੀ ਜਲਦੀ ਇਹ ਵੀ ਕਦਮ ਚੁੱਕ ਦੇਣਗੇ। ਠੀਕ ਹੈ। ਤੇ ਜਿਸ ਦਿਨ ਸੀਤਾਰਮਨ ਜੀ ਉਹਦਾ ਉਦਘਾਟਨ ਕਰਨ ਆਏ, ਉਸ ਦਿਨ ਗੱਲਾਂ ਹੋਈਆਂ ਉੱਥੇ ਉਹਨਾਂ ਨਾਲ, ਤੇ ਉਹਨਾਂ ਨੇ ਕਿਹਾ ਵੀ ਜਲਦੀ ਹੀ ਅਸੀਂ ਚਾਹੁੰਦੇ ਹਾਂ ਵੀ ਇਹਦੀਆਂ ਇੰਟਰਨੈਸ਼ਨਲ ਫਲਾਈਟਾਂ ਨਾਲ ਜੋੜਿਆ ਜਾਵੇ ਜੀ। ਤੇ ਦੂਸਰਾ ਵੀ ਜਿਸ ਤਰ੍ਹਾਂ ਆਦਮਪੁਰ ਏਅਰਪੋਰਟ ਆ ਜੀ, ਤੇ ਇਹਦੇ ਬਾਰੇ ਵੀ ਅਸੀਂ ਗੱਲ ਕੀਤੀ ਸੀ ਵੀ ਇਹਨੂੰ ਵੀ ਫਲਾਈਟਾਂ ਥੋੜ੍ਹੀਆਂ ਵਧਾਓ, ਇਹ ਰੁਕਿਆ ਕੰਮ ਜੀ। ਉਹ ਥੋੜ੍ਹਾ ਜਿਹਾ ਜਿੰਨੀਆਂ ਵੀ ਏਅਰਲਾਈਨਾਂ, ਕਿਉਂਕਿ ਉਹ ਕਮਰਸ਼ੀਅਲ ਸੋਚ ਰਹੀਆਂ, ਠੀਕ ਹੈ, ਖਾਸ ਕਰਕੇ ਕਰੋਨਾ ਤੋਂ ਬਾਅਦ ਤੇ ਜ਼ਿਆਦਾ ਕਮਰਸ਼ੀਅਲ ਹੋਈਆਂ, ਕਦੇ ਏਅਰਲਾਈਨ ਨੂੰ ਬਹੁਤ ਘਾਟਾ ਪਿਆ ਜੀ। ਤੇ ਉਹਦੇ ਕਾਰਨ ਉਹਨਾਂ ਨੇ ਕਿਹਾ ਵੀ ਥੋੜਾ ਕਸਟਮਰ ਹਲੇ ਉਸ ਉਨੀ ਸਪੀਡ ਨਾਲ ਨਹੀਂ ਵਧਿਆ ਵੀ ਜਿੰਨਾ ਚਾਹੀਦਾ, ਪਰ ਉਹਨਾਂ ਨੇ ਕਿਹਾ ਵੀ ਕੋਸ਼ਿਸ਼ ਹੈ ਪਰ ਸਾਡੀ ਵੀ ਜਲਦੀ ਇਹਨੂੰ ਅੰਮ੍ਰਿਤਸਰ ਤੇ ਚੰਡੀਗੜ੍ਹ ਦੋਨਾਂ ਨੂੰ ਜੋੜਿਆ ਜਾਵੇ। ਚੰਡੀਗੜ੍ਹ ਨੂੰ ਤੇ ਮੈਨੂੰ ਪਤਾ ਲੱਗਾ ਵੀ 2 ਕੰਟਰੀ ਉਹਨਾਂ ਨੇ ਜੋੜ ਵੀ ਦਿੱਤੇ ਆ, ਤੇ ਵੀ ਜਲਦੀ ਉਹਨਾਂ ਨੇ ਕਿਹਾ 2-3 ਕੰਟਰੀ ਵੀ ਯੂਰਪ ਦੇ ਸ਼ਾਇਦ ਜਲਦੀ ਇਹਨੂੰ ਨਜ਼ਰ ਆਉਣਗੇ। ਚਲੋ, ਤੁਸੀਂ ਜਦੋਂ ਮੁਲਾਕਾਤ ਹੁੰਦੀ ਕਹਿੰਦੇ ਰਹੇ ਹੋ? ਕਹਿੰਦੇ ਬਿਲਕੁਲ ਨਹੀਂ ਹੋਊਗਾ ਵੀ ਪੂਰੀ ਆਸ ਹੈ, ਕਿਉਂਕਿ ਉੱਥੇ ਜਦੋਂ ਬਜ਼ੁਰਗ ਮਿਲਦੇ ਨਾ ਰਾਜੇਸ਼ ਭਾਜੀ ਜਾ ਕੇ, ਤੇ ਉਹ ਕਹਿੰਦੇ ਕਿਤੇ ਅੰਮ੍ਰਿਤਸਰ ਨੂੰ ਸਿੱਧੀ ਫਲਾਈਟ ਹੋਵੇ ਨਾ ਤਾਂ ਸੌਖੇ ਹੋ ਜਾਈਏ। ਬਿਲਕੁਲ ਕਿਉਂਕਿ ਜਿੱਥੇ ਰਾਜ ਕਿਤੇ ਸਟੇ ਕਰਨਾ। ਮੇਰੇ ਆਪਣਾ ਪਰਿਵਾਰ ਸਾਡਾ ਜਿਹੜਾ ਪੂਰਾ ਵੱਡੇ ਬ੍ਰਦਰ ਮੇਰੇ ਜਰਮਨ ਚ, ਤੇ ਉਹ ਵਿਸ਼ੇਸ਼ ਤੌਰ ਤੇ ਚਾਹੇ ਇੱਧਰ ਉੱਧਰ ਹੋ ਕੇ ਉਹ ਅੰਮ੍ਰਿਤਸਰ ਹੀ ਉਤਰਨ ਦੀ ਕੋਸ਼ਿਸ਼ ਕਰਦੇ ਆ ਜੀ। ਉਹਨਾਂ ਨੂੰ ਲੱਗਦਾ ਵੀ ਬਹੁਤ ਨੇੜੇ ਆ। ਠੀਕ ਹੈ ਜੀ। ਤੇ ਜਦੋਂ ਦਿੱਲੀ ਤੋਂ ਜਾਣਾ ਪੈਂਦਾ ਥੋੜਾ ਸਫ਼ਰ, ਬਲਕਿ ਹੁਣ ਰੋਡ ਵਧੀਆ ਬਣਦੇ ਕਾਰਨ ਦਿੱਲੀ ਜ਼ਿਆਦਾ ਦੂਰ ਨਹੀਂ ਆ ਜੀ, ਪਰ ਫਿਰ ਵੀ ਸਫ਼ਰ ਤੇ ਸਫ਼ਰ ਹੀ ਆ। ਵੀ ਬੰਦਾ ਦਿੱਲੀ ਉਤਰ ਕਹਿੰਦਾ ਹੁਣ ਘਰ ਪਹੁੰਚ ਜਾਈਏ, 1 ਘੰਟਾ ਹੀ ਲੱਗੇ ਸਾਨੂੰ ਨਾ, 5-7 ਨਾ ਲੱਗਣ ਤਾਂ ਚੰਗਾ। ਅੱਛਾ, ਇਹਨਾਂ ਲੀਡਰ ਸਾਹਿਬ ਜ਼ਰੂਰ ਹੁਣ ਦੱਸਿਓ ਕਿ ਚਲੋ ਇਹ ਵੀ ਸਾਰਾ ਕੁਝ ਹੋ ਗਿਆ। ਕਈ ਲੋਕਾਂ ਦਾ ਕਹਿਣਾ ਹੈ, ਵਿਰੋਧੀ ਪਾਰਟੀਆਂ ਦਾ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਨਾਲ ਲੈਣਾ ਦੇਣਾ ਕੋਈ ਨਹੀਂ, ਵੋਟਾਂ ਲਈ ਕਰਦੇ ਆ ਸਾਰਾ ਕੁਝ, ਚਾਹੇ ਏਅਰਪੋਰਟ ਦਾ ਮਸਲਾ, ਚਾਹੇ ਲਾਂਘੇ ਦਾ ਮਸਲਾ। ਤੁਸੀਂ ਤਾਂ ਮੀਟਿੰਗਾਂ 'ਚ ਬਹਿੰਦੇ ਉੱਠਦੇ ਹੋ, ਯਾਨੀ ਕਿ ਪੰਜਾਬ ਦੇ ਨਾਲ ਮੋਹ ਪਿਆਰ ਆ ਜਾਂ ਵੋਟਾਂ ਲੈਣ ਲਈ ਆ ਸਾਰਾ ਕੁਝ? ਦੇਖੋ, ਪਹਿਲਾਂ ਤਾਂ ਲੋਕਤੰਤਰ ਜੀ, ਲੋਕਤੰਤਰ ਵਿੱਚ ਵੋਟ ਦਾ ਮੁੱਲ ਬਹੁਤ ਆ। ਵੋਟ ਤੋਂ ਬਗੈਰ ਕੁਝ ਕਰਨਾ ਹੀ ਨਹੀਂ ਕਿਸੇ, ਕੋਈ ਵੀ ਰਾਜਨੀਤਿਕ, ਚਾਹੇ ਅਕਾਲੀ ਦਲ ਕਰੇ, ਆਮ ਆਦਮੀ ਪਾਰਟੀ ਕਰੇ, ਆਮ ਆਦਮੀ ਪਾਰਟੀ ਬਗੈਰ ਵੋਟ ਤੋਂ ਕਰੂਗੀ। ਠੀਕ ਹੈ, ਵੋਟ ਲਈ ਕਰੂਗੀ ਨਾ, ਕਿਉਂਕਿ ਲੋਕਤੰਤਰ ਜੀ। ਤੇ ਮੇਰੇ ਹਿਸਾਬ ਨਾਲ ਵਾਕਈ ਤੁਹਾਨੂੰ ਹੋਣਾ ਚਾਹੀਦਾ, ਵੋਟਰ ਦਾ ਫਿਕਰ ਵੀ ਹੋਣਾ ਚਾਹੀਦਾ। ਇਹ ਨਾ ਹੋਵੇ ਵੋਟਰ ਠੱਗਿਆ ਮਹਿਸੂਸ ਕਰੇ, ਉਹਨੂੰ ਲੱਗੇ ਮੈਨੂੰ ਲੁੱਟ ਲਿਆ ਜੀ, ਬਲਕਿ ਵੋਟਰ ਨੂੰ ਮਾਣ ਮਹਿਸੂਸ ਹੋਵੇ ਯਾਰ ਮੈਂ ਵੋਟ ਪਾਇਆ, ਇਹਨੇ ਮੇਰੇ ਵੋਟ ਦਾ, ਕਿਉਂਕਿ ਵੋਟ ਦੀ ਕੋਈ ਕੀਮਤ ਹੀ ਨਹੀਂ ਆ ਜੀ। ਦੁਨੀਆ 'ਚ ਇੱਕ ਚੀਜ਼ ਇਹੋ ਜਿਹੀ ਆ, ਤੁਸੀਂ ਇਹਨੂੰ ਮਤਦਾਨ ਕਹਿੰਦੇ ਆ, ਵੀ ਆਪਣਾ ਮਤ ਦਾ ਦਾਨ ਦੇ ਦਿੱਤਾ, ਤੇ ਮੇਰੇ ਮੁਤਾਬਕ ਇਹਦਾ ਕੋਈ ਵੈਲਿਊ ਨਹੀਂ ਆ। ਤੇ ਇਸ ਲਈ ਜੇ ਉਹ ਵੋਟਾਂ ਲਈ ਕਰਦੇ ਵੀ ਆ, ਕਿਉਂਕਿ ਉਹ ਲੋਕਾਂ ਲਈ ਹੀ ਕਰ ਰਹੇ ਆ, ਲੋਕਾਂ ਦਾ ਰਾਜ ਆ ਜੀ, ਤੇ ਉਹ ਲੋਕਾਂ ਦੀ ਡਿਮਾਂਡ ਤੇ ਕੀਤਾ। ਤੇ ਇਸ ਲਈ ਭਾਰਤੀ ਜਨਤਾ ਪਾਰਟੀ ਵੀ ਕਿਤੇ ਨਾ ਕਿਤੇ ਤਾਂ ਹੁੰਦਾ ਹੀ ਆ ਵੀ ਪੰਜਾਬ ਸਾਡੇ ਨਾਲ ਚੱਲੇ, ਅਸੀਂ ਰਲ ਕੇ ਪੰਜਾਬ ਨੂੰ ਕੁਝ ਕਰੀਏ, ਕਿਉਂਕਿ ਜਿੰਨੀ ਦੇਰ ਬੰਦੇ ਇੱਥੇ ਜਿੱਤਣਗੇ ਨਹੀਂ, ਸਰਕਾਰ ਨਹੀਂ ਬਣੂਗੀ, ਉਨੀ ਦੇਰ ਭਲਾ ਵੀ ਨਹੀਂ ਹੋ ਸਕਦਾ। ਠੀਕ ਹੈ, ਬਗੈਰ ਸਰਕਾਰ ਬਣਾਏ ਪੰਜਾਬ ਨੂੰ ਕਿੱਦਾਂ ਸੁਧਾਰ ਦੋਗੇ ਤੁਸੀਂ? ਠੀਕ ਹੈ, ਇਸ ਲਈ ਉਹਦਾ ਹੱਲ ਇਹੀ ਆ, ਜਾਂ ਤੇ ਗਵਰਨਰ ਰਾਜ ਲੱਗੇ ਜੀ, ਤਾਂ ਤੁਸੀਂ ਇੰਟਰਫੇਅਰ ਕਰ ਸਕਦੇ ਆ,
ਉਹ ਗੈਰ ਸੰਵਿਧਾਨਿਕ ਗੱਲ ਆ ਜੀ। ਉਹ ਭਾਰਤੀ ਜਨਤਾ ਪਾਰਟੀ ਨੇ ਅੱਜ ਤੱਕ ਕਦੀ ਇਦਾਂ ਦਾ ਕਦਮ ਚੁੱਕਿਆ ਜੀ। ਨਹੀਂ, ਨਾ ਉਹ ਚੁੱਕਣ ਦੇ ਪੱਖ 'ਚ। ਉਹ ਲੋਕਤੰਤਰ 'ਚ ਹੀ ਵਿਸ਼ਵਾਸ ਆ। ਠੀਕ ਹੈ ਜੀ। ਚਾਹੇ ਵੋਟਾਂ ਘੱਟ ਪੈਣ ਵੱਧ ਪੈਣ, ਪਰ ਉਹ ਵੋਟ ਕਿਤੇ ਨਾ ਕਿਤੇ ਚਾਹੁੰਦੇ ਆ ਸਾਨੂੰ ਪੈਣ। ਗੱਲ ਤੁਹਾਡੀ ਠੀਕ ਹੈ। ਬਾਕੀ ਭਾਜੀ ਕਿੰਨੇ ਕੁ ਪੈਸੇ ਦਿੰਨੇ ਹੁੰਨੇ ਜਦੋਂ ਦੂਸਰੀ ਪਾਰਟੀ ਦਾ ਐਮਐਲਏ ਖਰੀਦਣਾ ਹੋਵੇ? ਕਿਉਂਕਿ ਨਹੀਂ, ਤੁਹਾਡੀ ਪਾਰਟੀ ਤੇ 25 ਕਰੋੜ 100 ਕਰੋੜ, ਅਸੀਂ ਤਾਂ ਕਦੇ ਇੰਨੇ ਨੋਟ ਸੋਚੇ ਵੀ ਨਹੀਂ, ਦੇਖਣੇ ਤਾਂ ਬਹੁਤ ਦੂਰ ਦੀ ਗੱਲ ਆ। ਦੇਖੋ, ਇਹ ਲੋਕਤੰਤਰ ਦੇ ਵਿੱਚ ਵੈਸੇ ਮੈਂ ਬਹੁਤ ਸਾਰੇ ਲੋਕ ਪਾਰਟੀਆਂ ਛੱਡ ਕੇ ਜਾਂਦੇ ਆਉਂਦੇ ਆ ਜੀ। ਇਹ ਵੀ ਇੱਕ ਖੂਬਸੂਰਤੀ ਕਹਿ ਸਕਦੇ ਵੀ ਆਜ਼ਾਦੀ ਆ ਤੁਹਾਨੂੰ, ਠੀਕ ਹੈ। ਵੀ ਤੁਸੀਂ ਜਿਹੜੀ ਮਰਜ਼ੀ, ਮੈਨੂੰ ਲੱਗਦਾ ਵਿਦੇਸ਼ਾਂ 'ਚ ਵੀ ਲੋਕ ਜਾਂਦੇ ਹੋਣਗੇ ਵੀ ਅੱਜ ਇਸ ਪਾਰਟੀ ਤੋਂ ਲੜਿਆ, ਅਗਲੀ ਵਾਰੀ ਹੋਰ ਪਾਰਟੀ ਤੋਂ ਜਾ ਕੇ ਲੜਦਾ ਹੋਊਗਾ, ਤੇ ਕਈ ਵਾਰੀ ਉਹਦਾ ਪਾਰਟੀ ਵਿੱਚ ਹੀ ਮਨ ਮੁਟਾਵ ਵੀ ਹੋ ਜਾਂਦੇ ਆ। ਪਰ ਜਿਸ ਤਰ੍ਹਾਂ ਪੰਜਾਬ ਦਾ ਸੈਸ਼ਨ ਕਰੋੜਾਂ ਰੁਪਇਆ ਸੀ ਲਾ ਕੇ ਜੀ ਸਿਰਫ ਇਸ ਲਈ ਦਿਖਾਇਆ ਵੀ ਆਪਰੇਸ਼ਨ ਲੋਟਸ ਦਿਖਾਉਣਾ ਤੇ ਉਹਨੂੰ ਨੈਸ਼ਨਲ ਚੈਨਲਾਂ ਤੇ ਉਹ ਕਵਰੇਜ ਦੇਣੀ ਜੀ, ਸਿਰਫ ਲੋਕਾਂ ਦਾ ਪੈਸਾ ਬਰਬਾਦ ਕਰਨ ਲਈ ਵੀ ਸਾਨੂੰ ਤੇ ਖਰੀਦ ਰਹੇ ਆ। ਪਰ ਕਿਤੇ ਵੀ ਨਜ਼ਰ ਹੀ ਨਹੀਂ ਆ ਰਿਹਾ ਵੀ ਕੋਈ ਖਰੀਦਣ ਵਾਲਾ, ਤੇ ਨਾ ਤੇ ਕਿਸੇ ਦਾ ਨਾਮ ਆ FIR ਬਿਨਾਂ ਨਾਮ ਤੋਂ। ਫਿਰ ਉਹਦਾ ਉਹਨਾਂ ਨੇ ਕਿਹਾ ਵੀ ਸਾਡੀ ਬੈਠਕ ਜਿਹੜੀ ਉਹ ਚੰਡੀਗੜ੍ਹ ਦੇ ਵਿੱਚ ਹੋਈ ਆ ਜੀ। ਹੁਣ ਚੰਡੀਗੜ੍ਹ SSP ਪੈ ਜਾਂਦਾ ਯੂਟੀ ਦੇ ਅੰਡਰ, ਉਹਨੂੰ ਐਪਲੀਕੇਸ਼ਨ ਨਹੀਂ ਦਿੱਤੀ। ਠੀਕ ਹੈ। FIR ਦਰਜ ਹੋ ਰਹੀ ਮੁਹਾਲੀ ਦੇ ਵਿੱਚ। ਹੁਣ ਕੈਨੇਡਾ ਵਿੱਚ ਘਟਨਾ ਹੋਈ ਹੋਵੇ, ਅਸੀਂ ਜਲੰਧਰ ਵਿੱਚ ਪਰਚਾ ਦਰਜ ਕਰ ਦਈਏ, ਉਹਦਾ ਕੀ ਲਾਭ ਆ? ਉਹ ਤੇ ਸਾਨੂੰ ਉੱਥੇ ਕਰਨਾ ਪੈਣਾ ਨਾ ਜੀ, ਉੱਥੇ ਜਾ ਕੇ ਹੱਲ ਹੋ ਸਕਦਾ। ਤੇ ਇਸੇ ਤਰ੍ਹਾਂ ਕੀਤਾ ਵੀ ਅਸੀਂ ਉਹਨੂੰ ਮੁਹਾਲੀ ਦੇ ਵਿੱਚ FIR ਜਾਣਬੁੱਝ ਕੇ ਕੱਟ ਲਈਏ ਤਾਂ ਕਿ ਅਸੀਂ ਵਿਧਾਨ ਸਭਾ ਵਿੱਚ ਪੇਪਰ ਦਿਖਾਈਏ ਜੀ FIR ਹੋਈ ਆ, ਪਰ ਉਹ 'ਚ ਕੋਈ ਨਾਮ ਨਹੀਂ ਆ, ਕੋਈ ਫੋਨ ਨੰਬਰ ਨਹੀਂ ਆ, ਕੋਈ ਜਾਣਕਾਰੀ ਨਹੀਂ ਹੈ। ਨੈੱਟ ਤੇ ਪੂਰਾ FIR ਕੋਈ ਵੀ ਖੋਲ ਕੇ ਦੇਖ ਸਕਦਾ ਉਹਨੂੰ, ਕਿਉਂਕਿ ਹੁਣ ਤੁਹਾਨੂੰ 24 ਘੰਟੇ ਦੇ ਵਿੱਚ FIR ਨੈੱਟ ਤੇ ਪਾਉਣੀ ਪੈਂਦੀ, ਸੁਪਰੀਮ ਕੋਰਟ ਦੇ ਆਰਡਰ ਆ ਜੀ। ਨਹੀਂ ਤਾਂ ਸ਼ਾਇਦ ਉਹ ਵੀ ਨਾ ਪਾਉਂਦੇ, ਦੱਸਦੇ ਹੀ ਨਾ। ਹਾਂ, ਪਰ ਉਹਦੇ ਵਿੱਚ ਮਜ਼ਾਕ ਬਣਾਤਾ। ਕੋਈ ਕਹਿੰਦਾ 25 ਕਰੋੜ, ਕੋਈ ਪਹਿਲਾਂ ਗੱਲ ਚੱਲੀ ਵੀ 5-6 ਕਰੋੜ ਜੀ। 5-6 ਤੋਂ ਪਹਿਲਾਂ ਇਹ ਵੀ ਸੀ 10 MP ਜੀ। 10 MLA ਜੀ। ਫਿਰ ਆ ਗਿਆ 25 MLA ਇਹਨਾਂ ਕੋਲ। ਅਸੀਂ ਮੈਂ ਸੋਚਦਾ ਵੀ 92 MLA ਜੀ। 92 ਸੰਵਿਧਾਨ ਦੇ ਮੁਤਾਬਕ ਸਾਨੂੰ ਤੋੜਨ ਲਈ ਘੱਟੋ ਘੱਟ ਨਹੀਂ 62 MLA ਚਾਹੀਦੇ ਆ। ਠੀਕ ਹੈ। ਤਾਂ ਜੇ 62 ਤੋਂ ਘੱਟ ਇਹਨਾਂ ਦੇ ਟੁੱਟਦੇ ਆ, ਉਹ ਸੁਪਰੀਮ ਕੋਰਟ ਸਟੇ ਹੋ ਜਾਣੀ। ਠੀਕ ਹੈ। 25 ਤੋੜ ਵੀ ਲੈਂਦੇ ਤਾਂ ਵੀ ਸਰਕਾਰ, ਸਾਡੇ ਕੋਲ ਦੋ ਵਾਲਿਆਂ ਤੋਂ 92 ਡਰੀ ਜਾਂਦੇ ਆ। ਠੀਕ ਹੈ। ਵੀ ਪਹਿਲੀ ਜਾਂ ਤੇ ਸਾਡੇ ਕੋਲ ਹੁੰਦਾ ਨਾ ਵੀ ਸਾਡੇ ਵੀ 25-30 ਹੈਗੇ ਆ, ਵੀ ਅਸੀਂ 25-30 ਉਹਨਾਂ ਦੇ ਹੋਰ ਲੈ ਕੇ ਸਰਕਾਰ ਬਦਲ ਦੇਣੀ। ਅੱਛਾ, ਬਾਕੀ ਭਾਜੀ ਅਸੀਂ ਤਾਂ ਚਾਹੁੰਦੇ 5 ਸਾਲ ਹੀ ਚਲਾਉਣ, 5 ਸਾਲ ਬਾਅਦ ਅਸੀਂ ਬਣਾਈਏ ਸਰਕਾਰ। ਅਸੀਂ ਦੱਸਾਂਗੇ ਵੀ ਅਸੀਂ ਲੋਕਾਂ ਨੂੰ ਕਹਾਂਗੇ ਵੀ ਇਹ ਗਲਤ ਆ ਜੀ, ਅਸੀਂ ਸਹੀ ਆ ਨਾ। ਤੁਹਾਨੂੰ ਲੱਗਦਾ ਥੋੜੀ ਬਣ ਜਾਣੀ ਸਰਕਾਰ 5 ਸਾਲ ਬਾਅਦ? ਹਾਂ, ਬਿਲਕੁਲ। ਅੱਛਾ, ਕੋਈ ਵੀ ਰਾਜਨੀਤਿਕ ਪਾਰਟੀ ਉਹ ਸੋਚਦੀ ਹੀ ਆ ਵੀ ਸਾਡੀ ਸਰਕਾਰ ਬਣੇ। ਇੱਕ ਮੇਰਾ ਸਵਾਲ ਵਿੱਚ ਰਹਿ ਚਲਾ ਸੀ, ਯਾਨੀ ਤੁਸੀਂ ਹਾਈ ਕਮਾਂਡ ਨੂੰ ਦੱਸਦੇ ਹੁੰਦੇ ਕਿ ਇਹਨੂੰ ਖਰੀਦ ਲਓ, ਕਿ ਉਹ ਤੁਹਾਨੂੰ ਪੁੱਛ ਲੈਂਦੇ ਕਿ ਇਹਨੂੰ ਦੇਣ ਲੱਗੇ ਆ ਸੌਦਾ? ਇਹ ਤਾਂ ਪਹਿਲੀ ਵਾਰੀ ਹੋਇਆ ਵੀ ਵਿਕਣ ਵਾਲੇ ਆਪੇ ਹੀ ਰੌਲਾ ਪਾਈ ਜਾਂਦੇ, ਸਾਨੂੰ ਪਤਾ ਹੀ ਨਹੀਂ ਕਿਸੇ ਨੂੰ ਵੀ ਇਹ ਵਿਕ ਰਿਹਾ ਜਾਂ ਨਹੀਂ ਵਿਕ ਰਿਹਾ। ਤੇ ਬਾਕੀ ਮੈਂ ਜਿੱਦਾਂ ਸਾਡੇ ਬੰਦੇ ਵੀ ਬਹੁਤ ਸਾਰੇ ਆਮ ਆਦਮੀ ਪਾਰਟੀ 'ਚ ਗਏ, ਠੀਕ ਨਹੀਂ, ਹੁਣ ਵੀ ਕਈ ਕੌਂਸਲਰ ਉਹਨਾਂ ਨੇ ਲਿਆ, ਇਹਦਾ ਮਤਲਬ ਉਹਨਾਂ ਨੇ ਪੈਸੇ ਦੇ ਕੇ ਲਏ। ਫਿਰ ਇਹਨਾਂ 'ਚ ਵੀ ਬਹੁਤ ਸਾਰੇ ਅਕਾਲੀ ਦਲ ਦੇ ਵੀ MLA ਬਣੇ ਆ ਜਿਹੜੇ ਆਮ ਆਦਮੀ ਪਾਰਟੀ 'ਚ ਗਏ, ਕਾਂਗਰਸ ਦੇ ਬਹੁਤ ਸਾਰੇ ਆ, ਲੁਧਿਆਣੇ ਦੇ ਵਿੱਚ ਕਾਫੀ ਆ, ਦੂਜੀਆਂ ਪਾਰਟੀਆਂ 'ਚ ਵੀ ਗਏ, ਠੀਕ ਨਹੀਂ। ਅਮਰ ਅਰੋੜਾ ਜੀ ਦਾ ਆਪ ਪਰਿਵਾਰ ਜਿਹੜਾ ਉਹ ਕਾਂਗਰਸ ਦੇ, ਉਹਦਾ ਪਿਤਾ ਜੀ MLA ਰਹੇ। ਇਸ ਤਰ੍ਹਾਂ ਦੇ ਬਹੁਤ ਸਾਰੇ ਲੀਡਰ ਜਿਹੜੇ ਜਾ ਕੇ ਵਾਪਸ ਵੀ ਆਏ ਜੀ। ਰੋੜੀ ਸਾਹਿਬ ਪਹਿਲਾਂ ਕਾਂਗਰਸ ਚਲ ਗਏ, ਕਾਂਗਰਸ ਚੋਂ ਵਾਪਸ ਗਏ ਜੀ। ਖਹਿਰਾ ਸਾਹਿਬ ਕਾਂਗਰਸ ਚੋਂ ਆਮ ਆਦਮੀ ਪਾਰਟੀ 'ਚ ਗਏ, ਆਮ ਆਦਮੀ ਪਾਰਟੀ ਚੋਂ ਕਾਂਗਰਸ ਵਾਪਸ ਗਏ। ਹੁਣ ਖਹਿਰਾ ਸਾਹਿਬ ਕਾਂਗਰਸ ਨੇ ਵਾਪਸ ਖਰੀਦੇ ਜਾਂ ਉਦੋਂ ਆਮ ਆਦਮੀ ਪਾਰਟੀ ਨੇ ਖਰੀਦੇ? ਇਹ ਤੇ ਮਜ਼ਾਕ ਆ ਨਾ ਜੀ। ਹਰੇਕ ਦੀ ਆਪਣੀ ਆਪਣੀ ਵਿਚਾਰ, ਆਪਣਾ ਸੋਚ, ਆਪਣਾ ਸਮੇਂ ਦੇ ਹਿਸਾਬ ਨਾਲ ਉਹਨੂੰ ਲੱਗਦਾ। ਲੋਕਤੰਤਰ ਦੀ ਇਹੀ ਖੂਬਸੂਰਤੀ ਆ, ਉਹਨੂੰ ਤੁਸੀਂ ਮਜ਼ਾਕ ਬਣਾ ਦੇਣਾ, ਲੋਕਾਂ 'ਚ ਵਿਸ਼ਵਾਸ ਹੀ ਖਤਮ ਕਰ ਦੇਣਾ। ਤੁਸੀਂ ਆਪਣੇ MLA ਦਾ ਮਜ਼ਾਕ ਬਣਾ ਲਿਆ ਜੀ। ਇਹਦਾ ਮਤਲਬ ਜਿਹੜੇ ਤੁਸੀਂ ਕਹਿੰਦੇ 25 ਖਰੀਦ ਲਏ ਉਹਨਾਂ ਨੇ, ਉਹ ਕਿਹੜੇ ਸੀ? ਉਹਨਾਂ ਦੇ ਕਰੋ ਕਾਰਵਾਈ, 25 ਜਿਹੜੇ ਲੱਭ ਗਏ। ਠੀਕ ਹੈ। ਅੱਛਾ ਬਾਕੀ ਭਾਜੀ ਇੱਕ ਚੀਜ਼ ਮੈਨੂੰ ਹੋਰ ਦੱਸਿਓ, ਕਿਉਂਕਿ ਤੁਸੀਂ ਜਨਰਲ ਸਕੱਤਰ ਦੇ ਅਹੁਦੇ ਤੇ ਹੋ, ਮੈਨੂੰ ਐਂ ਲੱਗਦਾ ਕਿ ਜੇ ਪੰਜਾਬ ਦੇ ਵਿੱਚ ਕੋਈ ਸਰਗਰਮੀ ਕਰਨੀ ਹੋਵੇ, ਤੁਹਾਨੂੰ 5-7 ਬੰਦਿਆਂ ਨੂੰ ਹਾਈ ਕਮਾਂਡ ਪਹਿਲਾਂ ਭਰੋਸੇ 'ਚ ਲੈਂਦੀ ਹੋਊਗੀ ਕਿ ਭਾਈ ਅਸੀਂ ਆਹ ਬੰਦੇ ਸ਼ਾਮਲ ਕਰਨ ਲੱਗੇ ਆ, ਹੁਣ ਲੱਗਾ। ਕਿਉਂਕਿ ਹੁਣ ਤਾਂ ਸਾਰੇ ਦਾ ਸਾਰਾ ਸਿਆਸੀ ਪਾਰਟੀ ਦਾ ਟੱਬਰ ਹੀ ਤੁਹਾਡੇ ਤੁਰਿਆ ਜਾਂਦਾ, ਭਾਰਤੀ ਜਨਤਾ ਪਾਰਟੀ। ਰੋਜ਼ ਅਸੀਂ 5-7 ਬੰਦਿਆਂ ਦੀ ਫੋਟੋ ਲੱਗੀ ਦੇਖਦੇ ਹਾਂ ਵੀ ਇਹਨਾਂ ਦਾ ਵੀ ਸਵਾਗਤ ਕੀਤਾ, ਇਹਨਾਂ ਦਾ ਵੀ ਸਵਾਗਤ ਕੀਤਾ, ਤੇ ਕਮਲ ਦਾ ਫੁੱਲ ਉਹਨਾਂ ਨੇ ਹੱਥ ਦੇ ਵਿੱਚ ਫੜਿਆ ਹੁੰਦਾ ਕਿ ਅਸੀਂ ਹੁਣ BJP ਨਾਲ। 5 ਸਾਲ ਪਿਛਲੇ ਭਾਰਤੀ ਜਨਤਾ ਪਾਰਟੀ ਲਗਾਤਾਰ ਰੌਲਾ ਪਾਉਂਦੀ ਰਹੀ ਕਿ ਭਾਈ ਸਰਕਾਰ ਦੇ ਪੱਲੇ ਕੱਖ ਨਹੀਂ, ਸਰਕਾਰ ਦੇ ਪੱਲੇ ਕੱਖ ਨਹੀਂ, ਲੋਕਾਂ ਨੂੰ ਕੱਖ ਨਹੀਂ ਦਿੱਤਾ, ਲੋਕ ਭੁੱਖੇ ਮਰ ਗਏ। ਤੇ ਜਿਹੜੇ ਬੰਦੇ ਨੇ 4.5 ਸਾਲ ਸਰਕਾਰ ਚਲਾਈ, ਉਹ ਬੰਦਾ ਤੁਸੀਂ ਨਾਲ ਲਾ ਲਿਆ, ਕੈਪਟਨ ਅਮਰਿੰਦਰ ਸਿੰਘ ਗੁਰੀ। ਜਾਣੀ ਕਹਿਣ ਦਾ ਭਾਵ ਹੈ ਵੀ ਹੁਣ ਜੇ ਆਉਂਦਾ ਤਾਂ ਜਿਹੜਾ ਮਰਜ਼ੀ ਆਵੇ, ਪਿਛਲੇ ਸਾਰਾ ਕੁਝ ਭੁੱਲ ਜਾਂਦੇ ਹੋ? ਨਹੀਂ, ਉਹਦੇ ਵਿੱਚ
ਕਈ ਬੰਦਿਆਂ ਨੂੰ ਹਲੇ ਅਸੀਂ ਸ਼ਾਮਲ ਕਰਨ ਤੋਂ ਰੁਕਿਆ ਵੀ ਰੁਕਿਆ, ਸੱਚੀ ਗੱਲ ਕਈ ਹੈ। ਵਾਰੀ ਹੋਇਆ। ਹਾਂ, ਤੁਸੀਂ ਪਿੱਛੇ ਸ਼ਾਇਦ ਖਬਰਾਂ ਪੜ੍ਹੀਆਂ ਹੋਣਗੀਆਂ ਜਾਂ ਚਲਾਈਆਂ ਵੀ ਹੋਣਗੀਆਂ। ਪਰ ਦੂਜੇ ਪਾਸੇ ਕੈਪਟਨ ਅਮਰਿੰਦਰ ਜੀ, ਜੇ ਦੇਖਿਆ ਜਾਵੇ ਪੰਜਾਬ ਦੇ 2 ਲੀਡਰ ਵੱਡੇ ਆ ਜਿਨ੍ਹਾਂ ਨੇ ਪੰਜਾਬ ਦੀ ਰਾਜਨੀਤੀ ਨੂੰ ਹਮੇਸ਼ਾ ਚਲਾਇਆ ਵੀ ਹੈ ਤੇ ਪ੍ਰਭਾਵਿਤ ਕੀਤਾ ਬਹੁਤ। ਉਹਨਾਂ ਨੇ ਜੇ ਉਮਰ ਦੇ ਮੁਤਾਬਕ ਦੇਖਿਆ ਜਾ ਤਾਂ ਵੀ ਵੱਡੇ ਲੀਡਰ ਆ। ਉਹ 'ਚ ਇੱਕ ਪ੍ਰਕਾਸ਼ ਸਿੰਘ ਬਾਦਲ ਆ ਜਿਹੜੇ ਜ਼ਮੀਨ ਚੋਂ ਨਿਕਲੇ, ਜਿਹਦਾ ਪਿਛੋਕੜ ਸਿੱਧਾ ਰਾਜਨੀਤੀ 'ਚ ਨਹੀਂ ਸੀ। ਕੈਪਟਨ ਅਮਰਿੰਦਰ ਦਾ ਵੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ, ਜਿਹੜੇ ਲੰਬਾ ਸਮਾਂ ਉਹਨਾਂ ਨੇ ਰਾਜਨੀਤੀ ਕੀਤੀ ਹੈ। ਤੇ ਕੈਪਟਨ ਉਹਨਾਂ ਦਾ ਇੱਕ ਇਹ ਵੀ ਆ ਵੀ ਇੱਕ ਆਰਮੀ ਦਾ ਪਿਛੋਕੜ ਰਿਹਾ ਉਹਨਾਂ ਦਾ। ਉਹਨਾਂ ਨੂੰ ਆਰਮੀ ਵਾਲੇ ਅੱਜ ਵੀ ਪਸੰਦ ਕਰਦੇ ਹੋ। ਉਹ ਜੋ ਸਰਕਾਰ 'ਚ ਰਹੇ ਤੇ ਫੌਜੀਆਂ ਨੂੰ ਜਰਾ ਥੋੜਾ ਵੱਧ ਕੇ ਬੋਲਦੇ। ਤੇ ਉਹਨਾਂ ਦਾ ਇੱਕ ਹੋਰ ਆ ਵੀ ਉਹ ਪਾਰਟੀ ਤੋਂ ਉੱਪਰ ਉੱਠ ਕੇ ਬੋਲ ਦਿੰਦੇ ਆ। ਤੁਸੀਂ ਕਾਂਗਰਸ 'ਚ ਵੀ ਦੇਖੋ, ਸਾਡੇ ਭਾਜਪਾ ਵਿੱਚ ਵੀ ਆ ਕੇ ਉਹਨਾਂ ਨੇ ਹੁਣ 1-2 ਗੱਲਾਂ ਉਹਨਾਂ ਨੇ ਕਹੀਆਂ ਜਿਹੜੀਆਂ ਭਾਜਪਾ ਤੋਂ ਹਟ ਕੇ ਸੀ, ਲਾਈਨ ਤੋਂ ਹਟ ਕੇ ਸੀ। ਹਾਂ, ਹੋਣੀਆਂ ਚਾਹੀਦੀਆਂ। ਮੈਂ ਕਹਿੰਦਾ ਹਰ ਇੱਕ ਵਿਅਕਤੀ ਦਾ ਆਪਣਾ ਵਿਚਾਰ ਹੁੰਦਾ। ਤੇ ਕੈਪਟਨ ਸਾਹਿਬ ਦਾ ਇੱਕ ਹੋਰ ਆ ਵੀ ਜਦੋਂ ਸਰਜੀਕਲ ਸਟ੍ਰਾਈਕ ਹੋਈ ਸੀ ਪਾਕਿਸਤਾਨ 'ਚ, ਉਦੋਂ ਸਾਰੀ ਕਾਂਗਰਸ ਕਹਿੰਦੀ ਸੀ ਵੀ ਆਰਮੀ ਝੂਠ ਬੋਲ ਰਹੀ ਆ। ਔਨ ਰਿਕਾਰਡ ਕਾਂਗਰਸ ਨੇ ਰਾਹੁਲ ਗਾਂਧੀ ਹੁਣੀ ਕਿਹਾ ਸੀ ਵੀ ਇਹ ਸਰਜੀਕਲ ਸਟ੍ਰਾਈਕ ਆ, ਨਾ ਕਿ ਸਰਜੀਕਲ। ਕੈਪਟਨ ਅਮਰਿੰਦਰ ਸੀ, ਉਹਨੇ ਕਿਹਾ ਵੀ ਸਾਨੂੰ ਆਰਮੀ ਤੇ ਕੁਐਸਚਨ ਨਹੀਂ ਚੁੱਕਣਾ ਚਾਹੀਦਾ। ਪਾਕਿਸਤਾਨ ਵਾਲੇ ਕਹਿ ਰਹੇ ਆ ਵੀ ਸਾਡੇ ਇੱਥੇ ਨੁਕਸਾਨ ਕਰਕੇ ਗਏ, ਸਾਡੇ ਇੱਥੇ ਆਮ ਲੋਕਾਂ ਤੇ ਹਮਲਾ ਕਰਤਾ, ਫਲਾਨਾ ਕਰਤਾ, ਵੀਡੀਓ ਦਿਖਾਉਂਦੇ ਆ। ਉਹਨਾਂ ਨੇ ਉੱਥੇ ਸ਼ਾਟ ਦਿਖਾਏ ਉਹਦੇ ਵੀ ਆਹ ਦੇਖੋ ਨੁਕਸਾਨ ਹੋਇਆ। ਤੇ ਤੁਸੀਂ ਆਪਣੇ ਹੋ ਕੇ ਵਿਦੇਸ਼ ਦੇ ਤੁਸੀਂ ਆਪਣੀ ਆਰਮੀ ਤੇ ਕੁਐਸਚਨ ਚੁੱਕ ਰਹੇ ਆ। ਮੈਨੂੰ ਉਦੋਂ ਲੱਗਦਾ ਵੀ ਕੈਪਟਨ ਅਮਰਿੰਦਰ ਦਾ ਜਿਹੜਾ ਪੱਖ ਸੀ ਦੇਸ਼ ਵਾਸਤੇ, ਉਹ ਇੱਕ ਵੱਡਾ। ਠੀਕ ਹੈ ਜੀ। ਜੇ ਇਹੋ ਜਿਹਾ ਲੀਡਰ ਕਿਸੇ ਪਾਰਟੀ ਕੋ ਜਾਂਦਾ ਤੇ ਇੱਕ ਪਾਰਟੀ ਦਾ ਕੱਦ ਤੇ ਵੱਧਦਾ ਜੀ, ਇਹੋ ਜਿਹੇ ਸ਼ਖਸੀਅਤਾਂ ਦਾ। ਠੀਕ ਹੈ ਜੀ। ਹੋ ਸਕਦਾ ਬਾਕੀ ਰਾਜ ਜਦੋਂ ਆਉਂਦਾ ਉਦੋਂ ਕਈ ਕੁਛ ਹੁੰਦਾ, ਹਾਂ, ਉਦੋਂ ਵਿਰੋਧ ਵੀ ਅਸੀਂ ਕਰਦੇ ਹਾਂ ਜੀ। ਤੇ ਪਰ ਜਿਹੜੇ ਚੰਗੇ ਕੰਮ ਆ ਉਹ ਦੇਖਣੇ ਵੀ ਜ਼ਰੂਰੀ ਆ ਵੀ ਉਹਦੇ ਰਾਸ਼ਟਰ ਵਾਸਤੇ ਜਾਂ ਦੇਸ਼ ਵਾਸਤੇ ਉਹਦੀ ਕੀ ਸੋਚ ਆ। ਤੇ ਉਹ ਪਹਿਲ ਦੇ ਆਧਾਰ ਤੇ ਜਦੋਂ ਕੈਪਟਨ ਨੂੰ ਇਦਾਂ ਤੇ ਅਸੀਂ ਦੇਖਦੇ ਹਾਂ ਵੀ ਕੈਪਟਨ ਅਮਰਿੰਦਰ ਵੀ ਉਹ ਦੇਸ਼ ਦੇ ਫੌਜੀਆਂ ਨਾਲ ਖੜਦੇ ਆ, ਤੇ ਉਦੋਂ ਚੰਗਾ ਵੀ ਲੱਗਦਾ ਯਾਰ। ਇਹ ਖਾਸ ਕਰਕੇ ਪੰਜਾਬੀ ਤਾਂ ਫੌਜ ਦਾ ਵੈਸੇ ਬਹੁਤ ਸਨਮਾਨ ਕਰਦੇ ਕਿਉਂਕਿ ਫੌਜ 'ਚ ਇਹਨਾਂ ਦੀ ਗਿਣਤੀ ਵੱਧ ਆ। ਅੱਛਾ ਰਜੇਸ਼ ਜੀ, ਇੱਕ ਚੀਜ਼ ਮੈਨੂੰ ਹੁਣ ਹੋਰ ਥੋੜ੍ਹੀ ਜਿਹੀ ਸਮਝਾਉਣ ਦੀ ਕੋਸ਼ਿਸ਼ ਕਰਿਓ ਕਿ ਸਾਰੇ ਬੰਦੇ ਆਪਾਂ ਜੇ ਅੰਮ੍ਰਿਤਸਰ ਵਾਲੇ ਪਾਸੇ ਸ਼ੁਰੂ ਹੋ ਜਾਈਏ, ਡਾਕਟਰ ਰਾਜਕੁਮਾਰ ਵੇਰਕਾ ਸਾਹਿਬ, ਸੁੰਦਰ ਸ਼ਾਮ ਅਰੋੜਾ ਸਾਹਿਬ, ਉਹਦੇ ਤੋਂ ਬਾਅਦ ਕੇਵਲ ਸਿੰਘ ਢਿੱਲੋਂ ਹੋਰੀ, ਫਿਰ ਆ ਜੀ ਰਾਣਾ ਗੁਰਮੀਤ ਸੋਢੀ, ਕਾਂਗੜ, ਬਹੁਤ ਸਾਰੇ ਬੰਦੇ ਨਾ। ਹੁਣ ਸਾਰਿਆਂ ਦੇ ਨਾਂ ਲਈਏ ਤਾਂ ਆਪਾਂ ਪ੍ਰੋਗਰਾਮ ਨਿਬੜ ਜਾਣਾ ਹੀ। ਸਾਰੇ ਜਾਣੇ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਗਏ। ਮੈਂ ਸਿਰਫ ਇੱਕੋ ਗੱਲ ਪੁੱਛਣੀ ਆ, ਸਾਨੂੰ ਕਾਹਦਾ ਇਤਰਾਜ਼ ਹੈ ਜੀ? ਸੰਵਿਧਾਨ ਆਗਿਆ ਦਿੰਦਾ, ਤੁਹਾਡੀ ਪਾਰਟੀ ਆਗਿਆ ਦਿੰਦੀ, ਉਹਨਾਂ ਦਾ ਜੀ ਕਰਦਾ। ਮੰਨ ਲਓ ਕਿ ਮੈਂ ਪ੍ਰਾਹੁਣਿਆਂ ਨੇ ਆਉਣਾ ਘਰ 'ਚ, ਮੈਂ ਸਵੇਰੇ ਪਹਿਲਾਂ ਸਫਾਈ ਕੀਤੀ, ਚਾਦਰਾਂ ਚੂਦਰਾਂ ਝਾੜੀਆਂ, ਸਾਰਾ ਕੁਛ ਕੀਤਾ, ਪਕੌੜੇ ਲਿਆਂਦੇ, ਹੈ ਨਾ, ਵੀ ਗੁਆਂਢੀਆਂ ਦੇ ਕੱਪ ਪਲੇਟਾਂ ਵੀ ਮੰਗ ਕੇ ਲਿਆਂਦੀਆਂ ਵੀ ਅੱਜ ਪ੍ਰਾਹੁਣੇ ਥੋੜ੍ਹੇ ਜਿਹਾ ਵੱਧ ਆਉਣੇ ਆ। ਤੇ ਜਦੋਂ ਪ੍ਰਾਹੁਣੇ ਆ ਗਿਆ ਫਿਰ ਮੈਨੂੰ ਤੁਸੀਂ ਨਾਲ ਹੀ ਨਹੀਂ ਬਿਠਾ ਲਿਆ, ਕੁਰਸੀ ਘੱਟ ਸੀ ਵੀ ਤੇ ਰਸੋਈ 'ਚ ਹੀ ਰਹਿ, ਕੋਈ ਗੱਲ ਨਹੀਂ। ਤੁਹਾਡੀ ਪਾਰਟੀ ਬਹੁਤ ਲੰਬੇ ਸਮੇਂ ਤੋਂ ਮੰਗ ਕਰਦੀ ਸੀ ਕਿ ਸਾਨੂੰ 23 ਤੋਂ 40, 45, 50 ਸੀਟਾਂ ਦਿਓ। ਹਰ ਹਲਕੇ 'ਚ ਤੁਹਾਡੇ ਵਰਕਰ ਸੀ, ਉਹ ਉਡੀਕਦੇ ਸੀ ਕਿ ਕਦੇ ਸਾਡਾ ਵੀ ਮੌਕਾ ਮਿਲੇ। ਉਹ ਚਾਦਰਾਂ ਚੂਦਰਾਂ ਝਾੜਦੇ ਰਹੇ। ਹੁਣ ਨਵੇਂ ਬੰਦੇ ਤੁਸੀਂ ਸਾਬਕਾ MLA, ਸਾਬਕਾ ਮੰਤਰੀ ਲੈਣ ਦੇ ਟਿਕਟਾਂ ਉਹ ਲੈ ਜਾਣਗੇ ਤਾਂ ਪੁਰਾਣੇ ਬੰਦੇ ਦੀ ਮਤਲਬ ਕੋਈ ਵਕਤ ਨਹੀਂ। ਇਸ ਤਰ੍ਹਾਂ ਨਹੀਂ ਹੁੰਦਾ। ਦੇਖੋ, ਇੱਕ ਭਾਰਤੀ ਜਨਤਾ ਪਾਰਟੀ ਦਾ ਸਿਸਟਮ ਆ, ਇਹਦੇ ਵਿੱਚ ਸਭ ਤੋਂ ਚੰਗੀ ਗੱਲ ਇਹ ਆ ਵੀ ਇਹਦੇ ਵਿੱਚ ਪਰਿਵਾਰਵਾਦ ਨਹੀਂ ਆ। ਅੱਛਾ ਜੀ। ਹੁਣ ਬਹੁਤ ਸਾਰੇ ਲੀਡਰਾਂ ਨੂੰ ਕਈ ਵਾਰੀ ਤੁਹਾਨੂੰ ਅਹੁਦਾ ਛੱਡ ਕੇ ਆਪ ਇਲੈਕਸ਼ਨ ਲੜਨੀ ਪੈਂਦੀ ਆ। ਜੇ ਨਹੀਂ ਲੜਦੇ ਤੁਸੀਂ ਕਹੋਗੇ ਮੇਰੇ ਬੇਟੇ ਨੂੰ, ਬੇਟੀ ਨੂੰ, ਵਾਈਫ ਨੂੰ, ਕਿਸੇ ਨੂੰ ਮਿਲ ਜਾਵੇ, ਉਹ ਨਹੀਂ ਹੋ ਸਕਦਾ। ਅੱਛਾ, ਸੰਭਵ ਹੀ ਨਹੀਂ ਹੈ ਹੀ ਨਹੀਂ, ਕੋਈ ਸਿਸਟਮ ਹੀ ਨਹੀਂ ਤੈਅ ਕੀਤਾ। ਯਾਨੀ ਜੇ ਇੱਕ ਅਹੁਦੇ ਤੇ ਬੰਦਾ ਤਾਂ ਉਹਦਾ ਟੱਬਰ ਹੈ ਨਹੀਂ ਕਿਤੇ। ਨਾ, ਇੱਕ ਪਰਿਵਾਰ ਤੇ ਇੱਕ ਅਹੁਦਾ ਬਸ। ਅੱਛਾ ਜੀ। ਇਹ ਹੁਣ ਦੂਸਰੀਆਂ ਪਾਰਟੀਆਂ ਨੂੰ, ਮੈਂ ਜਿਸ ਤਰ੍ਹਾਂ ਪਹਿਲਾਂ ਸ਼ੁਰੂਆਤ 'ਚ ਕਿਹਾ ਵੀ ਸਾਡਾ ਗੱਠਜੋੜ ਦਾ ਫਾਇਦਾ ਅਕਾਲੀ ਦਲ ਨੂੰ, ਇੱਕ ਪਰਿਵਾਰ ਨੂੰ ਤੇ ਬਹੁਤ ਜ਼ਿਆਦਾ ਸੀ। ਠੀਕ ਹੈ। ਤੇ ਵੀ ਉਹਨਾਂ ਦਾ ਪਰਿਵਾਰ 'ਚੋਂ ਸਾਰੇ ਮੰਤਰੀ ਸੀ। ਪਰ ਹੁਣ ਦੂਜੀ ਪਾਰਟੀ ਆ, ਕੇਂਦਰ ਨੂੰ ਲੱਗਦਾ ਵੀ ਇੱਕ ਸਿੱਖ ਪਾਰਟੀ, ਇਸ ਲਈ ਵੀ ਇਹਨਾਂ ਨੂੰ ਕੁਝ ਕਹਿਣਾ, ਇਸ ਕਾਰਨ ਉਹ ਚੱਲਦੇ ਸੀ ਜੀ। ਪਰ ਦੂਸਰੇ ਪਾਸੇ ਸਾਨੂੰ ਪੰਜਾਬੀਆਂ ਨੂੰ ਨਾਲ ਲੈ ਕੇ ਵੀ ਚੱਲਣਾ ਪਊਗਾ। ਠੀਕ ਹੈ। ਖਾਸ ਕਰਕੇ ਜਿਨ੍ਹਾਂ ਪੋਲੀਟੀਸ਼ੀਅਨਾਂ ਨੇ ਪੰਜਾਬ 'ਚ ਕੰਮ ਕੀਤਾ ਹੈ, ਜਿਹੜਾ ਲੱਗਦਾ ਵੀ ਇਹ ਸਮਾਜ ਨੂੰ ਲੈ ਕੇ ਚੱਲ ਰਿਹਾ, ਜਿੱਦਾਂ ਰਾਜਕੁਮਾਰ ਵੇਰਕਾ ਜੀ ਹੈ, ਜਾਂ ਇੱਕ ਉਹਨਾਂ ਦਾ ਪਿਛੋਕੜ ਜੀਵਨ, ਉਹਨਾਂ ਦਾ ਪਰਿਵਾਰ ਦਾ ਕੋਈ ਰਾਜਨੀਤਿਕ ਪਿਛੋਕੜ ਨਹੀਂ ਆ। ਤੇ ਉਹ ਵਿਅਕਤੀ ਜੇ ਆ ਕੇ ਕੰਮ ਕਰਨਾ ਚਾਹੁੰਦੇ ਆ, ਪੰਜਾਬ ਨੂੰ ਕੁਝ ਦੇਣਾ ਚਾਹੁੰਦੇ ਆ, ਜਾਂ ਚਾਹੁੰਦੇ ਆ ਵੀ ਅਸੀਂ ਆਪਣੇ ਸਮਾਜ ਨੂੰ ਕੁਝ ਕਰਨਾ ਚਾਹੁੰਦੇ ਆ, ਤੇ ਸਵਾਗਤ ਆ, ਉਹਦੇ ਨਾਲ ਕੋਈ ਮਾੜਾ ਵੀ ਨਹੀਂ ਆ। ਤੇ ਇਸ ਲਈ ਉਹਨਾਂ ਨੂੰ ਸਵਾਗਤ ਕੀਤਾ ਜਾਂਦਾ ਜੀ। ਪਰ ਜੇ ਕਹੋ ਵੀ ਉੱਥੇ ਆ ਕੇ ਉਹ ਆਪਣੇ ਪਰਿਵਾਰ ਨੂੰ ਸੈੱਟ ਕਰੂਗਾ, ਜਿਸ ਤਰ੍ਹਾਂ ਬਾਕੀ ਪਾਰਟੀਆਂ, ਤੁਸੀਂ ਬਾਕੀ ਪਾਰਟੀਆਂ 'ਚ ਇੱਕ ਹੋਰ ਗੱਲ ਦੇਖੀ ਹੋਣੀ ਵੀ ਹੁਣ ਤੁਸੀਂ ਕੇਜਰੀਵਾਲ ਦਾ ਲਾ ਲਓ ਜੀ। ਅੱਜ ਵੀ ਦੇਸ਼ ਦਾ ਕਨਵੀਨਰ ਜਿਹੜਾ
ਉਹ ਕੇਜਰੀਵਾਲ ਹੀ ਆ। ਠੀਕ ਹੈ। ਉਹ ਮੁੱਖ ਮੰਤਰੀ ਵੀ ਆ ਤੇ ਉਹ ਪ੍ਰਧਾਨ ਵੀ ਪਾਰਟੀ ਦਾ। ਠੀਕ ਹੈ। ਪੰਜਾਬ ਦਾ ਅੱਜ ਵੀ ਪ੍ਰਧਾਨ ਉਹਨਾਂ ਦਾ ਭਗਵੰਤ ਮਾਨ ਹੀ ਆ, ਨਵਾਂ ਨਹੀਂ ਬਣਾਇਆ। ਠੀਕ ਹੈ। ਪਰ ਭਾਜਪਾ 'ਚ ਇਹ ਨਹੀਂ ਆ ਵੀ ਅੱਜ ਵੀ ਅਮਿਤ ਸ਼ਾਹ ਜੀ ਪ੍ਰਧਾਨ ਹੋਣ। ਅਮਿਤ ਸ਼ਾਹ ਜੀ ਗ੍ਰਹਿ ਮੰਤਰੀ ਬਣੇ, ਨਾਲ ਹੀ ਪ੍ਰਧਾਨ ਬਦਲਣਾ ਪਿਆ। ਠੀਕ ਹੈ। ਠੀਕ ਨਹੀਂ, ਸਾਡੇ ਅਸ਼ਵਨੀ ਸ਼ਰਮੇ ਤੋਂ ਪਹਿਲਾਂ ਜੇ ਦੇਖਿਆ ਜਾਏ ਪੰਜਾਬ 'ਚ ਮੈਂ ਹੀ 10 ਪ੍ਰਧਾਨਾਂ ਦੇ ਨਾਮ ਗਿਣਾ ਸਕਦਾ। ਠੀਕ ਹੈ ਜੀ। ਤੇ ਦੂਸਰੀਆਂ ਪਾਰਟੀਆਂ ਦੇ ਪ੍ਰਧਾਨ ਬਣ ਗਿਆ, ਜਾਂ ਤੇ ਉਹਨੂੰ ਰੱਬ ਚੁੱਕੂਗਾ ਤਾਂ ਲਿਖਦਾ, ਚਿੰਬੜੀ ਜਾਂਦੇ ਜਾਂ ਉਹਨੂੰ ਬੁਲਾਉਣ ਲਈ ਜ਼ੋਰ ਲੱਗ ਜਾਂਦਾ ਪਾਰਟੀ ਦਾ। ਪਾਰਟੀ ਕੱਸ ਜਾਂਦੀ, ਉਹ ਕਾਨੂੰਨ ਆਪਣੇ ਮੁਤਾਬਕ ਘੜਦਾ ਰਹਿੰਦਾ, ਬਣਾਉਂਦਾ ਰਹਿੰਦਾ, ਵਿਅਕਤੀ ਛੱਡ ਕੇ ਜਾਈ ਜਾਂਦੇ ਆ, ਪਰ ਉਹ ਪ੍ਰਧਾਨਗੀ ਨਹੀਂ ਛੱਡਦੇ। ਪਰ ਹੁਣ ਗਾਂਧੀ ਪਰਿਵਾਰ ਪ੍ਰਧਾਨਗੀ ਛੱਡਣ ਦੀ ਚੀਕਾਂ ਨਿਕਲ ਗਈਆਂ। ਠੀਕ ਹੈ। ਪ੍ਰਧਾਨਗੀ ਛੱਡਣ ਨੂੰ ਉਹਨਾਂ ਦਾ ਬੁਰਾ ਹਾਲ ਹੋਇਆ ਪਿਆ। ਪਰ ਭਾਜਪਾ ਇੱਕ ਇਹੋ ਜਿਹੀ ਪਾਰਟੀ ਹੈ, ਉਹਦਾ ਇੱਕੋ ਹੀ ਰਾਜਨੀਤਿਕ ਪਾਰਟੀ ਆ ਜਿਹਦਾ ਸੰਵਿਧਾਨ ਰਜਿਸਟਰਡ ਆ। ਠੀਕ ਹੈ। ਇਹਨਾਂ ਨੇ ਆਪਣੇ ਸੰਵਿਧਾਨ 'ਚ ਤੈਅ ਕੀਤਾ ਆ ਵੀ ਲਗਾਤਾਰ 2 ਵਾਰੀ ਪ੍ਰਧਾਨ ਬਣ ਸਕਦਾ, ਤੀਸਰੀ ਵਾਰੀ ਬਣਨਾ ਹੀ ਨਹੀਂ, ਜੋ ਮਰਜ਼ੀ ਛੱਡਣਾ ਹੀ ਪਊਗਾ। 3 ਸਾਲ ਦਾ ਪੀਰੀਅਡ ਆ ਤੇ ਉਹ 6 ਸਾਲ ਤੋਂ ਵੱਧ ਰਹਿ ਨਹੀਂ ਸਕਦਾ। ਇਹ ਇੱਕ ਖੂਬਸੂਰਤ ਹੈ। ਉਹਦੇ ਕਾਰਨ ਜਿੰਨੇ ਵੀ ਆਉਣਗੇ ਤੇ ਇਹ ਜੇ ਕਿਸੇ ਚੀਜ਼ 'ਚ ਆਉਣ ਕੇ ਬਸਣਗੇ ਵੀ ਤੇ ਥੋੜੇ ਟਾਈਮ ਲਈ ਕਬਜ਼ਾ ਕਰ ਸਕਦੇ। ਇਸ ਤਰ੍ਹਾਂ ਨਹੀਂ ਵੀ ਉਹ ਲੰਬਾ ਟਾਈਮ ਆਪਣੇ ਪਰਿਵਾਰ ਨੂੰ ਤਕੜਾ ਕਰ ਲੈਣ। ਤੇ ਉਹਨਾਂ ਨੂੰ ਪਤਾ ਵੀ ਇਸ ਪਾਰਟੀ 'ਚ ਆਉਣ ਦਾ ਮਤਲਬ ਇੱਕ ਲੋਕਤੰਤਰ ਪਾਰਟੀ 'ਚ ਵੀ ਆ। ਠੀਕ ਹੈ ਜੀ। ਹਾਂ, ਲਓ ਜੀ, ਸਾਡੀ ਗੱਲਬਾਤ ਹੋ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਸਸੀ ਕਮਿਸ਼ਨ ਦੇ ਸਾਬਕਾ ਚੇਅਰਪਰਸਨ ਰਜੇਸ਼ ਬਾਘਾ ਜੀ ਹੋਰਾਂ ਦੇ ਨਾਲ। ਜਲੰਧਰ ਦੇ ਆਸ-ਪਾਸ ਉਹਨਾਂ ਨੇ ਬਹੁਤ ਲੰਬਾ ਸਮਾਂ ਜਿਹੜਾ ਉਹ ਪਹਿਲਾਂ ਕੰਮ ਕੀਤਾ। ਉਹਦੇ ਤੋਂ ਬਾਅਦ ਫਗਵਾੜਾ ਵਿਧਾਨ ਸਭਾ ਹਲਕੇ ਦੀ ਜਿਹੜੀ ਚੋਣ ਹੋਈ ਸੀ, ਜ਼ਿਮਨੀ ਚੋਣ, ਉਹਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਵੀ ਸੀ ਤੇ ਇਸ ਵੇਲੇ ਸਰਗਰਮ ਭਾਰਤੀ ਜਨਤਾ ਪਾਰਟੀ ਦਾ ਟੀਚਾ ਕੀ ਹੈ, ਅਕਾਲੀ ਦਲ ਦੇ ਨਾਲੋਂ ਗੱਠਜੋੜ ਕਿਉਂ ਟੁੱਟਿਆ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਰਿਹਾ, ਪੁਰਾਣਾ ਵਰਕਰ ਕੀ ਸੋਚਦਾ, ਰਣਨੀਤੀ ਕੀ ਹੈ। ਉਹਨਾਂ ਨੇ ਕਹਿਤਾ ਜੀ ਸਰਕਾਰ ਬਣਾਉਣੀ ਹੈ 5 ਸਾਲ ਬਾਅਦ। ਰਜੇਸ਼ ਜੀ, ਮੈਨੂੰ ਇੱਕ ਚੀਜ਼ ਦੱਸਿਓ, ਸਰਕਾਰ ਮੰਨ ਲਓ 2027 ਆ, ਮੰਨ ਲਓ ਵਿਧਾਨ ਸਭਾ ਦੀ ਚੋਣ ਹੋ ਗਈ ਆ, ਨਤੀਜਾ ਆ ਗਿਆ, ਤੁਹਾਡੀ ਸਰਕਾਰ ਬਣ ਗਈ, ਮੈਨੂੰ ਤੁਸੀਂ ਟਰੱਕ ਦੇਤਾ, ਮੈਂ ਟਰੱਕ ਚਲਾਉਂਗਾ ਤਾਂ ਨਾ ਜੇ ਮੈਨੂੰ ਪਤਾ ਹੋਊਗਾ ਕਿ ਮੈਂ ਇੱਥੋਂ ਚਲਾਉਣਾ, ਮੈਂ ਗੇਅਰ ਕਿੱਦਾਂ ਪਾਉਣਾ ਤੇ ਮੈਂ ਲੈ ਕੇ ਕਿੱਥੇ ਜਾਣਾ, ਮੈਂ ਸਮਾਨ ਕਿੱਥੋਂ ਲੱਦਣਾ, ਮੈਂ ਡਿਲੀਵਰੀ ਦੇਣੀ ਕਿੱਥੇ ਹੈ, ਇੰਨਾ ਕੁ ਮੈਨੂੰ ਪਤਾ ਹੋਊਗਾ। ਕੀ ਭਾਰਤੀ ਜਨਤਾ ਪਾਰਟੀ ਦੇ ਕੋਲ ਪੰਜਾਬ ਦੇ ਲਈ ਕੋਈ ਰੋਡ ਮੈਪ ਹੈਗਾ ਕਿ ਉਦੋਂ ਜਾ ਕੇ ਸੋਚ ਵਿਚਾਰ ਕਰਨੀ, ਯਾਰ ਟਰੱਕ ਤਾਂ ਲੈ ਲਿਆ, ਹੁਣ ਲਿਜਾਈਏ ਕਿੱਥੇ? ਵੀ ਪੰਜਾਬ ਦਾ ਕਿਸਾਨ ਹੈ, ਪੰਜਾਬ ਦਾ ਮਜ਼ਦੂਰ ਹੈ, ਪੰਜਾਬ ਦੇ ਵਿੱਚ ਇੱਕ ਬੰਦਾ ਲੋਹਾ ਕੁੱਟ ਰਿਹਾ ਫੈਕਟਰੀ ਦੇ ਵਿੱਚ, ਦੂਸਰਾ ਬੰਦਾ ਜਿਹੜਾ ਉਹ ਸਰਕਾਰੀ ਜੌਬ ਕਰਦਾ, ਪ੍ਰਾਈਵੇਟ ਕੰਪਨੀਆਂ ਦੇ ਵਿੱਚ ਵੱਧ ਕੰਮ ਕਰਾਈ ਜਾਂਦੇ ਆ, ਕੰਮ ਤਨਖਾਹ ਪੂਰੀ ਦਿੰਦੇ ਨਹੀਂ, ਹੋਰ ਕੰਮ ਕਰਨ ਦੇ ਹਾਲਾਤ ਹੀ ਨਹੀਂ ਠੀਕ। ਜਾਣੀ ਕੋਈ ਰੋਡ ਮੈਪ ਵੀ ਹੈਗਾ ਪਾਰਟੀ ਦੇ ਕੋਲ ਕਿ ਜਾਣੀ ਇਕੱਲੀ ਸਰਕਾਰ ਹੀ ਬਣਾਉਣੀ ਆ? ਦੇਖੋ, ਇਸ ਵਾਰੀ ਵੀ ਜਦੋਂ ਬਲਕਿ ਸਾਡੇ 2 ਸਿਰਫ ਐਮਐਲਏ ਬਣੇ ਆ, ਵੀ ਜ਼ਿਆਦਾ ਨਹੀਂ ਅਸੀਂ ਜਿੱਤ ਪਾਏ। ਦੁਆਬੇ 'ਚ ਵੋਟ ਸਾਨੂੰ ਕਾਫੀ ਪਿਆ, ਕਈ ਸੀਟਾਂ ਤੇ 8 ਸੀਟਾਂ ਇੱਦਾਂ ਦੀਆਂ ਜਿੱਥੇ ਅਸੀਂ ਦੂਜੇ ਨੰਬਰ ਤੇ ਰਹੇ ਆ। ਤੇ ਪਰ ਉਦੋਂ ਵੀ ਅਸੀਂ ਆਪਣਾ ਇੱਕ ਸ਼ਬਦ ਪੱਤਰ ਜਾਰੀ ਕੀਤਾ ਸੀ, ਉਹ ਜਿਹੜਾ ਵੀ ਅਸੀਂ ਜੇ ਸਰਕਾਰ ਬਣੀ ਤਾਂ ਕੀ ਕਰਨਾ। ਠੀਕ ਹੈ। ਉਹਦੇ ਵਿੱਚ ਅਸੀਂ ਇਹ ਨਹੀਂ ਸੀ ਫ੍ਰੀ ਸਾਰਾ ਕੁਝ ਕਰਨਾ, ਪਰ ਇਹ ਸੀ ਵੀ ਪੰਜਾਬ 'ਚ ਰੁਜ਼ਗਾਰ ਪੈਦਾ ਕਰਨ ਦੀ ਸਾਨੂੰ ਸਭ ਤੋਂ ਜ਼ਿਆਦਾ ਅਸੀਂ ਜ਼ੋਰ ਦਿੱਤਾ ਸੀ। ਵੀ ਜਿੰਨੀ ਦੇਰ ਪੰਜਾਬ 'ਚ ਅਸੀਂ ਹੈਲਥ ਦਾ ਸਿਸਟਮ ਨਹੀਂ ਸਹੀ ਕਰਦੇ ਤੇ ਇੱਕ ਰੁਜ਼ਗਾਰ ਪੈਦਾ ਨਹੀਂ ਕਰਦੇ, ਉਨੀ ਦੇਰ ਪੰਜਾਬ ਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ, ਕਿਉਂਕਿ ਉਹ ਬਾਰਡਰ ਸਟੇਟ ਆ। ਬਾਰਡਰ ਸਟੇਟ ਤੇ ਰੁਜ਼ਗਾਰ ਹੋਣਾ ਬਹੁਤ, ਇੰਡਸਟਰੀ ਹੋਣੀ ਬਹੁਤ ਜ਼ਰੂਰੀ ਆ। ਲੋਕਾਂ ਨੂੰ ਵੀ ਇੱਥੇ ਇੰਡਸਟਰੀ ਵੀ ਸਾਨੂੰ ਉਹ ਚਾਹੀਦੀ ਆ ਜਿਹੜੀ ਸਾਡੀ ਖੇਤੀਬਾੜੀ ਨਾਲ ਸੰਬੰਧਿਤ ਹੋਵੇ। ਉਹਦੇ ਲਈ ਅਸੀਂ ਕੇਂਦਰ ਨਾਲ ਕੀ ਕਰ ਸਕਦੇ ਹਾਂ, ਉਹਦੇ ਲਈ ਵਿਜ਼ਨ ਡਾਕੂਮੈਂਟ ਅਸੀਂ ਪੂਰਾ ਇੱਕ ਪੇਸ਼ ਕੀਤਾ ਸੀ। ਉਹਦੇ ਲਈ ਸਾਡੇ 3 ਚਰਨਾਂ 'ਚ ਅਸੀਂ ਉੱਤੇ ਪ੍ਰੈਸ ਕਾਨਫਰੰਸ ਉਸ ਟਾਈਮ ਕੀਤੀ ਸੀ। ਠੀਕ ਹੈ। ਇੱਕ ਪੁਰੀ ਜੀ ਨੇ, ਮੈਂ ਉਹਨਾਂ ਦੇ ਨਾਲ ਸੀ ਉਦੋਂ, ਤੇ ਕੇਂਦਰੀ ਮੰਤਰੀ ਨਾਲ ਸ਼ਖਾਵਤ ਜੀ ਸੀ। ਅਸੀਂ ਸਾਰਿਆਂ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਸੀ ਵੀ ਸਾਡਾ ਆਹ ਵਿਜ਼ਨ, ਅਸੀਂ ਇਸ ਮੁਤਾਬਕ ਸਰਕਾਰ ਬਣਾ ਕੇ ਚਲਾਉਣਾ ਚਾਹੁੰਦੇ ਹਾਂ, ਤੇ ਗਾਂ ਵੀ ਜੇ ਮੌਕਾ ਮਿਲਿਆ ਅਸੀਂ ਉਹ ਵਿਜ਼ਨ ਨੂੰ ਹੀ ਲੈ ਕੇ ਅੱਗੇ ਆਉਣਾ। ਠੀਕ ਹੈ ਜੀ। ਵੀ ਸਾਡਾ ਪੰਜਾਬ ਨੂੰ ਬਚਾਉਣ ਵਾਸਤੇ ਕਿਸ ਤਰ੍ਹਾਂ ਹੈ, ਅਸੀਂ ਨਸ਼ੇ ਤੋਂ ਕਿੱਦਾਂ ਮੁਕਤ ਕਰਨਾ ਚਾਹੁੰਦੇ। ਠੀਕ ਹੈ। ਅਸੀਂ ਥੋੜੇ ਦਿਨ ਪਹਿਲਾਂ ਸਾਡੇ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਨੇ ਪੰਜਾਬ ਸਰਕਾਰ ਨੂੰ ਵੀ ਕਿਹਾ ਸੀ ਵੀ ਸਾਡਾ ਜਿੰਨਾ ਸਹਿਯੋਗ ਤੁਹਾਨੂੰ ਚਾਹੀਦਾ, ਅਸੀਂ ਤੁਹਾਡੇ ਨਾਲ ਚੱਲਣ ਨੂੰ ਤਿਆਰ ਹਾਂ। ਤੁਸੀਂ ਬਿਨਾਂ ਵਜ੍ਹਾ ਨੈਸ਼ਨਲ ਲੈਵਲ ਤੇ ਆਮ ਆਦਮੀ ਪਾਰਟੀ ਵੋਟ ਨੂੰ ਨਾ ਦੇਖੋ, ਇਸ ਵੇਲੇ ਪਹਿਲਾਂ ਪੰਜਾਬ ਬਚਾਓ। ਉਹ ਸਾਰਾ ਪੈਸਾ ਇਸ ਵੇਲੇ ਦੇ ਗੁਜਰਾਤ ਸਿੱਟਣ ਡਿਆ। ਠੀਕ ਹੈ। ਉੱਥੇ ਗਰਬਾ ਪਾਉਣ ਡੇ ਆ, ਵੀ ਉੱਥੇ ਦੇ ਗਿੱਧੇ ਤੇ ਗਿੱਧਾ ਪੈਣ ਡਿਆ ਜੀ। ਉਹ ਗਿੱਧੇ ਦਾ ਪੰਜਾਬ ਨੂੰ ਕੋਈ ਫਾਇਦਾ ਨਹੀਂ। ਪੰਜਾਬ ਦਾ ਨੌਜਵਾਨ ਤੇ ਨਸ਼ੇ ਨਾਲ ਮਰਨ ਰਿਹਾ, ਅਸੀਂ ਉੱਥੇ ਜਾ ਕੇ ਗਰਬਾ ਖੇਡਣ ਡਿਆ। ਠੀਕ ਹੈ। ਉਦੋਂ ਉਹਨਾਂ ਨੇ ਕਿਹਾ ਵੀ ਤੁਹਾਨੂੰ ਜੇ ਸਾਡੀ ਲੋੜ ਆ, ਅਸੀਂ ਤੁਹਾਡਾ ਇੱਕ ਚਾਹੇ ਵਿਪਕਸ਼ 'ਚ ਆ, ਪਰ ਕੇਂਦਰ 'ਚ ਸਾਡੀ
ਸਰਕਾਰ ਆ ਤੇ ਅਸੀਂ ਚਾਹੁੰਦੇ ਹਾਂ ਵੀ ਪੰਜਾਬ 'ਚ ਕੁਝ ਦਈਏ। ਤੁਸੀਂ ਸਾਡੇ ਨਾਲ ਬੈਠ ਕੇ ਮੰਗੋ ਤੁਸੀਂ ਕੁਝ। ਜੇ ਅਸੀਂ ਕਿਹਾ ਵੀ ਸਾਨੂੰ ਕੈਂਸਰ ਹਸਪੀਟਲ ਚਾਹੀਦਾ, ਅਸੀਂ ਉਹਦੀ ਗੱਲ ਕੀਤੀ। ਠੀਕ ਹੈ। ਜੇ ਸਾਨੂੰ ਅਸੀਂ ਵੀ ਏਅਰਪੋਰਟ ਦਾ ਨਾਮ ਆ ਚਾਹੀਦਾ, ਅਸੀਂ ਉਹਦੀ ਗੱਲ ਜਾ ਕੇ ਕੇਂਦਰ ਨੂੰ ਕਿਹਾ। ਜੇ ਸਾਨੂੰ ਕੋਈ ਵੀ ਲੱਗਾ, ਅਸੀਂ ਪੰਜਾਬ ਨੂੰ ਜਾ ਕੇ ਇਹਦੀ ਗੱਲ ਕੀਤੀ ਵੀ ਆਹ ਚੀਜ਼ਾਂ ਚਾਹੀਦੀਆਂ। ਪਰ ਸਰਕਾਰ ਸਾਡਾ ਸਹਿਯੋਗ ਲੈਣ ਲਈ ਤਾਂ ਤਿਆਰ ਹੋਵੇ। ਜਾਨੀ ਜੇ ਉਹ ਕਹਿਣ ਭਾਰਤੀ ਜਨਤਾ ਪਾਰਟੀ ਵਾਲੇ ਕਿ ਸਾਡੇ ਨਾਲ ਚੱਲੋ ਭਾਈ, ਦਿੱਲੀ ਵਾਲੀ ਸਰਕਾਰ ਤੁਹਾਡੀ ਆ, ਨਾਲ ਚੱਲ ਪੋਗੇ। ਬਿਲਕੁਲ ਬਿਲਕੁਲ ਬਿਲਕੁਲ। ਇਹ ਪੰਜਾਬ ਪ੍ਰਧਾਨ ਨੇ ਆਫਰ ਦਿੱਤੀ ਹੈ। ਠੀਕ ਹੈ। ਇੱਕ ਵਾਰੀ ਨਹੀਂ, 2-3 ਵਾਰੀ ਸੈਸ਼ਨ 'ਚ ਕਿਹਾ। ਅੱਛਾ ਜੀ। ਸੈਸ਼ਨ 'ਚ ਇਸ ਵਾਰੀ ਵੀ ਉਹਨਾਂ ਨੇ ਇਹ ਕਿਹਾ ਸਾਨੂੰ ਸਮਾ ਕੇ, ਇੱਕ ਪਹਿਲੀ ਵਾਰੀ ਹੋਇਆ ਵੀ ਅਸੀਂ ਲੋਕਤੰਤਰ ਵਿੱਚ ਕੀ ਕਰ ਸਕਦੇ, ਤੁਸੀਂ ਧਰਨਾ ਲਾ ਸਕਦੇ ਆ, ਤੁਸੀਂ ਆਵਾਜ਼ ਉਠਾਉਣ ਲਈ ਆਪਣਾ ਰੋਸ਼ ਹੀ ਪ੍ਰਗਟ ਕਰ ਸਕਦੇ। ਅਸੀਂ ਪਹਿਲੀ ਵਾਰੀ ਵਿਧਾਨ ਸਭਾ ਜਿਹੜੀ ਲੱਗੀ ਸੀ, ਇਹਨਾਂ ਨੇ ਲੋਟਸ ਤੇ ਲਾਈ, ਜਿਹਦਾ ਅਸੀਂ ਵਿਰੋਧ ਕੀਤਾ। ਦੂਜਾ ਇਹਨਾਂ ਨੇ ਪਰਾਲੀ ਰੱਖਿਆ ਸੀ ਵੀ ਮੁੱਦਾ, ਇੱਕ ਬਿਜਲੀ ਰੱਖਿਆ ਸੀ। ਬਿਜਲੀ ਵਾਲਾ ਬਿੱਲ ਹਲੇ ਪਾਸ ਹੀ ਨਹੀਂ ਹੋਇਆ। ਅੱਛਾ। ਉਹ ਸਟੈਂਡਿੰਗ ਕਮੇਟੀ ਕੋ ਪੈਂਡਿੰਗ ਆ। ਠੀਕ ਹੈ। ਭਗਵੰਤ ਮਾਨ ਜੀ ਲੋਕ ਸਭਾ ਦੇ ਮੈਂਬਰ ਨੇ 2 ਵਾਰੀ, ਤੇ ਇਹਨਾਂ ਨੂੰ ਤਾਂ ਸਮਾਂ ਕਿ ਜ਼ਿਆਦਾ ਪਤਾ ਸੀ ਜੋ ਸਟੈਂਡਿੰਗ ਕਮੇਟੀ ਕੋ ਉਦੋਂ ਲਾਗੂ ਹੀ ਨਹੀਂ, ਹਲੇ ਤਾਂ ਪਾਸ ਹੋਊਗਾ ਤੇ ਲਾਗੂ ਹੋਣਾ। ਤੇ ਇਹਨਾਂ ਨੇ ਉੱਤੇ ਵੀ ਇੱਕ ਵਿਸ਼ਾ ਰੱਖ ਲਿਆ। ਦੂਸਰਾ, ਪਰਾਲੀ ਤੇ ਐਕਟ ਬਣ ਗਿਆ ਕੇਂਦਰ ਸਰਕਾਰ ਦਾ। ਉਹ ਐਕਟ ਦੇ ਤਹਿਤ ਪੈਸੇ ਮਿਲਦੇ ਆ, ਪੰਜਾਬ ਨੂੰ ਮਿਲੇ ਵੀ ਆ, ਉਹ ਖਰਚੇ ਨਹੀਂ। ਠੀਕ ਹੈ। ਸਮਾ ਕੇ ਉਹਦੀ ਚਰਚਾ ਹੋਣੀ ਚਾਹੀਦੀ ਸੀ ਵੀ ਉਹ ਪੈਸੇ ਦੀ ਦੁਰਵਰਤੋਂ ਕਿਉਂ ਹੋ ਰਹੀ ਆ, ਉਧਰ ਨੂੰ ਗਏ ਨਹੀਂ। ਇਹਨਾਂ ਨੇ ਰੱਖ ਲਿਆ ਆਪਰੇਸ਼ਨ ਲੋਟਸ ਵਿੱਚ ਲੁਕਵਾ ਕੇ, ਜਿੱਦਾਂ ਕੋਈ ਵੀ ਆਪਾਂ ਰੋਲ ਚੀਜ਼ ਕਰ ਦਈਦੀ ਆ, ਵਿਚਕਾਰ ਕੁਝ ਪਾ ਦਈਏ, ਕਵਰ ਚਾੜਦਾ ਹੋਵੇ। ਹਾਂ, ਕਵਰ ਉੱਪਰ ਹੋਰ ਕੁਝ ਕਰ ਦਿੱਤਾ, ਤੇ ਉਹਦੇ ਵਿੱਚ ਅੰਦਰ ਜਾ ਕੇ ਰੌਲਾ ਪਾਉਣ ਲੱਗ ਪਏ। ਅਸ਼ਵਨੀ ਜੀ ਨੇ ਉਦੋਂ ਕਿਹਾ ਵੀ ਤੁਸੀਂ ਮੁੱਦਿਆਂ ਤੇ ਲੜੋ। ਪੰਜਾਬ ਤੇ ਅੱਜ ਲੋੜ ਆ ਵੀ ਆਪਾਂ ਜਨਤਾ ਦੇ ਮੁੱਦਿਆਂ ਨੂੰ ਹੱਲ ਕਿੱਦਾਂ ਕਰ ਸਕਦੇ ਆ। ਇੱਥੋਂ ਪੰਜਾਬ 'ਚ ਨਸ਼ਾ ਕਿੱਦਾਂ, ਸਭ ਤੋਂ ਵੱਡਾ ਮੁੱਦਾ ਮੈਨੂੰ ਜੋ ਲੱਗ ਰਿਹਾ ਸੀ, ਪੰਜਾਬ 'ਚ ਆਏ ਦਿਨ ਮੌਤਾਂ ਹੋ ਰਹੀਆਂ ਨਸ਼ੇ ਨਾਲ। ਉਹਨੇ ਸਾਡੇ ਮਾੜੇ ਦਿਨਾਂ 'ਚ ਲੋਕ ਨਹੀਂ ਮਰੇ, ਜਿਹਨੂੰ ਅਸੀਂ ਕਾਲਾ ਦੌਰ ਕਹਿੰਦੇ ਆ ਚੱਲਿਆ, ਉਦੋਂ ਚਾਹੇ ਕੋਈ ਪੁਲਿਸ ਵੱਲੋਂ ਮਰਿਆ ਜਾਂ ਉੱਦਾਂ ਮਰਿਆ ਆਮ ਜਨਤਾ, ਉਹ ਬਹੁਤ ਜ਼ਿਆਦਾ ਨੁਕਸਾਨ ਹੋਇਆ। ਠੀਕ ਹੈ। ਤੇ ਉਹਦੇ ਵਿੱਚੋਂ ਕੱਢਣ ਲਈ ਉਹਨੇ ਲੋਕ ਨਹੀਂ ਅਸੀਂ ਗਏ, ਤੇ ਜਿੰਨੇ ਅੱਜ ਅਸੀਂ ਨਸ਼ੇ ਦੇ ਕਰਨ ਜਾ ਰਹੇ। ਅੱਛਾ ਜੀ, ਇੱਕ ਚੀਜ਼ ਮੈਨੂੰ ਦੱਸਿਓ, ਤੁਸੀਂ ਕਹਿੰਦੇ ਹੋ ਕਿ ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਕਿ ਅਸੀਂ ਆਹ ਲੈ ਕੇ ਦੇਵਾਂਗੇ, ਸਾਡੇ ਨਾਲ ਚੱਲ ਪੋ, ਤੇ ਉੱਥੇ ਤਾਂ ਅਗਲੇ ਕਹਿੰਦੇ ਸੀ ਕਿ ਸਾਡੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਬਣੋ ਫਿਰਦੇ, ਕੇਂਦਰ ਸਰਕਾਰ ਦੀ ਕੋਈ ਸੀਗੀ ਨੀਤੀ ਇਦਾਂ ਦੀ ਜਾਂ ਨਹੀਂ? ਸਾਡਾ ਸਵਾਲ ਆ। ਉਹਦੇ ਤੇ ਵੀ ਮਜ਼ਾਕ ਉੜਿਆ। ਅੱਛਾ ਜੀ। ਕੇਂਦਰ ਨੇ ਇਹੋ ਜਿਹੇ ਪ੍ਰਪੋਜ਼ਲ ਰੱਖੀ ਨਹੀਂ, ਬਲਕਿ ਕੇਂਦਰ ਨੇ ਲੈਟਰ ਲਿਖਣਾ ਪਿਆ ਮਜਬੂਰੀ 'ਚ। ਅੱਛਾ ਜੀ। ਵੀ ਤੁਹਾਨੂੰ ਕਿਹਨੇ ਸੁਪਨੇ 'ਚ ਆ ਕੇ ਕਹਿ ਦਿੱਤਾ, ਉਹਦਾ ਵੀ ਨਾਮ ਲੈ ਦਿਓ। ਅੱਛਾ ਜੀ। ਜਾਨੀ ਕੋਈ ਗੱਲ ਨਹੀਂ ਸੀ ਇਦਾਂ, ਕੋਈ ਹੈ ਹੀ ਨਹੀਂ ਸੀ ਗੱਲ। ਵੀ ਤੁਸੀਂ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਲਈ ਯਾਰ ਕਿੱਧਰ ਨੂੰ ਤੁਰੇ ਆ। ਵੀ ਤੁਸੀਂ ਜਾਣਬੁੱਝ ਕੇ ਚਾਹੁੰਦੇ ਵੀ ਪੰਜਾਬ 'ਚ ਇੱਕ ਵੀ ਅਸੀਂ ਆਵਾਜ਼ ਬਣਾ ਦਈਏ ਵੀ ਪੰਜਾਬੀਆਂ ਦੇ ਪ੍ਰਤੀ ਵੀ ਇਹ ਜੀ ਵੀ ਜਿਹੜੇ ਮਾੜੇ ਲੋਕ ਆ, ਵੀ ਤੁਸੀਂ ਕੀ ਲਾਇਆ ਰੌਲਾ। ਇਹ ਤੁਸੀਂ ਗਰੰਟੀ ਲੈਂਦੇ ਹੋ ਇਸ ਗੱਲ ਦੀ? 100% ਉਹਨਾਂ ਨੇ ਔਨ ਰਿਕਾਰਡ ਆ ਬਾਅਦ 'ਚ। ਠੀਕ ਹੈ ਜੀ। ਬਲਕਿ ਝਾੜ ਪਈ ਉਦਣ ਰਾਜ ਸਭਾ 'ਚ, ਜਦੋਂ ਇਹਨਾਂ ਨੇ ਰਾਜ ਸਭਾ ਮੈਂਬਰ ਜਿਹੜਾ ਮੁੰਡਾ ਮਾਡਲਿੰਗ ਕਰਦਾ, ਇਹਨਾਂ ਦਾ ਇੰਚਾਰਜ ਆ ਰਾਘਵ ਚੱਡਾ ਜੀ। ਠੀਕ ਹੈ। ਹਾਂ, ਉਹ ਰਾਘਵ ਚੱਡਾ ਜੀ ਨੇ ਸਵਾਲ ਲਾਤਾ, ਤੇ ਉਹਨਾਂ ਨੇ ਝਾੜ ਪਾਈ ਵੀ ਇਹ ਸਵਾਲ ਬਣਦਾ ਹੀ ਨਹੀਂ, ਤੇ ਉਲਟ ਸਾਨੂੰ ਦੱਸੋ ਸਹੀ। ਅਸੀਂ ਸਰਕਾਰ ਨੂੰ ਪੁੱਛਿਆ ਵੀ ਤੁਸੀਂ ਇਹ ਕਿਸ ਤਰ੍ਹਾਂ ਵਿਧਾਨ ਸਭਾ, ਤੁਸੀਂ ਗੱਲ ਕੀਤੀ ਜਦੋਂ ਰੌਲਾ ਰੱਪਾ? ਬਿਲਕੁਲ ਬਿਲਕੁਲ ਬਿਲਕੁਲ। ਉਹ ਤੁਸੀਂ ਇੱਕ ਸ਼ਾਇਦ ਤੁਹਾਡੇ ਚੈਨਲ ਨੇ ਦਿਖਾਈ, ਉਹ ਇੱਕ ਵੀਡੀਓ ਆ ਵੀ ਜਿਹੜੀ ਉਹ 'ਚ ਸਾਡੇ ਅਸ਼ਵਨੀ ਸ਼ਰਮਾ ਜੀ, ਕਿਉਂਕਿ ਵਿਧਾਇਕ ਵੀ ਆ, ਉਹ ਸੈਸ਼ਨ ਦੇ ਵਿੱਚ ਸੀ, ਉਹਨਾਂ ਨੇ ਰੌਲਾ ਪਾਇਆ ਵੀ ਇਹ ਕਿੱਧਰ ਨੂੰ ਤੁਰੇ ਤੁਸੀਂ। ਠੀਕ ਹੈ ਜੀ। ਵੀ ਸਾਨੂੰ ਦਿਓਗੇ ਲੈਟਰ ਹੈਗੀ ਤੁਹਾਡੇ ਕੋਲ ਜਾਂ ਕੋਈ ਪ੍ਰੂਫ ਹੈਗਾ, ਅਸੀਂ ਕੇਂਦਰ ਨਾਲ ਗੱਲ ਕਰਦੇ। ਪੰਜਾਬ ਆ ਚੰਡੀਗੜ੍ਹ ਦਾ ਜਿਹੜਾ ਹਿੱਸਾ ਉਹ ਸਾਡਾ ਆ। ਪੰਜਾਬ ਭਾਜਪਾ ਹਮੇਸ਼ਾ ਮੰਨਦੀ ਆ ਵੀ ਇਹ ਸਾਡਾ ਆ, ਪਾਣੀ ਸਾਡਾ ਆ, ਇਸ ਲਈ ਅਸੀਂ ਨਹੀਂ ਉਹਨੂੰ ਛੱਡਣ ਨੂੰ ਤਿਆਰ। ਅਸੀਂ ਪੰਜਾਬੀ ਪਹਿਲਾਂ ਜੀ, ਅਸੀਂ ਰਾਜਨੀਤਿਕ ਤੌਰ ਤੇ ਇੱਕ ਪਾਰਟੀ ਦੇ ਮੈਂਬਰ ਜ਼ਰੂਰ ਆ, ਪਰ ਪਹਿਲਾਂ ਪੰਜਾਬੀ ਆ, ਪਹਿਲਾਂ ਪੰਜਾਬ ਦੀ ਗੱਲ ਕਰਾਂਗੇ। ਅੱਛਾ ਜੀ, ਅਸੀਂ ਇੱਕ ਚੀਜ਼ ਮੈਨੂੰ ਹੋਰ ਦੱਸੋ, ਤੁਸੀਂ ਕਿਹਾ ਜੀ ਕਿ ਅਸੀਂ ਨਾਲ ਜਾ ਕੇ ਸਾਰੇ ਕੰਮ ਕਰਾ ਕੇ ਲਿਆਵਾਂਗੇ, ਕਰੀ ਸਾਡੀ ਸਰਕਾਰ ਬਣ ਜਾਵੇ, ਕੇਂਦਰ ਤੋਂ ਆਹ ਚੀਜ਼ਾਂ ਲੈ ਕੇ ਆਉਣੀਆਂ, ਸ਼ਪਥ ਪੱਤਰ ਜਾਰੀ ਕੀਤਾ, ਤੁਸੀਂ ਚਾਹੇ ਉਦੋਂ ਕਮਿਸ਼ਨ 'ਚ ਸੀ, ਪਰ 2014 ਦੇ ਵਿੱਚ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣਦੇ ਆ, 2014 ਦੇ ਵਿੱਚ ਇੱਥੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਮੁੱਖ ਮੰਤਰੀ ਸਨ, ਤੁਹਾਡੀ ਪਾਰਟੀ ਦੇ ਬੰਦੇ ਜਿਹੜੇ ਆ ਉਹ ਨਾਲ ਕੈਬਨਿਟ ਦੇ ਵਿੱਚ ਸਨ, ਸਰਕਾਰ ਮੁੜ ਕੇ ਹਰਿਆਣੇ ਦੇ ਵਿੱਚ ਵੀ ਆਪਣੀ ਆ ਗਈ, ਜਾਣੀ ਸਾਰੇ ਪਾਸੇ ਭਾਰਤੀ ਜਨਤਾ ਪਾਰਟੀ ਸੀ। ਜਿਹੜਾ ਕੋਈ ਪੰਜਾਬ ਦਾ ਮੁੱਦਾ ਸੀਗਾ, ਜਾਣੀ ਕਹਿਣ ਦਾ ਭਾਵ ਆ ਪੰਜਾਬ ਨੂੰ ਕੁਝ ਲੈ ਕੇ ਦੇਣਾ ਸੀ, ਹੁਣ ਤਾਂ ਚਲੋ ਇਹ ਕਹਿੰਦੇ ਹੋ ਸਾਡੇ ਨਾਲ ਚਲੋ, ਉਦੋਂ ਕਿਉਂ ਨਾ ਕਰ ਸਕੇ? ਉਦੋਂ ਬਿਲਕੁਲ ਤੁਹਾਡੀ ਗੱਲ, ਇਹ ਗੱਲ ਨਾਲ ਸਹਿਮਤ ਮੈਂ ਜੀ, ਵੀ ਉਦੋਂ ਦੋਨੇ ਪਾਸੇ ਸਰਕਾਰਾਂ, ਪਰ ਇਹ ਵੀ ਮੰਨ ਕੇ ਚਲੋ ਅਕਾਲੀ ਦਲ ਸਾਡੀ ਪਾਰਟੀ ਨਹੀਂ ਸੀ। ਅਕਾਲੀ ਦਲ ਜਾਣੀ ਉਹ ਨਹੀਂ ਸੀ ਚਾਹੁੰਦੇ ਸੀ, ਇਹ ਹੁਣ ਕਿਤੇ ਨਾ ਕਿਤੇ ਅਕਾਲੀ ਦਲ ਦੇ ਮਨ 'ਚ ਰਹਿੰਦਾ ਸੀ ਵੀ ਭਾਜਪਾ ਲੋਕਾਂ ਦੇ ਮਨ 'ਚ ਜਾਂ ਪਿੰਡਾਂ 'ਚ ਨਾ ਜਾਵੇ। ਅੱਛਾ ਜੀ। ਇਹ ਕਿਤੇ ਨਾ ਕਿਤੇ ਤਾਂ ਉਹਨਾਂ ਨੂੰ ਫਿਕਰ ਰਹਿੰਦਾ ਸੀ,
ਤੇ ਸਾਡਾ ਦੂਜੀਆਂ ਪਾਰਟੀਆਂ ਤੇ ਵੀ ਆਮ ਤੌਰ ਤੇ ਤੁਹਾਨੂੰ ਯਾਦ ਹੋਣਾ ਵੀ ਭਾਰਤੀ ਜਨਤਾ ਪਾਰਟੀ ਨੇ ਇੱਕ ਵਾਰੀ ਜ਼ਿਲ੍ਹਾ ਪਰਿਸ਼ਦ ਬਲਾਕ ਸਮਿਤੀ ਇਲੈਕਸ਼ਨ ਲੜ ਲਈਆਂ ਸੀ। ਠੀਕ ਹੈ ਜੀ। ਤੇ ਸਾਡੀਆਂ ਐਮਐਲਏ ਦੀ ਗੱਡੀਆਂ ਤੋੜਤੀਆਂ ਸੀ ਜੀ। ਉਹ ਕਾਂਗਰਸ ਨੇ ਜਾਂ ਹੋਰ ਕਿਸੇ ਪਾਰਟੀ ਨੇ ਨਹੀਂ ਤੋੜੀਆਂ ਸੀ, ਹਾਂ। ਉਹ ਇਹਨਾਂ ਨੇ ਤੋੜਤੀਆਂ ਠੀਕ ਸੀ। ਹੈ ਉਹ ਵੀ ਇਹਨਾਂ ਦੇ ਕੁਝ ਲੀਡਰਾਂ ਨੇ। ਪੰਜਾਬੀ ਤਾਂ ਉਹ ਅਕਾਲੀ ਦਲ ਦਾ ਮੈਂਬਰ ਵੀ ਹੋ ਸਕਦਾ, ਪੰਜਾਬੀ ਉਹ ਭਾਜਪਾ ਦਾ ਵੀ ਹੋ ਸਕਦਾ, ਉਹ ਕਾਂਗਰਸ ਦਾ ਵੀ ਹੋ ਸਕਦਾ, ਉਹ ਬੀਐਸਪੀ ਦਾ ਵੀ ਮੈਂਬਰ ਹੋ ਸਕਦਾ, ਉਹ ਸ਼ਿਵ ਸੈਨਾ ਦਾ ਮੈਂਬਰ ਵੀ ਹੋ ਸਕਦਾ। ਪੰਜਾਬੀ ਨੂੰ ਪਾਰਟੀ ਨਾਲ ਕੋਈ ਮਤਲਬ ਨਹੀਂ, ਪੰਜਾਬੀ ਤਾਂ ਕਿਤੇ ਪਾਸੇ ਵੀ ਜਾ ਸਕਦਾ। ਜੀ। ਇਸ ਲਈ ਉਹ ਮਸਲਿਆਂ ਤੇ ਚਰਚਾ ਕਰਨਾ ਨਹੀਂ ਚਾਹੁੰਦੇ ਸੀ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਭਾਜਪਾ ਅੱਗੇ ਨਾ ਆ ਜਾਵੇ। ਜਦੋਂ ਵੀ ਕਿਤੇ ਕੋਈ ਗੁਰੂ ਘਰ ਦੀ ਗੱਲ ਹੁੰਦੀ ਸੀ ਜਾਂ ਪੰਜਾਬੀ ਮਸਲੇ ਤੇ ਗੱਲ ਹੁੰਦੀ ਸੀ, ਉਹ ਇੱਕਦਮ ਅੱਗੇ ਆ ਖੜ ਜਾਂਦੇ ਸੀ। ਠੀਕ ਹੈ। ਸਾਨੂੰ ਵੀ ਲੱਗਦਾ ਸੀ ਵੀ ਸਾਡਾ ਇੱਕ ਗੱਠਜੋੜ ਆ, ਸਾਡਾ ਧਰਮ ਬਣਦਾ ਰਾਜਨੀਤਿਕ ਧਰਮ ਆ, ਵੀ ਇਹਨਾਂ ਨੂੰ ਅਸੀਂ ਅੱਗੇ ਰੱਖੀਏ। ਉਹ ਮਜਬੂਰੀ ਹੁੰਦੇ ਹੋਏ ਵੀ ਅਸੀਂ ਕਹਿ ਰਹੀ ਚੁੱਪ ਰਹਿਣਾ ਪੈਂਦਾ, ਚੁੱਪ ਰਹਿਣਾ ਪੈਂਦਾ। ਪਰ ਰਜੇਸ਼ ਭਾਈ ਜੀ, ਤੁਸੀਂ ਇਹ ਤਾਂ ਤੁਸੀਂ ਕਹਿੰਦੇ ਹੋ ਨਾ, ਅਗਲੇ ਤਾਂ ਕਹਿੰਦੇ ਆ ਵੀ ਅਸੀਂ ਤਾਂ ਤਿਆਗ ਹੀ ਪੰਜਾਬ ਦੇ ਲਈ ਸਭ ਤੋਂ ਵੱਡਾ ਕੀਤਾ, ਅਸੀਂ ਮੰਤਰੀ ਦਾ ਅਹੁਦਾ ਛੱਡਿਆ, ਭਾਜਪਾ ਨੇ ਕੇਂਦਰ ਸਰਕਾਰ ਨੇ ਸਾਡੇ ਨਾਲ ਧੋਖਾ ਕੀਤਾ, ਸਾਨੂੰ ਦੱਸਿਆ ਹੀ ਨਹੀਂ, ਸਾਨੂੰ ਕਹਿੰਦੇ ਸੀ ਉਹ 3 ਬਿੱਲ ਲਿਆਉਣੇ ਹੀ ਨਹੀਂ, ਅਸੀਂ ਤਾਂ ਗੱਠਜੋੜ ਵੀ ਤੋੜ ਦਿੱਤਾ, ਅਸੀਂ ਸਰਕਾਰ ਚੋਂ ਬਾਹਰ ਆ ਗਏ। ਉਹਦਾ ਤਾਂ ਉਹ ਕਹਿੰਦੇ ਕੁਰਬਾਨੀ ਕੀਤੀ, ਉਹ ਤੁਹਾਡੇ ਤੇ ਦੋਸ਼ ਲਾਉਂਦੇ ਆ ਕਿ ਭਾਈ ਸਾਨੂੰ ਪਹਿਲਾਂ ਦੱਸਿਆ ਹੀ ਨਹੀਂ ਸੀਗਾ। ਮੈਂ ਇਹ ਵੀ ਗੱਲ ਉਹਨਾਂ ਦੀ ਮੰਨਦਾ, ਤਾਂਹੀਓ ਤੇ ਸੰਗਰੂਰ ਚੌਥੇ ਨੰਬਰ ਤੇ ਵਿਚਾਰੇ ਚਲੇ ਗਏ। ਜੇ ਇਹੋ ਜਿਹੀ ਗੱਲ ਹੁੰਦੀ ਤੇ ਲੋਕ ਹੀ ਇਨਸਾਫ ਦਿੰਦੇ ਸਾਨੂੰ ਸਮਾ ਕੇ। ਜਿੰਨੋਂ ਮੈਂ ਸੰਗਰੂਰ ਇਲੈਕਸ਼ਨ ਦੀ ਤੁਹਾਨੂੰ ਦੱਸਦਾ ਗੱਲ, ਵੀ ਅਸੀਂ ਪਿੰਡਾਂ 'ਚ ਗਏ, ਬਹੁਤ ਸਾਰੇ ਸੱਥਾਂ 'ਚ ਜਾ ਕੇ ਬੈਠੇ। ਠੀਕ ਹੈ। ਵੀ ਅਸੀਂ ਸਾਡੀਆਂ ਵੀਡੀਓ ਵੀ ਉਦੋਂ ਸੱਥਾਂ ਵਾਲੀਆਂ ਚੱਲੀਆਂ। ਤੇ ਅਸੀਂ ਜਦੋਂ ਪਿੰਡਾਂ 'ਚ ਗਏ, ਕਿਉਂਕਿ ਅਸ਼ਵਨੀ ਸ਼ਰਮਾ ਜੀ ਬਿਲਕੁਲ ਮਾਝੇ ਦੇ ਉਸ ਏਰੀਏ 'ਚੋਂ ਜਿਹੜਾ ਪਠਾਨਕੋਟ ਮਾਝੇ 'ਚ ਪੈਂਦਾ, ਪਰ ਉਹ ਥੋੜਾ ਜਿਹਾ ਕਹਿ ਸਕਦੇ ਵੀ ਬਾਰਡਰ ਤੇ ਹੋਣ ਦੇ ਕਾਰਨ ਹਿਮਾਚਲੀ ਜਾਂ ਜੰਮੂ ਵਾਲਾ ਹਿੱਸਾ ਲੱਗ ਜਾਂਦਾ। ਠੀਕ ਹੈ। ਤੇ ਉਹਨਾਂ ਦਾ ਟੱਚ ਜਿਹੜਾ ਉਹ ਸੰਗਰੂਰ ਵਾਲੇ ਟੱਚ ਨਾਲੋਂ ਫਰਕ ਆ। ਨਾਲੇ ਜਲੰਧਰੀਏ ਫਿਰ ਦੁਆਬੀਏ ਜਿਹੜੇ ਆ ਉਹ ਮਾਲਵਈ ਨੂੰ ਵੀ ਸਮਝ ਲੈਂਦੇ ਆ ਤੇ ਮਾਝੇ ਵਾਲੇ ਨੂੰ ਵੀ ਸਮਝ ਲੈਂਦੇ ਆ। ਤੇ ਉਹ ਜਦੋਂ ਅਸੀਂ ਉੱਧਰ ਗਏ ਸੀ ਤੇ ਪਿੰਡਾਂ ਜਾਣ ਦਾ ਮੌਕਾ ਮਿਲਿਆ, ਤੇ ਬਹੁਤ ਸਾਰੇ ਲੋਕ ਅਕਾਲੀ ਦਲ ਨੂੰ ਤੇ ਹਲੇ ਚਾਹ ਪਾਣੀ ਪਿਲਾਉਣ ਤੋਂ ਡਰਦੇ ਸੀ ਜੀ, ਤੇ ਭਾਜਪਾ ਵਾਲਿਆਂ ਨੂੰ ਉਹ ਚਾਹ ਵੀ ਪਿਲਾਉਂਦੇ, ਗੱਲ ਵੀ ਕਰਦੇ, ਸਾਡੇ ਤੇ ਗੁੱਸਾ ਵੀ ਕੱਢਦੇ ਸੀ। ਅੱਛਾ, ਵੀ ਨਾਰਾਜ਼ਗੀ ਕਰ ਦਿੰਦੇ। ਉਹ ਕਹਿੰਦੇ ਵੀ ਤੁਸੀਂ ਗਲਤ ਕੀਤਾ, ਵੀ ਜੇ ਇਹ ਵੀ ਅਸੀਂ ਚਾਹੁੰਦੇ ਸੀ ਅਕਾਲੀ ਦਲ ਛੱਡ ਕੇ ਤੁਸੀਂ ਸਾਡੇ ਨਾਲ ਆਓ, ਪਰ ਜਿਨ੍ਹਾਂ ਹਾਲਾਤਾਂ 'ਚ ਤੁਸੀਂ ਅਕਾਲੀ ਦਲ ਛੱਡਿਆ ਉਹਦੇ ਕਾਰਨ ਸਾਨੂੰ ਥੋੜਾ ਜਿਹਾ ਨਾਰਾਜ਼ਗੀ ਸੀ ਵੀ ਤੁਸੀਂ ਉਹ ਇੰਨਾ ਲੰਬਾ ਸਮਾਂ ਲਿਆ। ਅੱਛਾ, ਜਾਨੀ ਇਹ ਮੰਨਦੇ ਹੋ ਕਿ ਨਾਰਾਜ਼ ਸੀ ਲੋਕ ਸੀ? ਹਾਂ, ਬਿਲਕੁਲ। ਪਰ ਜਿੱਦਾਂ ਕਈਆਂ ਨੇ ਸਾਨੂੰ ਚਾਹ ਪਿਲਾਈ, ਦੁੱਧ ਪਿਲਾਇਆ, ਪਿੰਡਾਂ 'ਚ ਸਵਾਗਤ ਹੋਇਆ, ਤੇ ਉਹ ਸਾਡਾ ਵੋਟ ਬੈਂਕ ਜਿਹੜਾ ਵਧਿਆ ਉੱਥੇ ਜੀ, ਉਦੋਂ ਸਾਨੂੰ 28,000 ਵੋਟ ਉਸ ਏਰੀਏ 'ਚ ਭਾਜਪਾ ਦੇ ਸਿੰਬਲ ਤੇ ਪਿਆ। ਠੀਕ ਹੈ ਜੀ। ਇਸ ਵਾਰੀ ਸਾਨੂੰ 65,000 ਵੋਟ ਪਿਆ। ਠੀਕ ਹੈ ਜੀ। ਤੇ ਅੱਛਾ, ਉਹ ਪਹਿਲਾਂ 28,000 ਸੀ? ਹਾਂ, ਸਿੰਬਲ ਦਾ ਵੋਟ ਜਿਹੜਾ 17 'ਚ ਪਿਆ, ਸਾਡਾ ਵੋਟ ਘੱਟ ਸੀ ਉੱਥੇ, ਬਹੁਤ ਥੋੜਾ ਵੋਟ ਪਿਆ। ਪਰ ਇਸ ਵਾਰੀ ਵੋਟ ਸਾਡਾ ਅਕਾਲੀ ਦਲ ਤੋਂ ਅੱਗੇ ਗਿਆ ਜੀ, ਤੇ ਬਲਕਿ ਚਾਹੀਦਾ ਸਾਨੂੰ ਕੱਟਣਾ, ਤੇ ਉਹ ਵਧਿਆ ਜੇ ਅਸੀਂ ਸਿੰਬਲ ਦੇ ਪੂਰਾ ਉੱਪਰ ਦੇਖਿਆ। ਤੇ ਉਸ ਨਜ਼ਰੀਏ ਨਾਲ ਤਾਂ ਅਸੀਂ ਤੀਜੇ ਨੰਬਰ ਤੇ ਚਲ ਗਏ, ਅਕਾਲੀ ਦਲ ਚੌਥੇ ਤੇ ਗਿਆ। ਠੀਕ ਹੈ। ਤੇ ਜੇ ਉਹ ਅਕਾਲੀ ਦਲ ਦਾ ਆਪ ਹੀ ਜਵਾਬ ਆ, ਸਾਨੂੰ ਉੱਚ ਬੋਲਣ ਦੀ ਲੋੜ ਹੀ ਨਹੀਂ, ਲੋਕ ਜਵਾਬ ਦਿੰਦੇ ਆ ਲੋਕਤੰਤਰ ਦੇ ਵਿੱਚ, ਪਾਰਟੀਆਂ ਨਹੀਂ ਨਾ। ਜੇ ਅਸੀਂ ਗਲਤ ਹੋਵਾਂਗੇ ਤੇ ਲੋਕ ਹਲੇ ਸਾਨੂੰ ਸੁਧਰਨਾ ਪਊਗਾ। ਉਹ ਕਹਿੰਦੇ ਆ ਕਿ ਸਾਨੂੰ ਦੱਸਿਆ ਨਹੀਂ ਗਿਆ, ਸਾਨੂੰ ਧੋਖੇ 'ਚ ਰੱਖਿਆ, ਸਾਨੂੰ ਹਨੇਰੇ 'ਚ ਰੱਖਿਆ। ਤੁਸੀਂ ਆਪਦੀ ਪਾਰਟੀ ਨਾਲ ਗੱਲ ਕੀਤੀ ਹੋਊਗੀ ਪੰਜਾਬ ਦੀ ਲੀਡਰਸ਼ਿਪ ਨੇ ਕਿ ਭਾਈ ਉਹ ਕੀ ਕਹਿੰਦੇ, ਦੱਸਿਆ ਸੀ ਇਹਨਾਂ ਨੂੰ ਪਤਾ ਹੀ ਸਾਰਾ ਕੁਝ ਕਾਨੂੰਨਾਂ ਦਾ? ਮੈਂ ਤੇ ਪਹਿਲਾਂ ਕਿਹਾ ਵੀ ਜੇ ਧੋਖੇ 'ਚੋਂ ਰੱਖਿਆ ਹੁੰਦਾ ਲੋਕ ਇਹਨਾਂ ਨੂੰ ਵੋਟ ਜ਼ਿਆਦਾ ਪਾਉਂਦੇ, ਕਹਿੰਦੇ ਲੋਕ ਇੰਨੇ ਬੇਵਕੂਫ ਨਹੀਂ ਜਿੰਨੇ ਸੋਚਦੇ ਆ। ਅੱਜ ਕੱਲ ਤੇ ਸੋਸ਼ਲ ਮੀਡੀਆ ਤੁਸੀਂ ਨੈਟ ਤੇ ਸਰਚ ਕਰ ਲਓ ਵੀ ਬਿਆਨ ਕੀ ਹੈ, ਕਿਹੜੇ ਕੀ ਦਿੱਤੇ ਆ। ਜਿਹੜੇ ਸਾਡੇ ਲੀਡਰ ਨੇ ਵੀ ਕੱਲ ਦਿੱਤੇ ਆ ਉਹ ਵੀ ਪਾਰਟੀ ਨੂੰ ਪਤਾ, ਲੋਕਾਂ ਨੂੰ ਪਤਾ, ਜਿਹੜੇ ਇਹਨਾਂ ਨੇ ਦਿੱਤੇ ਉਹ ਵੀ ਪਤਾ। ਠੀਕ ਹੈ। ਇਹਨਾਂ ਦਾ ਪੂਰਾ ਜ਼ੋਰ ਲੱਗਾ ਪਹਿਲਾਂ ਵੀ ਅਸੀਂ ਚੱਲੀਏ ਜੀ, ਕਿਉਂਕਿ ਕੈਬਨਿਟ ਮੰਤਰੀ ਚੋਂ ਨਿਕਲਣ ਲਈ ਦਿਲ ਨਹੀਂ ਕਰਦਾ। ਠੀਕ ਹੈ ਜੀ। ਉਹ ਫਿਰ ਕਿਹਨਾਂ ਹਾਲਾਤਾਂ 'ਚ ਨਿਕਲੇ ਆ ਜੀ, ਉਹ ਭਾਰਤੀ ਜਨਤਾ ਪਾਰਟੀ ਨੂੰ ਉਸ ਟਾਈਮ ਤੇ ਛੱਡ ਕੇ ਗਏ ਜਦੋਂ ਭਾਰਤੀ ਜਨਤਾ ਪਾਰਟੀ ਬਹੁਤ ਛੋਟੀ ਪੰਜਾਬ 'ਚ ਪਾਰਟੀ ਸੀ। ਹਾਂ, 22 ਦੀ ਇਲੈਕਸ਼ਨ ਤੋਂ ਬਾਅਦ ਸਾਡਾ ਕੱਦ ਥੋੜਾ ਵੱਡਿਆ, ਤੇ ਬਹੁਤ ਸਾਰੇ ਲੀਡਰ ਸਾਨੂੰ ਜੁਆਇਨ ਕੀਤੇ, ਆਮ ਲੋਕ। ਹੁਣ ਤੇ ਇਸ ਗੱਲ ਤੇ ਵੀ ਕਈ ਵਾਰ ਚੰਗਾ ਲੱਗਦਾ ਵੀ ਆਮ ਲੋਕ ਸਾਡੇ ਨਾਲ ਜੁੜ ਰਹੇ ਆ। ਠੀਕ ਹੈ। ਇੱਕ ਵੀ ਸਾਨੂੰ ਚੰਗਾ ਸ਼ੁਭ ਸੰਕੇਤ, ਜਾਂ ਕਹਿ ਦੋ ਵੀ ਸਾਡੇ ਤੇ ਮਹਾਰਾਜ ਦੀ ਕਿਰਪਾ ਆ ਵੀ ਭਾਰਤੀ ਜਨਤਾ ਪਾਰਟੀ ਵੱਧ ਰਹੀ ਆ। ਕਈ ਵਾਰੀ ਰੌਲਾ ਇਹ ਪੈਂਦਾ ਜੀ, ਘੱਟ ਗਿਣਤੀਆਂ ਨੂੰ ਖਤਰਾ ਪੈਦਾ ਹੋ ਜਾਣਾ ਜੀ, ਆਹ ਕੁਛ ਹੋ ਜਾਣਾ, ਤੁਸੀਂ ਤਾਂ ਅੰਦਰ ਰਹਿੰਦੇ ਹੋ, ਅਸੀਂ ਤਾਂ ਤੁਹਾਡੇ ਕੋਲੋਂ ਹੀ ਪੁੱਛਣਾ ਕਿ ਪੰਜਾਬ ਦੇ ਵਿੱਚ ਜੇ ਭਾਰਤੀ ਜਨਤਾ ਪਾਰਟੀ ਅੱਗੇ ਵੱਧਦੀ ਆ, ਘੱਟ ਗਿਣਤੀ ਨੂੰ ਨੁਕਸਾਨ ਖਤਰਾ ਹੈ? ਕਿਉਂਕਿ ਪਿਛਲੇ ਸਮੇਂ 'ਚ ਵੱਡੇ ਦੋਸ਼ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰਾਂ ਨੇ ਲਾਏ ਆ। ਸੋਚ ਕੀ ਹੈ? ਦੇਖੋ, ਮੈਨੂੰ ਲੱਗਦਾ ਜਿਹੜੀ ਆਪਾਂ ਪਹਿਲਾਂ ਵੀ ਗੱਲ ਕੀਤੀ, ਲੋਕਤੰਤਰ ਦੇ ਵਿੱਚ ਤੁਸੀਂ ਕਿਸੇ ਨੂੰ ਦਬਾ ਨਹੀਂ ਸਕਦੇ। ਠੀਕ ਹੈ। ਇਸ ਲਈ ਚਾਹੇ ਕਾਂਗਰਸ ਆ, ਚਾਹੇ ਭਾਜਪਾ ਆ ਜੀ, ਜਾਂ ਅਕਾਲੀ ਦਲ ਆ, ਉਹ ਕੋਈ ਵੀ ਕਿਸੇ ਨੂੰ ਦਬਾ ਨਹੀਂ ਸਕਦਾ, ਨਾ ਘੱਟ ਗਿਣਤੀ ਨੂੰ, ਨਾ ਸ਼ਡਿਊਲ ਕਾਸਟਾਂ ਨੂੰ, ਨਾ ਐਸਟੀ ਨੂੰ।
ਬਲਕਿ ਉਹਦਾ ਮਾਨ ਸਨਮਾਨ ਦੇਣਾ ਪਊਗਾ, ਤਾਂ ਲੋਕ ਉਹਦੇ ਨਾਲ ਚੱਲਣਗੇ, ਤਾਂ ਉਹਦਾ ਵੋਟ ਵਧੂਗਾ ਜੀ। ਹੁਣ ਭਾਰਤੀ ਜਨਤਾ ਪਾਰਟੀ ਨੇ ਚਾਹੇ ਸ਼ਡਿਊਲ ਟ੍ਰਾਈਬ ਆ ਜੀ, ਪੰਜਾਬ 'ਚ ਘੱਟ ਆ, ਪਰ ਉਹਨਾਂ ਦਾ ਇੱਕ ਰਾਸ਼ਟਰਪਤੀ ਬਣਾ ਕੇ ਜੀ, ਵੀ ਪਹਿਲੀ ਵਾਰੀ ਆ ਸ਼ਡਿਊਲ ਟ੍ਰਾਈਬ ਦ੍ਰੋਪਦੀ ਮੁਰਮੂ ਸਾਡੇ ਦੇਸ਼ ਦੇ ਰਾਸ਼ਟਰਪਤੀ ਆ। ਹੁਣ ਉਹੋ ਜਿਹੀ ਇੱਕ ਔਰਤ ਨੂੰ ਪੜ੍ਹੀ ਲਿਖੀ ਆ, ਪ੍ਰੋਫੈਸਰ ਰਹੇ ਆ, ਬਲਕਿ ਬਹੁਤ ਗਰੀਬ ਪਰਿਵਾਰ, ਬੜਾ ਹੀ ਗਰੀਬ, ਜਿਹਦੇ ਬੇਟੇ ਗਰੀਬੀ ਦੇ ਕਾਰਨ ਮਰ ਗਏ, ਇਸ ਵੇਲੇ ਬੇਟੀ ਆ ਉਹਨਾਂ ਦੀ। ਤੇ ਮੈਂ ਉਹਨਾਂ ਨੂੰ, ਮੈਨੂੰ ਇਸ ਗੱਲ ਦਾ ਮਾਣ ਆ ਕਿ ਅਸੀਂ ਡਾਕਟਰ ਅੰਬੇਡਕਰ ਜੀ ਦੇ ਇੰਟਰਨੈਸ਼ਨਲ ਸੈਮੀਨਾਰ ਕੀਤੇ ਸੀ, 6 ਸੈਮੀਨਾਰ, ਉਹ 'ਚ ਇੱਕ ਸੈਮੀਨਾਰ ਵੂਮਨ ਇੰਪਾਵਰਮੈਂਟ ਤੇ ਸੀ ਪਟਿਆਲਾ ਯੂਨੀਵਰਸਿਟੀ 'ਚ। ਠੀਕ ਹੈ। ਉਹ 'ਚ ਚੀਫ ਗੈਸਟ ਸੀ ਦ੍ਰੋਪਦੀ ਮੁਰਮੂ ਜੀ। ਹਾਂ, ਠੀਕ ਹੈ ਜੀ। ਤੇ ਸਾਨੂੰ ਨਹੀਂ ਪਤਾ ਸੀ ਵੀ ਇਹ ਰਾਸ਼ਟਰਪਤੀ ਬਣ ਗਏ। ਠੀਕ ਹੈ। ਤੇ ਪਰ ਮੈਂ ਸੋਚਦਾ ਹੁੰਦਾ ਵੀ ਇਹ ਲੋਕਤੰਤਰ ਦੀ ਖੂਬਸੂਰਤੀ ਆ। ਜੇ ਤੁਸੀਂ ਕਿਸੇ ਸਮਾਜ ਨੂੰ ਲੈਣਾ ਤੇ ਤੁਹਾਨੂੰ ਉਹਦੀ ਗੱਲ ਰੱਖਣੀ ਪਊਗੀ, ਉਹਨੂੰ ਦਬਾ ਕੇ ਨਹੀਂ ਨਾਲ ਲੈ ਕੇ ਜਾ ਸਕਦੇ। ਦਬਾ ਨਾਲ ਤੁਹਾਡੀ ਵੋਟ ਘਟੂਗੀ ਜਾਂ ਵਿਰੋਧ ਹੋਊਗਾ। ਇਹ ਤੇ ਗੱਲ ਮਨ ਚੋਂ ਕੱਢ ਦੇਣੀ ਚਾਹੀਦੀ ਵੀ ਤੁਹਾਨੂੰ ਦਬਾਉਣਗੇ। ਜੀ, ਸਮਾ ਕੇ ਡਾਇਲੋਗ ਕਰਨਾ ਚਾਹੀਦਾ। ਲੋਕਤੰਤਰ ਜਿੰਨਾ ਡਾਇਲੋਗ ਕਿਸੇ ਦਾ ਚੰਗਾ ਹੋ ਜਾਊਗਾ, ਓਨਾ ਹੀ ਉਹ ਆਪਣਾ ਹੱਕ ਲੈ ਲੂਗਾ। ਅੱਛਾ ਰਾਜੇਸ਼ ਬਾਘਾ ਜੀ, ਕਦੇ ਕਿਉਂਕਿ ਆਮ ਤੌਰ ਤੇ ਹੁੰਦਾ ਜੀ, ਆਮ ਲੋਕਾਂ ਦੀਆਂ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਕੀ ਪਤਾ ਸਮੱਸਿਆਵਾਂ ਪੰਜਾਬ ਦੇ, ਪਿੰਡਾਂ ਦਾ ਕਲਚਰ ਕੀ ਪਤਾ, ਸ਼ਹਿਰ ਦੇ ਵਿੱਚ ਕੀ ਹੁੰਦਾ, ਅਸੀਂ ਕਿਹੜੀ ਸਮੱਸਿਆ, ਕਦੇ ਦਾਣੇ ਬੋਰੇ 'ਚ ਪਾ ਕੇ ਸਾਈਕਲ ਜਾਂ ਸਕੂਟਰ ਤੇ ਰੱਖ ਕੇ ਕਦੇ ਚੱਕੀ ਨੂੰ ਗਏ ਹੋ ਅੱਜ ਤੱਕ? ਬਹੁਤ ਵਾਰੀ, ਬਹੁਤ ਹੀ। ਮੇਰੇ ਤਾਂ ਕਈ ਵਾਰੀ ਦੁਆਬੇ ਵਾਲੇ ਸ਼ਬਦ ਹੀ ਦਾ ਵਰਤਦੇ ਨਾ ਜੀ, ਤੇ ਉਹ ਇਹ ਨਹੀਂ ਕਹਿੰਦੇ ਵੀ ਮੈਂ ਚੱਕੀ ਤੇ ਆਟਾ ਦਾਣੇ ਲੈ ਕੇ ਚੱਲਾਂ, ਉਹ ਕਹਿੰਦਾ ਆਟਾ ਫਸਾਉਣ ਚੱਲਾਂ। ਆਟਾ ਤੇ ਉੱਥੇ ਬਣ ਕੇ ਵਾਪਸ ਲੈ ਕੇ ਆਉਣਾ, ਪਰ ਅਸੀਂ ਇੱਦਾਂ ਕਹਿੰਦੇ, ਸ਼ਬਦ ਇਹੀ ਸੀ ਜਦੋਂ ਅਸੀਂ ਲੈ ਕੇ ਜਾਂਦੇ ਨੇ। ਤੇ ਸਾਡੇ ਮਾਸਟਰ ਸੀ ਭਗਵੰਤ ਸਿੰਘ ਜੌਲ, ਪੰਜਾਬੀ ਸਾਨੂੰ ਪੜ੍ਹਾਉਂਦੇ ਜੀ, ਤੇ ਉਹਨਾਂ ਨੇ ਸਾਨੂੰ ਸ਼ਬਦ ਕਿਹੜੀ ਸੁਧਾਰਨੇ। ਠੀਕ ਹੈ ਜੀ। ਪਰ ਪੰਜਾਬੀਆਂ ਦੇ ਸ਼ਬਦ ਬਹੁਤ ਪੁੱਠੇ ਸਿੱਧੇ ਬੋਲ ਦਿੰਦੇ ਨਾ ਜੀ, ਤੇ ਇਸ ਲਈ ਵੀ ਮੈਂ ਬਚਪਨ 'ਚ ਸਾਈਕਲ ਵੀ ਉਹ ਚਲਾਇਆ, ਤੇ ਫਿਰ ਥੋੜਾ ਪਰਿਵਾਰ ਕਹਿ ਦੋ ਕਹਿ ਸਕਦੇ ਦੁਆਬੇ ਦੇ ਕਾਰਨ ਐਨਆਰਈ, ਤੇ ਵੀ ਮੈਂ ਇੱਕ ਮੇਰੇ ਕੋਲ ਉਹ ਹੁੰਦੀ ਸੀ ਸਕੂਲ ਟਾਈਮ 'ਚ ਵੀ ਮੈਂ ਰੈਸਲਿੰਗ ਕਰਦਾ ਰਿਹਾ ਖਾਲਸਾ ਕਾਲਜ। ਪਹਿਲਾਂ ਮੈਂ ਆਉਂਦਾ ਰਿਹਾ ਸਾਈਕਲ ਤੇ, ਫਿਰ ਮੋਪਡ ਰਹੀ। ਠੀਕ ਹੈ। ਅੱਛਾ, ਉਹ ਚਲਾਉਣ ਦਾ ਮੌਕਾ, ਉਹ ਜਿਹੜੇ ਨਾਲ ਪੈਡਲ ਵੀ ਹੁੰਦੇ ਸੀ ਜਿਹਦੇ? ਹਾਂ, ਬਿਲਕੁਲ। ਤੇ ਉਹ 'ਚ ਤੇਲ ਪਾਉਣਾ ਕਿ ਮੋਗਿਆ ਤੇ ਫਿਰ ਪੈਡਲਾਂ ਤੇ ਕਿ ਛਿੰਝਾਂ 'ਚ ਜਾਣਾ, ਕਬੱਡੀ ਖੇਡਣੀ, ਇਹ ਕਲਚਰ ਤੇ ਪਿੰਡਾਂ ਦਾ ਆਮ ਆ। ਅੱਜ ਵੀ ਸਿੰਪਲ ਆ, ਉੱਦਾਂ ਦੇ ਪਿੰਡ 'ਚ ਰਹਿੰਦੇ ਆ, ਤੇ ਉਹਦੇ ਕਾਰਨ ਉਹਦਾ ਕਦੀ ਫਰਕ ਨਹੀਂ ਮਹਿਸੂਸ ਹੁੰਦਾ। ਮਾਣ ਮਹਿਸੂਸ ਹੁੰਦਾ। ਇੱਕ ਗੱਲ ਦੱਸਿਓ, ਜੇ ਤੁਸੀਂ ਉਹ ਮੋਪੜ ਚਲਾਈ ਆ, ਜੇ ਤੁਸੀਂ ਸਾਈਕਲ ਚਲਾਇਆ, ਫਿਰ ਤਾਂ ਤੁਹਾਨੂੰ ਚੇਤਾ ਹੋਣਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਜਿਹੜੇ ਬੱਚਿਆਂ ਲਈ ਸੀ, ਕਿਉਂਕਿ ਤੁਸੀਂ ਐਸਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਰਹੇ ਹੋ, ਤੁਹਾਨੂੰ ਪਤਾ ਹੋਣਾ ਕਿ ਕਿੰਨੀਆਂ ਦਿੱਕਤਾਂ। ਤੁਸੀਂ ਸਿਆਸੀ ਲੀਡਰ ਹੋ ਅੱਜ ਕੱਲ੍ਹ, ਮੈਨੂੰ ਐਂ ਲੱਗਦਾ ਸਾਨੂੰ ਨਹੀਂ ਪਤਾ ਕਿਹਨੇ ਕੀ ਕੀਤਾ, ਕਿਹਨੇ ਗਲਤ ਕੀਤਾ, ਪਰ ਤੁਸੀਂ ਤਾਂ ਸਿਆਸੀ ਲੀਡਰਾਂ ਨੇ ਸਾਰਿਆਂ ਨੂੰ ਇੱਕੋ ਰੱਸੇ ਬੰਨ੍ਹਦੇ ਹੁੰਦੇ ਪੱਤਰਕਾਰ ਤਾਂ, ਤੁਸੀਂ ਤਾਂ ਰੋਲ ਕੇ ਰੱਖ ਦਿੱਤੇ ਨਿਆਣੇ। ਬਿਲਕੁਲ। ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, ਜਦੋਂ ਮੈਂ ਕਮਿਸ਼ਨ 'ਚ ਗਿਆ ਜੀ, ਮੇਰਾ ਦੋਸਤ ਸੀ, ਕਿਉਂਕਿ ਮੈਂ ਪੱਤਰਕਾਰੀ ਨਾਲ ਥੋੜ੍ਹੀ ਦੇਰ ਜੁੜਿਆ ਰਿਹਾ। ਠੀਕ ਹੈ। ਜਸਦੀਪ ਮਲਹੋਤਰਾ, ਹੁਣ ਤੇ ਉਹ ਚਲ ਗਿਆ ਦੁਨੀਆ 'ਚੋਂ, ਉਹਨਾਂ ਦਾ ਐਕਸੀਡੈਂਟ 'ਚ ਡੈਥ ਹੋ ਗਈ। ਜਸਦੀਪ ਭਾਈ ਨਾਲ ਦੋਸਤੀ ਸੀ, ਤੇ ਮੈਂ ਜਲੰਧਰ ਜਦੋਂ ਬਣ ਕੇ ਚੇਅਰਮੈਨ ਆਇਆ, ਉਹ 'ਚ ਦੇਸਰਾਜ ਕਾਲੀ, ਅਜੇ ਭਾਜੀ, ਅਸੀਂ ਸਾਰੇ ਨੇ ਬੈਠੇ, ਤੇ ਉਹ 'ਚ ਮੈਂ ਉਹਨਾਂ ਨੂੰ ਕਿਹਾ ਵੀ ਯਾਰ ਵੀ ਆਪਾਂ ਪੱਤਰਕਾਰੀ ਨਾਤੇ ਨਹੀਂ, ਵੀ ਮੈਂ ਚਾਹੁੰਦਾ ਕਮਿਸ਼ਨ 'ਚ ਮੈਂ ਐਜੂਕੇਸ਼ਨ ਤੇ ਹੈਲਥ ਤੇ ਰੁਜ਼ਗਾਰ ਤੇ ਕੰਮ ਕਰਨਾ। ਠੀਕ ਹੈ। ਵੀ ਮੈਂ ਆਪਣੇ 3 ਟਾਰਗੇਟ ਆ। ਪਹਿਲਾਂ ਆਪਾਂ ਐਜੂਕੇਸ਼ਨ ਫੜਨੀ, ਬਾਬਾ ਸਾਹਿਬ ਨੇ ਕਿਹਾ ਸੀ ਪੜ੍ਹੋ ਲਿਖੋ, ਇਕੱਠੇ ਹੋਵੋ, ਸੰਘਰਸ਼ ਕਰੋ। ਠੀਕ ਹੈ। ਮੈਂ ਕਿਹਾ ਪੜ੍ਹਾਈ ਤੋਂ ਸ਼ੁਰੂ ਕਰਦੇ ਆਪਾਂ। ਠੀਕ ਹੈ। ਜਸਦੀਪ ਨੇ ਮੈਨੂੰ ਕਿਹਾ ਮੈਂ ਤੈਨੂੰ ਕੱਲ ਗੱਲ ਕਰਾਂਗੇ। ਰਾਤ ਨੂੰ ਫੋਨ ਆਉਂਦਾ ਮੈਨੂੰ, ਕਹਿੰਦਾ ਵੀ ਇੱਕ ਸਕੀਮ ਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, ਆਪਾਂ ਇੱਥੇ ਕੰਮ ਕਰਨਾ। ਠੀਕ ਹੈ। ਤੇ ਜਸਦੀਪ ਭਾਰੀ ਥੋੜੀ ਗਲਾਸੀ ਲਾਉਂਦੇ, ਮੈਂ ਹੱਸ ਪਿਆ, ਮੈਂ ਕਿਹਾ ਪੈਗ ਲੱਗਾ ਹੁਣ, ਤੇ ਆਪਾਂ ਸਵੇਰੇ ਗੱਲ ਕਰਾਂਗੇ। ਸਵੇਰੇ ਦੱਸਿਓ ਜੇ ਚੇਤਾ ਹੋਇਆ। ਸਵੇਰੇ ਫਿਰ ਮੈਨੂੰ ਫੋਨ ਕਰਤਾ। ਓਕੇ। ਮੈਨੂੰ ਕਹਿੰਦਾ ਕੀ ਪ੍ਰੋਗਰਾਮ? ਮੈਂ ਕਿਹਾ ਮੈਂ ਚੰਡੀਗੜ੍ਹ। ਕਹਿੰਦਾ ਪਹਿਲਾਂ ਮੇਰੇ ਆਫਿਸ ਆ। ਮੈਂ ਉਹਦੇ ਕੋਲ ਗਿਆ, ਜਾ ਕੇ ਉਹਨੇ ਮੈਨੂੰ ਆਰਡਰ ਦਿੱਤੇ, ਮੈਨੂੰ ਕਹਿੰਦਾ ਆਇਆ, ਪ੍ਰਿੰਟ ਕੱਢ ਕੇ ਫੜਾਤੇ ਹੱਥ। ਪੱਕਾ। ਹਾਂ ਜੀ। ਤੇ ਮੈਂ ਕਿਹੜੀ ਖੁਸ਼ੀ ਵੀ ਹੁੰਦੀ ਸੀ ਵੀ ਕਮਿਸ਼ਨ 'ਚ ਮੇਰਾ ਸਹਿਯੋਗ ਜਿੰਨਾ ਕਿਸੇ ਨੇ ਨਹੀਂ ਦਿੱਤਾ, ਵੀ ਮੈਂ ਉਹ ਸ਼ਡਿਊਲ ਕਾਸਟ ਨਹੀਂ ਆ, ਉਹਨੇ ਸਹਿਯੋਗ, ਉਹਨੂੰ ਲੱਗਾ ਯਾਰ ਇੱਕ ਕ੍ਰਾਂਤੀ ਆ, ਇਹ ਚੰਗੇ ਕੰਮ ਕਰਨਾ ਚਾਹੁੰਦਾ, ਇਸ ਲਈ ਆਪਾਂ ਸਹਿਯੋਗ ਕਰਨਾ। ਉਹ ਭਾਈਚਾਰੇ ਦਾ ਨਹੀਂ ਸੀ ਜੀ। ਬਿਲਕੁਲ। ਉਹਨਾਂ ਨੇ ਮੈਨੂੰ ਦੱਸਿਆ, ਤੇ ਉਦੋਂ ਬਾਅਦ ਮੈਂ ਉੱਤੇ ਕੰਮ ਕੀਤਾ। ਉਹ ਕੰਮ ਦਾ ਇਹ ਲਾਭ ਹੋਇਆ,
ਜਿੰਨੀਆਂ ਸਮਾਜਿਕ ਜਥੇਬੰਦੀਆਂ ਸੀ ਜੀ ਜਿੰਨੀਆਂ ਅੰਬੇਡਕਰ ਸੈਨਾ, ਗੁਰੂ ਰਵਿਦਾਸ ਸੰਸਥਾਵਾਂ ਜੀ ਤੇ ਭਗਵਾਨ ਵਾਲਮੀਕ, ਸਤਿਗੁਰੂ ਕਬੀਰ, ਸੰਤ ਗੁਰੂ ਨਾਭਾ ਦਾ, ਮੈਂ ਤਾਂ ਕਈ ਨਾਮ ਇਦਾਂ ਦੇ ਸੰਸਥਾਵਾਂ ਦੇ ਸੁਣਦਾ ਹੁੰਦਾ ਵੀ ਜਿਹੜੇ ਸੁਣੇ ਨਹੀਂ ਸੀ, ਚਾਹੇ ਉਹ ਜਨਰਲ ਸਮਾਜ ਦੇ ਸੀ, ਚਾਹੇ ਹਰੇਕ ਫਿਰ ਸਮਾਜਿਕ ਜਥੇਬੰਦੀ, ਈਵਨ ਜਿਹੜੀਆਂ ਵਿਦਿਆਰਥੀ ਜਥੇਬੰਦੀਆਂ ਸੀ, ਚਾਹੇ ਉਸ ਮੇਰੇ ਜਿਸ ਰਾਜਨੀਤਿਕ ਪਿਛੋਕੜ ਚੋਂ ਆਇਆ ਸੀ ਉਹ ਸੀ ਜਾਂ ਦੂਜੀਆਂ ਸੀ, ਵਿਦਿਆਰਥੀ ਪ੍ਰੀਸ਼ਦ ਵਾਲੇ ਜਾਂ ਫੈਡਰੇਸ਼ਨ ਵਾਲੇ, ਸਾਰੇ ਮੇਰੇ ਨਾਲ ਤੁਰ ਪਏ। ਠੀਕ ਹੈ। ਉਹਦਾ ਲਾਭ ਇਹ ਹੋਇਆ ਵੀ ਉਹ 'ਚ ਅਸੀਂ 3,40,000 ਜਿਹੜੇ ਕੁਛ ਹਜ਼ਾਰ ਬੱਚੇ ਸੀ ਉਹਨੂੰ ਅਸੀਂ ਲੱਖਾਂ 'ਚ ਲੈ ਗਏ। ਅੱਛਾ, ਪਹਿਲਾਂ ਸਕੀਮ ਦਾ ਬਹੁਤਾ ਪਤਾ ਹੀ ਨਹੀਂ ਸੀ? ਪਤਾ ਹੀ ਨਹੀਂ ਸੀ। ਠੀਕ ਹੈ ਜੀ। ਨਾ ਉਹਨੂੰ ਉਹ 'ਚ ਇੱਕ ਸੀ ਗੜਬੜ, ਉਹ 'ਚ ਸੀ ਵੀ ਪੈਸੇ ਪਹਿਲਾਂ ਬੱਚਾ ਦਊਗਾ ਤੇ ਉਹਨੂੰ ਵਾਪਸ ਮਿਲਣੇ। ਅੱਛਾ, ਪਹਿਲਾਂ ਬੱਚਾ ਆਪਣੀ ਫੀਸ ਦਊਗਾ ਤਾਂ ਫਿਰ ਵਾਪਸ ਮਿਲਣੇ, ਪਰ ਫੀਸ ਜੋ ਕਿ ਹੋਣਗੇ ਤਾਂ ਦਊਗਾ। ਅਸੀਂ ਉਹ 'ਚ ਇੱਕ ਸੁਰਿੰਦਰ ਮਲਿਕ ਜੁਆਇੰਟ ਡਾਇਰੈਕਟਰ ਸੀ ਲੋਕ ਸੰਪਰਕ। ਠੀਕ ਹੈ। ਤੇ ਉਹਨਾਂ ਨਾਲ ਮੇਰਾ, ਕਿਉਂਕਿ ਜਦੋਂ ਤੁਸੀਂ ਇੱਕ ਕਿਤੇ ਪੱਤਰਕਾਰੀ ਨਾਲ ਜੁੜੇ ਹੋਵੋ ਤੁਹਾਡਾ ਫਿਰ ਥੋੜਾ ਸੰਪਰਕ ਨਾਲ ਨੇੜਤਾ ਜੀ ਹੁੰਦੀ। ਠੀਕ ਹੈ। ਤੇ ਉਹ ਨੇੜਤਾ ਹੋਣ ਦੇ ਕਾਰਨ ਉਹਨਾਂ ਨੇ ਮੈਨੂੰ ਕਿਹਾ ਵੀ ਇਹ ਪੈਸੇ ਸਰਕਾਰ ਦੇ ਮਰਨੇ ਨਹੀਂ ਆ, ਤੇ ਉਹਨਾਂ ਨੇ ਇੱਕ ਆਰਡਰ ਕਰਾਇਆ ਸੀ ਸਰਕਾਰ ਤੋਂ ਵੀ ਇਹ ਪੈਸੇ ਲੈਣੇ ਨਹੀਂ, ਪਰ ਉਹ ਇੰਪਲੀਮੈਂਟੇਸ਼ਨ ਨਹੀਂ ਹੋ ਰਹੀ ਸੀ। ਉਹ ਜਦੋਂ ਮੈਂ ਇੱਥੇ ਕਿਹਾ ਵੀ ਇੱਥੇ ਕੰਮ ਕਰਨਾ, ਉਹਨਾਂ ਨੇ ਆਰਡਰ ਦਿੱਤੇ, ਮੈਂ ਉਹ ਆਰਡਰ ਸਾਰੀ ਯੂਨੀਵਰਸਿਟੀਆਂ ਨੂੰ ਕਹਤਾ ਇੰਪਲੀਮੈਂਟ ਕਰੋ। ਠੀਕ ਹੈ। ਫਿਰ ਬਹੁਤ ਸਾਰੀਆਂ ਯੂਨੀਵਰਸਿਟੀਆਂ, ਕਾਲਜ, ਪਹਿਲਾਂ ਤੇ ਮੈਂ ਦੱਸ ਸਕਦਾ ਕੁਝ ਕਾਲਜ ਮੈਨੂੰ ਨਾ ਮਿਲੇ। ਠੀਕ ਹੈ। ਉਹਨਾਂ ਨੇ ਕਿਹਾ ਵੀ ਜੇ ਅਸੀਂ ਐਸਸੀ ਬੱਚਿਆਂ ਤੋਂ ਪੈਸੇ ਨਾ ਲਏ, ਸਰਕਾਰ ਨੇ ਦਿੱਤੇ ਨਾ, ਤੇ ਸਾਡੇ ਤਾਂ ਤੁਸੀਂ ਐਸਸੀ ਲਾ ਦੇਣਾ ਜੀ, ਜੇ ਅਸੀਂ ਮੰਗੇ ਤਾਂ ਸਾਨੂੰ ਤੰਗ ਕਰੋਗੇ। ਮੈਂ ਉਹਨਾਂ ਨੂੰ ਕਿਹਾ ਤੁਸੀਂ ਇਸ ਗੱਲ ਦਾ ਵਿਸ਼ਵਾਸ ਰੱਖੋ, ਅਸੀਂ ਤੁਹਾਨੂੰ ਕੋਈ ਵੀ ਐਸਸੀ ਐਕਟ ਦੀ ਦੁਰਵਰਤੋਂ ਨਹੀਂ ਕਰਾਂਗੇ ਤੇ ਤੁਸੀਂ ਬੱਚਿਆਂ ਨੂੰ ਪੜਾਓ। ਠੀਕ ਹੈ। ਉਲਟ ਤੁਹਾਡੀ ਲੜਾਈ 'ਚ ਅਸੀਂ ਲੜਾਂਗੇ। ਮੈਨੂੰ ਫਿਰ ਜ਼ਿਆਦਾ ਪੈਸੇ ਕਢਾਉਣ ਵਾਸਤੇ ਅਸੀਂ ਉਹਦੇ ਲਈ ਪੂਰੀ ਲੜਾਈ ਲੜੀ, ਕੋਰਟ ਦੀ ਵੀ ਮਦਦ ਲੈਣੀ ਪਈ। ਠੀਕ ਹੈ। ਠੀਕ ਨਹੀਂ, ਇੱਕ ਪੇਪਰ ਤਿਆਰ ਕਰਕੇ ਕੋਰਟ ਜਾਣਾ ਪਿਆ। ਹਾਂ, ਉਹਦੇ ਪੂਰੀ ਮਦਦ ਕਰਾਈ, ਉਹਨੂੰ ਬੱਚਿਆਂ ਨੂੰ ਪੈਸੇ ਦਵਾਏ, ਪੈਸੇ ਦਵਾ ਕੇ ਫਿਰ ਉਹਦਾ ਪੂਰਾ ਲਾਭ ਹੋਇਆ। ਫਿਰ ਬਾਅਦ ਵਿੱਚ ਇੱਦਾਂ ਹੋ ਗਿਆ, ਮੈਂ ਤੁਹਾਨੂੰ ਦੱਸ ਸਕਦਾ ਵੀ ਉਹਦੇ ਵਿੱਚ ਬੱਚੇ ਪਾਇਲਟ ਤੱਕ ਬਣੇ ਉਸ ਸਕਾਲਰਸ਼ਿਪ ਨਾਲ ਪੜ੍ਹ ਕੇ। ਹਾਂ, ਇੱਕ ਮਨੋਜ, ਕੈਪਟਨ ਮਨੋਜ ਅੰਮ੍ਰਿਤਸਰ ਤੋਂ ਆ, ਉਹ ਇੰਨਾ ਗਰੀਬ ਸੀ ਵੀ ਉਹਨੂੰ ਪੈਸੇ ਸਰਕਾਰ ਦੇਣ ਤੋਂ ਕੁਝ ਆਫੀਸਰ ਇਦਾਂ ਸੀ ਵੀ ਉਹਨਾਂ ਨੂੰ ਲੱਗਦਾ ਮੇਰੀ ਜੇਬ 'ਚ ਪੈਸੇ ਚੱਲੇ, ਉਹ ਮੈਂ ਸਰਕਾਰੀ ਪੈਸੇ ਨੇ ਕਿ ਜੇਬ ਵਾਲੇ। ਹਾਂ, ਉਹਨਾਂ ਨੂੰ, ਸਾਨੂੰ ਵਿਜੀਲੈਂਸ ਨੂੰ ਪਹਿਲਾ ਕੇਸ ਸੀ ਮੇਰਾ ਵੀ ਜਿਹੜਾ ਐਸਸੀ ਕਮਿਸ਼ਨ, ਆਮ ਤੌਰ ਤੇ ਉੱਥੇ ਕਿਹੜੇ ਕੇਸ ਸੀ ਸਾਡੇ ਕੋਲ, ਝਗੜੇ ਵਾਲੇ, ਮੈਨੂੰ ਗਾਲਾਂ ਕੱਢੀਆਂ ਜੀ, ਮੈਨੂੰ ਜਾਤੀ ਸੂਚਕ ਸ਼ਬਦ ਬੋਲੇ, ਅਸੀਂ ਉਹਦੀ ਬਜਾਏ ਮੈਂ ਕਿਹਾ ਐਜੂਕੇਸ਼ਨ ਵੱਲ, ਉਹ ਪਹਿਲਾ ਕੇਸ ਸੀ ਜਿਹੜਾ ਅਸੀਂ ਵਿਜੀਲੈਂਸ ਨੂੰ ਭੇਜਿਆ ਜੀ। ਵਿਜੀਲੈਂਸ ਨੇ ਪਹਿਲਾਂ ਲੈਣ ਤੋਂ ਨਾ ਕਰਤੀ ਵੀ ਅਸੀਂ ਤਾਂ ਵੀ ਐਸਸੀ, ਉਹਨਾਂ ਨੂੰ ਲੱਗਾ ਵੀ ਐਸੀਆਂ ਨਾਲ ਜੁੜੀ ਹੋਈ ਗੱਲ ਆ। ਮੈਂ ਉਹਨਾਂ ਨੂੰ ਕਿਹਾ ਇਹ ਰਿਸ਼ਵਤ ਦੀ ਗੱਲ ਆ ਜੀ, ਇਸ ਕਰਕੇ ਇਹਦੀ ਜਾਂਚ ਕਰੋ। ਫਿਰ ਇੱਕ ਮਿਨਿਸਟਰ ਨੂੰ ਜਾਣਾ ਵੀ ਪਿਆ, ਮੰਤਰੀ ਮੰਡਲ ਚੋਂ, ਉਹਦੇ ਨਾਲ ਮੇਰੇ ਸਰਕਾਰ ਵੀ ਥੋੜੀ ਨਾਰਾਜ਼ ਰਹੀ, ਉਹ ਤੇ ਕਈ ਕੁਛ ਹੋਇਆ, ਫਿਰ ਤਨਖਾਹਾਂ ਰੁਕੀਆਂ, ਬਹੁਤ ਕੁਛ, ਤੇ ਉਹਦਾ ਇੱਕ ਤਜਰਬਾ ਵੀ ਹੋਇਆ ਮੇਰਾ ਜੀ। ਪਰ ਉਹ ਲੜਾਈ ਦਾ ਮੈਨੂੰ ਅੱਜ ਇੰਨਾ ਫਾਇਦਾ, ਬਹੁਤ ਸਾਰੀਆਂ ਜਦੋਂ ਲੜਕੀਆਂ ਮਿਲਦੀਆਂ ਉਹ ਕਹਿੰਦਾ ਵੀ ਤੁਸੀਂ ਸਾਡਾ ਭਰਾ ਜਿੱਦਾਂ ਸਕਾ ਹੁੰਦਾ, ਵੀ ਇੱਦਾਂ ਸਾਨੂੰ ਪੜ੍ਹਾਈ ਵੱਲ ਕਿਹਾ। ਫਿਰ ਮੈਂ ਬਕਾਇਦਾ ਬੱਚਿਆਂ ਦੀ ਕਾਉਂਸਲਿੰਗ ਕਰਦੇ ਸੀ ਅਸੀਂ ਜਾ ਕੇ, ਮੈਨੂੰ ਯਾਦ ਆ ਜਿਹੜੇ MBBS 110 ਬੱਚੇ ਕਰਦੇ ਮੈਂ ਇਕੱਠੇ ਕੀਤੇ, ਉਹਨਾਂ ਨੂੰ ਕਿਹਾ ਵੀ ਹੁਣ ਤੁਸੀਂ ਐਸੀ ਵੀ ਪੜ੍ਹ ਰਹੇ ਬੱਚੇ, ਫੀਸ ਦੀ ਲੜਾਈ ਮੇਰੀ ਆ, ਨੰਬਰਾਂ ਦੀ ਲੜਾਈ ਤੁਹਾਡੀ ਹੋਣੀ ਚਾਹੀਦੀ ਹੈ। ਤੁਸੀਂ ਮੈਰਿਟ ਚਾਉਣਾ, ਇਹ ਨਾ ਕੋਈ ਵੀ ਐਸਸੀ ਦੇ ਕਾਰਨ ਮੈਰਿਟ ਨਹੀਂ ਆਈ। ਠੀਕ ਹੈ। ਤੇ ਉਹ ਫਿਰ ਲੜਾਈ ਲੜੀ ਉਹਨਾਂ ਨੇ, ਉਹ ਵੀ ਡਿਵੀਜ਼ਨ ਲੈ ਕੇ ਆਉਂਦੇ ਸੀ, ਜਦੋਂ ਪਾਸ ਹੁੰਦੇ ਮੈਨੂੰ ਖੁਸ਼ੀ ਇਦਾਂ ਹੁੰਦੀ ਵੀ ਜਿੱਦਾਂ ਮੇਰੇ ਬੱਚੇ ਆ। ਠੀਕ ਹੈ। ਰਜੇਸ਼ ਭਾਈ, ਦੋ ਸਵਾਲ ਇਹਦੇ ਨਾਲ ਜੁੜਦੇ ਆ। ਤੁਸੀਂ ਕਿਹਾ ਤੁਸੀਂ ਕੁਛ 1000 ਤੋਂ 3 ਲੱਖ ਤੋਂ ਉੱਪਰ ਲੈ ਗਏ, ਬਾਅਦ 'ਚ ਇੰਨਾ ਰੌਲਾ ਪੈ ਗਿਆ, ਬਹੁਤ ਸਾਰੇ ਬੱਚਿਆਂ ਨੂੰ ਕਿਸੇ ਨੂੰ ਡਿਗਰੀ ਨਾ ਮਿਲੀ, ਕਿਸੇ ਨੂੰ ਡਿਪਲੋਮਾ ਨਾ ਮਿਲਿਆ, ਕਿਸੇ ਦੀ ਪੜ੍ਹਾਈ ਅੱਧ 'ਚ ਛੁੱਟ ਗਈ, ਬੱਚੇ ਕੱਖ ਦੇ ਨਹੀਂ ਰਹੇ ਕਈ, ਕਿਉਂਕਿ ਅੱਧ 'ਚ ਹੀ ਰਹਿ ਗਏ। ਉਦੋਂ ਫਿਰ ਰਜੇਸ਼ ਬਾਗ ਹੋਰੀ ਚੁੱਪ ਕਰ ਗਏ। ਉਸ ਇੱਕ ਤੁਹਾਡਾ ਨਾ ਕੁਰਸੀ 'ਤੇ ਬੈਠਣ ਦਾ ਕਈ ਵਾਰੀ ਆਫੀਸਰ ਕਹਿਣਾ ਜ਼ਿਆਦਾ ਮੰਨਦੇ ਆ ਜੀ, ਜਦੋਂ ਤੁਸੀਂ ਕਮਿਸ਼ਨ ਤੋਂ ਬਾਹਰ ਆ ਗਏ, ਹਾਂ ਰਿਟਾਇਰ ਹੋ ਜਾਓ, ਉੱਥੋਂ ਹਟ ਜਾਓ, ਨਹੀਂ ਦਰੀ ਤੇ ਤਾਂ ਬਹਿ ਹੀ ਸਕਦੇ ਸੀ। ਬੈਠੇ ਅਸੀਂ ਬਕਾਇਦਾ ਸਾਡੇ ਤੇ ਲਾਠੀ ਚਾਰਜ ਹੋਇਆ। ਅੱਛਾ ਜੀ। ਤੇ ਧਰਨਾ ਦਿੱਤਾ ਸੀ, ਬਹੁਤ ਵੱਡਾ ਰੌਲਾ ਰੱਪਾ ਪਾਇਆ, ਬਲਕਿ ਉਹਦੇ ਲਈ ਲੜਾਈ ਲੜੀ। ਪਰ ਦੁੱਖ ਵਾਲੀ ਗੱਲ ਆ ਵੀ ਸਰਕਾਰ ਨੇ ਇੱਕ ਚੋਰ ਮੋਰੀ ਰੱਖੀ ਆ। ਠੀਕ ਹੈ। ਜੇ ਉੱਥੇ ਡਾਂਗ ਸ਼ਬਦ ਵੀ ਗਲਤ ਆ, ਥੋੜਾ ਸਖਤ ਹੋਵੇ ਜਿਹੜਾ ਕਾਨੂੰਨ ਨੂੰ ਥੋੜਾ ਜਿਹਾ ਇੰਪਲੀਮੈਂਟੇਸ਼ਨ ਕਰਨ 'ਚ। ਕਮਿਸ਼ਨ ਤੋਂ ਬਾਅਦ ਅਸੀਂ ਨਾ ਇੱਕ ਸਿਗਨੇਚਰ ਮੁਹਿੰਮ ਚਲਾਈ। ਠੀਕ ਹੈ। ਇੱਕ ਸਬ ਪਲਾਨ ਆ ਉਹ SC STਆਂ ਦਾ, ਵੀ ਜਿਹੜਾ ਪੈਸਾ ਉਹਨਾਂ ਦਾ ਐਜੂਕੇਸ਼ਨ ਤੇ ਜਾਂ ਉਹਨਾਂ ਦਾ ਡਿਵੈਲਪਮੈਂਟ ਤੇ ਆ ਰਿਹਾ, ਉਹਦੀ ਦੁਰਵਰਤੋਂ ਨਹੀਂ ਹੋ ਸਕਦੀ। ਆਂਧਰਾ ਨੇ ਤਾਂ ਮਹਾਰਾਸ਼ਟਰ ਸਰਕਾਰ ਨੇ ਉਹ ਤੇ ਐਕਟ ਬਣਾਇਆ। ਠੀਕ ਹੈ। ਫਡਨਵੀਸ ਸਰਕਾਰ ਨੇ ਇੱਕ ਐਕਟ ਬਹੁਤ ਵਧੀਆ ਬਣਾਤਾ ਵੀ ਜਿਹੜਾ ਸਪਲਾਈਨ SC ST ਦਾ ਜੀ, ਉਹਦਾ ਉਹਨਾਂ ਨੇ ਐਕਟ ਬਣਾ ਕੇ, ਜਿੱਦਾਂ RTI ਹੁੰਦਾ ਸਟੇਟ 'ਚ, ਉਹਦੀ ਕੋਈ ਦੁਰਵਰਤੋਂ ਕਰੇ ਤੇ ਉਹਨੂੰ ਜੁਰਮਾਨਾ ਹੁੰਦਾ। ਠੀਕ ਹੈ। ਇਦਾਂ ਉਹਨਾਂ ਨੇ SC ST ਲਈ ਬਣਾਤਾ। ਆਪਣੇ ਹੈ ਨਹੀਂ ਉਹ ਪੰਜਾਬ 'ਚ
ਸਬ ਪਲਾਨ ਬਣਿਆ ਪਰੰਤੂ ਉਹ ਤੇ ਐਕਟ ਨਹੀਂ ਆ। ਐਕਟ ਨਹੀਂ ਆ। ਅਸੀਂ ਉੱਤੇ 11 ਲੱਖ ਸਿਗਨੇਚਰ ਕਰਾ ਕੇ ਗਵਰਨਰ ਨੂੰ ਮਿਲੇ ਸੀ। ਗਵਰਨਰ ਨੂੰ ਮਿਲ ਕੇ ਕਿਹਾ ਸੀ ਵੀ ਐਕਟ ਬਣਾ ਦਿਓ। ਠੀਕ ਹੈ। ਮੈਂ ਕਮਿਸ਼ਨ ਵੱਲੋਂ ਆਰਡਰ ਵੀ ਕੀਤੇ, ਪਰੰਤੂ ਮੇਰੀ ਟਰਮ ਉਦੋਂ ਖਤਮ ਹੋ ਗਈ। ਠੀਕ ਹੈ। ਤੇ ਨਹੀਂ ਤਾਂ ਮੇਰੀ ਪਲੈਨਿੰਗ ਸੀ ਵੀ ਜੇ ਕਿਤੇ ਐਕਟ ਬਣ ਜਾਵੇ ਇਹਦੀ ਦੁਰਵਰਤੋਂ ਰੁਕ ਜਾਊਗੀ, ਫਿਰ ਇਹ ਬੱਚੇ ਪੜ੍ਹਨ ਨੂੰ ਕਦੀ ਰੁਕਣਗੇ ਨਹੀਂ। ਹੁਣ ਸਮੱਸਿਆ ਹੈ ਵੀ ਸਰਕਾਰ ਕੋਲ ਜਾਂ ਕਹਿ ਦੋ ਸਾਡੇ ਕਰਜ਼ਾ ਇੰਨਾ ਕਾ, ਉਹ ਕੇਂਦਰ ਸਰਕਾਰ ਜੇ ਪੈਸਾ ਦਿੰਦੀ ਵੀ ਆ, ਉਹ ਅਸੀਂ ਆਪਣਾ ਕੀ ਪਾਉਣਾ, ਉਹ ਵੀ ਅਸੀਂ ਖਰਚ ਕੇ ਹੋਰ ਪਾਸੇ ਆਪਣਾ ਹਿੱਸਾ ਪਾਉਣ ਦੀ ਜਗ੍ਹਾ ਦੂਜੇ ਪਾਸੇ ਨੁਕਸਾਨ ਇੰਨਾ ਵੱਡਾ ਹੋ ਰਿਹਾ। ਜਿਹੜੀ ਤੁਸੀਂ ਗੱਲ ਕਹੀ, ਬੱਚੇ ਹੁਣ ਜਿਹਦੀ BA ਫਾਈਨਲ ਚੋਂ ਡਿਗਰੀ ਨਾ ਮਿਲੇ ਜੀ, ਉਹਦੀਆਂ ਤੇ ਉਹ 3 ਸਾਲ ਹੀ ਬਰਬਾਦ ਹੋ ਗਏ, ਰੱਦੀ ਹੋ ਗਿਆ ਬੱਚਾ ਜੀ। ਨਾ ਤੇ ਹੁਣ ਕਿਸੇ ਨੇ ਨਰਸਿੰਗ ਕੀਤੀ ਹੈ ਲੜਕੀ ਨੇ, ਉਹ ਜੇ ਨਰਸਿੰਗ ਦੀ ਡਿਗਰੀ ਲੈ ਕੇ ਕਿਸੇ ਹਸਪੀਟਲ ਜਾਂਦੀ ਆ ਕਿ ਪ੍ਰਾਈਵੇਟ ਹਸਪੀਟਲ ਉਹਨੂੰ 25-30 ਹਜ਼ਾਰ ਰੁਪਇਆ ਵੀ ਦੇਣ ਨੂੰ ਤਿਆਰ ਆ। ਜੇ ਉਹ +2 ਦੀ ਡਿਗਰੀ ਲੈ ਕੇ ਜਾਂਦੀ ਆ ਤੇ ਉਹਨੂੰ 5,000-6,000 ਮਿਲਣਾ, ਉਹ ਖਤਮ ਆ ਕਹਾਣੀ। ਇਹ ਬੜੀ ਵੱਡੀ ਗੱਲ ਹੈ। ਜੇਸ਼ ਭਾਜੀ ਇੱਕ ਚੀਜ਼ ਮੈਂ ਹੋਰ ਥੋੜਾ ਜਿਹਾ ਆਪਾਂ ਸੀਮਾਵਾਂ ਤੋਂ ਜੇ ਉੱਪਰ ਉੱਠੀਏ, ਮੈਨੂੰ ਲੱਗਦਾ ਸੀ ਕਿ ਸਮੇਂ ਦੇ ਬਦਲਣ ਨਾਲ ਨਾ ਐਸੀ ਭਾਈਚਾਰੇ ਦੇ ਵਿੱਚੋਂ ਕੁਝ ਲੋਕ ਪੜ੍ਹੇ, ਕਾਰੋਬਾਰੀ ਬਣੇ, ਲੀਡਰ ਬਣੇ, ਉਹਦੇ ਤੋਂ ਬਾਅਦ ਪੈਰ ਛੱਡ ਗਏ, ਭਾਈਚਾਰੇ ਨਾਲ ਉਹਨਾਂ ਨਹੀਂ ਜੁੜੇ ਕਈ। ਹਾਂਜੀ। ਦੂਸਰੇ ਪਾਸੇ ਸਧਾਰਨ ਭਾਈਚਾਰੇ ਦੇ ਵਿੱਚੋਂ ਕਈ ਬੰਦੇ ਲੈਂਡਲੈਸ ਹੋ ਗਏ, ਉਹਨਾਂ ਦੇ ਕੋਲ ਕੋਈ ਕਾਰੋਬਾਰ ਨਹੀਂ, ਕੋਈ ਜ਼ਮੀਨ ਨਹੀਂ। ਮੈਨੂੰ ਕਦੇ ਕਦੇ ਲੱਗਦਾ ਹੁੰਦਾ ਕਿ ਉਹਨਾਂ ਨੂੰ ਵੀ ਲੋੜ ਹੈ ਕਿ ਜੇ ਆਪਾਂ ਥੋੜਾ ਜਿਹਾ ਵਿਸ਼ਾਲਤਾ ਦੇ ਨਾਲ ਦੇਖਣਾ ਹੋਵੇ ਤਾਂ ਕੀ ਇੱਧਰਲੇ ਪਾਸੇ ਨੂੰ ਤੁਰਿਆ ਜਾ ਸਕਦਾ, ਕਿ ਉਹਨਾਂ ਭਾਈਚਾਰਿਆਂ 'ਚ ਵੀ ਗਈ ਹੋ ਸਕਦਾ ਕੋਈ ਬੰਦਾ ਜਨਰਲ ਕਾਸਟ ਨਾਲ ਸੰਬੰਧ ਰੱਖਦਾ ਪਰ ਉਹਦੇ ਪੱਲੇ ਹੀ ਕੁਛ ਨਹੀਂ, ਤੇ ਉਹਦੇ ਨਾਲ ਕੋਈ ਜ਼ਮੀਨ ਆ ਨਾ, ਉਹਦੇ ਕੋਈ ਕਾਰੋਬਾਰ ਆ ਨਾ, ਘਰ ਦਾ ਟੋਟਾ। ਮੈਨੂੰ ਲੱਗਦਾ ਕਿਤੇ ਉਹਨਾਂ ਨੂੰ ਵੀ ਕੁਛ ਥੋੜਾ ਬਹੁਤ। ਮੈਂ ਤੁਹਾਨੂੰ ਦੱਸਦਾ, ਮੈਂ ਸਕੂਲ ਚੈੱਕ ਬਹੁਤ ਕਰਦਾ ਰਿਹਾ ਜੀ। ਉਦੋਂ ਵੀ ਮੇਰੇ ਕਮਿਸ਼ਨ 'ਚ ਜੇ ਕੋਈ ਚੈੱਕ ਕਰੇ, ਮੇਰੀ ਫੇਸਬੁੱਕ ਹੀ ਚੈੱਕ ਕਰ ਲਵੇ, ਉਹਦੇ ਵਿੱਚ ਸਭ ਤੋਂ ਜ਼ਿਆਦਾ ਮੈਂ ਸਕੂਲਾਂ 'ਚ ਹੀ ਰਿਹਾ। ਤੇ ਉਹ ਵੀ ਸਰਕਾਰੀ, ਕਿਉਂਕਿ ਮੈਂ ਸਰਕਾਰੀ ਸਕੂਲ 'ਚ ਪੜ੍ਹਿਆ ਸੀ ਤੇ ਮੈਨੂੰ ਲੱਗਦਾ ਸੀ ਵੀ ਇੱਥੇ ਨਾ ਅਸਲੀ ਪੰਜਾਬ ਸਰਕਾਰੀ ਸਕੂਲਾਂ 'ਚ ਹੀ ਆ। ਪਰ ਮੈਂ ਤੁਹਾਨੂੰ ਇੱਕ ਹੋਰ ਇਹਦੇ ਬਾਅਦ ਵਿੱਚ ਗੱਲ ਜੋੜਨਾ, ਅੱਜ ਸਰਕਾਰੀ ਸਕੂਲਾਂ 'ਚ ਵੀ ਸਾਡੇ ਜਿਹੜੇ ਦੂਜੇ ਸੂਬਿਆਂ ਦੇ ਬੱਚੇ ਆ ਉਹ ਜ਼ਿਆਦਾ ਜਿਹੜੇ, ਕਿਉਂਕਿ ਜਿਹਦੇ ਕੋਲ 4 ਪੈਸੇ ਛਿੱਲੜ ਆ ਨਾ, ਉਹ 4 ਛਿੱਲੜ ਵਾਲਾ ਸੋਚਦਾ ਮੈਂ ਪ੍ਰਾਈਵੇਟ 'ਚ ਜਾਵਾਂ, ਇੱਕ ਸਾਈਕੀ ਬਣ ਗਈ ਆ, ਤੇ ਉਹ ਵੀ ਮੈਨੂੰ ਜ਼ਿਆਦਾ ਫਾਇਦਾ। ਮੈਂ ਬਾਰਡਰ ਤੇ ਗਿਆ, ਅੰਮ੍ਰਿਤਸਰ ਗਮਟਾਲਾ ਪਿੰਡ ਪੈਂਦਾ। ਠੀਕ ਹੈ। ਮੈਂ ਉੱਥੇ ਸਕੂਲ 'ਚ ਗਿਆ ਤੇ ਇੱਕ ਬੱਚਾ ਬਹੁਤ ਵਧੀਆ ਗੀਤ ਗਾ ਰਿਹਾ ਸੀ। ਉਹ ਗੀਤ ਗਾਉਂਦਾ, ਉਹਦੇ ਵਰਦੀ ਫਟੀ ਸੀ। ਠੀਕ ਹੈ। ਵਰਦੀ ਫਟੀ, ਮੈਂ ਪ੍ਰਿੰਸੀਪਲ ਨੂੰ ਕਿਹਾ, ਮੈਂ ਕਿਹਾ ਯਾਰ ਇਹਦੀ ਵਰਦੀ ਕਿਉਂ ਫਟੀ ਆ? ਉਹ ਵੀ ਥੋੜਾ ਚਿੰਤਿਤ ਹੋ ਗਿਆ, ਬਾਕੀ ਬੱਚਿਆਂ ਦੇ ਨਵੀਂ ਸੀ। ਉਹਨੇ ਟੀਚਰ ਨੂੰ ਪੁੱਛਿਆ, ਟੀਚਰ ਨੂੰ ਪੁੱਛ ਕੇ ਤੇ ਮੈਨੂੰ ਬਾਅਦ 'ਚ ਕਹਿੰਦੇ ਸਰ ਉਹ ਅਸਲ 'ਚ ਜਰਨਲ ਕੈਟਾਗਰੀ ਆ। ਠੀਕ ਹੈ। ਉਹ ਹੈਗਾ ਜ਼ਿਮੀਂਦਾਰਾਂ ਦਾ ਮੁੰਡਾ, ਪਰੰਤੂ ਗਰੀਬ ਬਹੁਤ ਆ, ਜ਼ਮੀਨ ਹੈ ਨਹੀਂ। ਅੱਛਾ, ਮੈਨੂੰ ਵੀ, ਮੈਂ ਸੋਚਿਆ, ਮੈਂ ਕਿਤੇ ਸਰਕਾਰੀ ਸਕੂਲ 'ਚ ਮੈਂ ਉਦੋਂ ਸਰਕਾਰ ਨਾਲ ਲੜ ਕੇ ਵਰਦੀਆਂ ਸਾਰੇ ਬੱਚਿਆਂ ਨੂੰ ਦਵਾਈਆਂ। ਅੱਛਾ, ਉਦੋਂ ਲੜਾਈ ਲੜੀ? ਹਾਂ। ਠੀਕ ਹੈ ਜੀ। ਇੱਦਾਂ ਹੀ ਇੱਕ ਸਾਇੰਸ ਸਿਟੀ ਨੂੰ ਬੱਚੇ ਜਾਂਦੇ, ਉਹ 'ਚ ਵੀ ਮੇਰੇ ਪਿੰਡੋਂ ਬੱਸ ਭੇਜੀ ਸੀ, ਉਹ 'ਚ ਪਤਾ ਲੱਗਾ ਵੀ ਐਸੀਆਂ ਲਈ ਇਕੱਲੀ ਆ। ਠੀਕ ਹੈ। ਉਹਦੇ ਲਈ ਵੀ ਅਸੀਂ ਸਾਰਿਆਂ ਲਈ ਕਰਾਇਆ ਉਦੋਂ। ਅੱਛਾ, ਫਿਰ ਕਾਨੂੰਨ ਹੀ ਕਰਾਇਆ? ਹਾਂ। ਠੀਕ ਹੈ ਜੀ। ਹੁਣ ਭਾਰਤ ਸਰਕਾਰ ਨੇ ਜਿਸ ਤਰ੍ਹਾਂ SC ST ਲਈ ਰਿਜ਼ਰਵੇਸ਼ਨ ਸੀ, ਠੀਕ ਹੈ, ਵੀ ਉਹਨਾਂ ਨੂੰ ਪੜ੍ਹਾਈ 'ਚ, ਰੁਜ਼ਗਾਰ 'ਚ ਜਾਂ ਹੋਰ, ਉਹਨਾਂ ਨੇ 10% ਜਨਰਲ ਨੂੰ ਵੀ ਦਿੱਤੀ। ਸਾਨੂੰ ਮਿਲਦਾ, ਸਾਨੂੰ ਖੁਸ਼ੀ ਆ। ਜੇ ਜਨਰਲ ਨੂੰ ਮਿਲ ਜਾਵੇ ਸਾਨੂੰ ਕੀ ਇਤਰਾਜ਼? ਲੋੜਵੰਦ ਨੂੰ ਮਿਲੇ। ਉਹਦੇ ਵਿੱਚ ਉਹਨਾਂ ਨੇ ਗਰੀਬ ਜਨਰਲ ਰੱਖਿਆ। ਜੀ। ਅੱਛਾ, ਉਹ ਪ੍ਰੋਵੀਜ਼ਨ ਹੋ ਗਿਆ। ਹੁਣ ਜੇ ਸਕਾਲਰਸ਼ਿਪ ਮਿਲਦੀ ਹੈ ਪੋਸਟ ਮੈਟ੍ਰਿਕ, ਇਹ ਸਾਰੇ ਐਸੀਆਂ ਲਈ ਨਹੀਂ ਆ ਜਿਹਦੀ ਇਨਕਮ 2.5 ਲੱਖ ਤੋਂ ਘੱਟ ਆ, ਉਹਨੂੰ ਮਿਲਣੀ ਆ। ਤੇ ਸਾਨੂੰ ਕੋਈ ਇਤਰਾਜ਼ ਨਹੀਂ ਆ, ਠੀਕ ਆ, ਜਿਹੜਾ ਗਰੀਬ ਉਹਨੂੰ ਮਿਲਦੀ ਆ ਤੇ ਉਹ 'ਚ ਚੰਗੀ ਗੱਲ ਆ। ਵੈਸੇ ਤਾਂ ਮੈਨੂੰ ਲੱਗਦਾ ਹੁੰਦਾ ਆਪੇ ਹੀ ਛੱਡ ਜਾਣੀ ਚਾਹੀਦੀ ਆ, ਵੀ ਹੋਰਾਂ ਨੂੰ ਵੀ ਜਾਣੀ ਜਿਹੜੇ ਥੱਲੇ ਹੈਗੇ ਆ। ਮੈਂ ਤੇ ਸਾਡੇ ਬਹੁਤ ਸਾਰੇ ਯਾਰ ਦੋਸਤ ਆ ਜਿਨ੍ਹਾਂ ਨੇ ਆਪਣੇ ਗਾਂ ਬੱਚਿਆਂ ਦੇ SC ਸਰਟੀਫਿਕੇਟ ਨਹੀਂ ਬਣਾਏ, ਕਹਿੰਦੇ ਸਾਨੂੰ ਅਸੀਂ ਜਨਰਲ 'ਚ ਕੰਪੀਟੀਸ਼ਨ ਕਰ ਸਕਦੇ ਆ, ਆਪੇ ਕਿਤੇ ਹੋਰ ਜਿਹੜਾ ਦੂਸਰਾ ਬੱਚਾ ਉਹ ਆਵੇ। ਇਹ ਹੋਣਾ ਚਾਹੀਦਾ, ਸੋਚ ਸਾਡੀ। ਪਰ ਇਹਦੇ ਲਈ ਵੀ ਇੰਨਾ ਸੌਖਾ ਨਹੀਂ ਕੰਮ ਜਿੰਨਾ ਆਪਾਂ ਨੂੰ ਲੱਗਦਾ ਆ। ਇਹ ਲੜਾਈ ਕਦੇ ਇੱਕ ਕਾਸਟ ਨਾਲ ਜੁੜੀਆਂ ਆ ਤੇ ਇਹਦੇ ਤੇ ਬੋਲਣ ਲੱਗੇ ਵੀ ਚੈਨਲ ਵੀ ਸੋਚਦਾ, ਪੋਲੀਟੀਸ਼ੀਅਨ ਵੀ ਸੋਚਦਾ। ਮੈਂ ਤੇ ਬਹੁਤ ਸਾਰੇ ਸੈਮੀਨਾਰਾਂ ਤੇ ਬੋਲ ਦਿੰਦਾ ਤੇ ਮੈਨੂੰ ਕੀ ਕਹਿੰਦੇ, ਮੈਂ ਕਿਹਾ ਦੇਖੋ ਅੰਬੇਡਕਰ ਸਾਹਿਬ ਨੂੰ ਇਹਨੂੰ ਫੋਲੋ ਕਰਨ ਦੀ ਲੋੜ ਆ। ਅੰਬੇਡਕਰ ਦੀ ਲੜਾਈ ਦੇਸ਼ ਨੂੰ ਇੱਕ ਕਰਨ ਸੀ, ਨਾ ਕਿ ਜਾਤ ਪਾਤ ਵਧਾਉਣ ਲਈ ਸੀ। ਅਸੀਂ ਜਾਤਾਂ 'ਚ ਫਸ ਗਏ ਆ। ਅਸੀਂ ਬਾਬਾ ਸਾਹਿਬ ਦੀ ਫੋਟੋ ਨੂੰ ਮੰਨੀ ਜਾਂਦੇ ਆ, ਪਰ ਉਹਨਾਂ ਵਿਚਾਰਾਂ ਨੂੰ ਭਗਤ ਸਿੰਘ ਦੀ ਅਸੀਂ ਕਾਸਟ ਨੂੰ ਦੇਖੀ ਜਾਂਦੇ ਆ, ਉਹਦੇ ਵਿਚਾਰ ਨੂੰ ਨਹੀਂ। ਤੇ ਇਸ ਤਰ੍ਹਾਂ ਜਿਹੜੇ ਬੰਗਾਲੀ ਆ, ਉਹ ਸੁਭਾਸ਼ ਬੋਸ ਚੰਦਰ ਨੂੰ ਬੰਗਾਲੀ ਦੇ ਨਾਤੇ ਦੇਖਦੇ ਆ, ਉਹਦੇ ਵਿਚਾਰ ਨੂੰ ਨਹੀਂ। ਇਹ ਸਾਰੇ ਲੋਕ ਰਾਸ਼ਟਰ ਨਾਲ ਜੋੜਦੇ, ਦੇਸ਼ ਨਾਲ ਜੋੜਦੇ, ਤੇ ਸਾਨੂੰ ਦੇਸ਼ ਨਾਲ ਜੁੜਨਾ ਚਾਹੀਦਾ। ਅੱਛਾ ਰਜੇਸ਼ ਭਾਜੀ, ਇੱਕ ਨਾ ਪਿੱਛੇ ਵਿਧਾਨ ਸਭਾ ਦਾ ਸੈਸ਼ਨ ਚੱਲਿਆ, ਤੁਸੀਂ ਕਿਹਾ 4-5 ਕਰੋੜ ਖਰਾਬ ਕੀਤਾ। ਉਹਦੇ ਵਿੱਚ ਮੈਂ ਵੀ ਇੱਕ ਦਿਨ ਸੈਸ਼ਨ ਦੇਖਣ ਗਿਆ, ਪਹਿਲੀ ਵਾਰੀ, ਸਾਨੂੰ ਕੌਣ ਜਾਣ ਦਿੰਦਾ, ਉੱਥੇ ਲੀਡਰ ਬੰਦੇ ਜਾਂਦੇ ਆ। ਹੁਣ ਉੱਥੇ ਉਦੋਂ ਇਹੀ ਮੁੱਦਾ ਚੱਲਿਆ ਵੀ ਜੇ ਕਿਸੇ ਨੇ ਡਿਗਰੀ ਡਿਪਲੋਮਾ ਕਿਸੇ ਦਾ ਰੋਕਿਆ ਤਾਂ ਅਸੀਂ ਕਾਰਵਾਈ ਕਰਾਂਗੇ, ਉਹਨੂੰ ਠੀਕ ਮੰਨਦੇ ਹੋ?
ਵਿਧਾਨ ਸਭਾ 'ਚ ਬਹੁਤ ਵਾਰੀ ਗੱਲ ਹੋਈ ਹੈ, ਪਹਿਲਾਂ ਵੀ ਹੋਈ ਹੋਈ ਹੈ ਬਹੁਤ ਵਾਰੀ। ਮੈਂ ਮੇਰੇ ਜਿਹੜੇ ਮਿੱਤਰ ਆ ਅਸੀਂ ਜੀ। ਕਈ ਵਾਰੀ ਗਏ ਉਹ 'ਚ, ਤੇ ਉਹ 'ਚ ਪੱਤਰਕਾਰ ਵੀ ਮੇਰੇ ਦੋਸਤ ਬਹੁਤ ਆ, ਹੈ ਨਾ। ਇੱਕ ਵਾਰੀ ਮੈਂ ਕਾਲੀ ਭਾਈ ਉਹਨਾਂ ਨੂੰ ਕਿਹਾ ਚਲੋ ਚੱਲਦੇ ਹਾਂ ਜੀ। ਉਦੋਂ ਬਕਾਇਦਾ ਬਹਿਸ ਪੋਸਟ ਮੈਟ੍ਰਿਕ ਤੇ ਹੋਣੀ ਸੀ, ਠੀਕ ਹੈ। ਪਰ ਜੋ ਉੱਥੇ ਅੰਦਰ ਕਾਮਾਂ ਰੌਲੀ ਜਿਸ ਤਰ੍ਹਾਂ ਹੁੰਦੀ ਸੀ, ਜੀ। ਮੈਨੂੰ ਲੱਗਦਾ ਇਹ ਮੁੱਦਿਆਂ ਤੇ, ਬਲਕਿ ਅਟਵਾਲ ਸਾਹਿਬ ਸਪੀਕਰ ਸੀ, ਅਟਵਾਲ ਸਾਹਿਬ ਡਿਪਟੀ ਸਪੀਕਰ ਵੀ ਲੋਕ ਸਭਾ ਦੇ ਰਹੇ, ਬਹੁਤ ਮੈਂ ਉਹਨਾਂ ਦੀ ਵੀ ਉਹਨਾਂ ਤੋਂ ਸਿੱਖਿਆ ਬਹੁਤ ਆ ਜੀ। ਵੀ ਜੇ ਕਿਸੇ ਲੀਡਰ ਤੋਂ ਮੈਨੂੰ ਸਿੱਖਣ ਦਾ ਮੌਕਾ ਮਿਲਿਆ ਕਿ ਚਰਨਜੀਤ ਅਟਵਾਲ ਦਾ, ਜੀ। ਜਿਹੜੇ ਹਾਂਜੀ ਹਾਂਜੀ ਵੀ ਚੰਗੇ ਜੀ, ਲੀਡਰ ਸੀ, ਤੇ ਉਹ ਅੰਕਲ ਅੱਜ ਵੀ ਮੈਂ ਜੋ ਉਹਨਾਂ ਕੋਲ ਜਾਵਾਂ ਤੇ ਬਹੁਤ ਸਿੱਖਦਾ। ਤੇ ਅਸੀਂ ਉਦੋਂ ਦੇਖਿਆ ਪਹਿਲਾਂ ਵੀ ਪੋਸਟ ਮੈਟ੍ਰਿਕ ਦੀ ਚਰਚਾ ਹੁੰਦੀ ਆ, ਪਰ ਪੋਸਟ ਮੈਟ੍ਰਿਕ ਦਾ ਬਹੁਤ ਵਾਰੀ ਸੈਸ਼ਨ ਦੇ ਵਿੱਚ ਅਸੀਂ ਖੁਸ਼ ਹੋਏ, ਉਹਨਾਂ ਨੇ ਕਿਹਾ 100 ਕਰੋੜ ਰੁਪਏ ਰੱਖ ਲਿਆ ਜੀ। ਸੈਸ਼ਨ ਦੇ ਦੌਰਾਨ ਤੇ ਕਹਿ ਦਿੱਤਾ ਜਾਂਦਾ, ਪਰੰਤੂ ਥੱਲੇ ਜ਼ਮੀਨ ਤੇ ਜਾ ਕੇ ਉਹ ਪੈਸਾ ਮਿਲਦਾ ਨਹੀਂ। ਉੱਥੇ ਵਾਅਦਾ ਕਰਨਾ ਸੌਖਾ ਸਰਕਾਰ ਨੂੰ, ਪਰੰਤੂ ਜਿੰਨੀ ਦੇਰ ਥੱਲੇ ਲਾਗੂ ਨਹੀਂ ਕਰਦੀ ਸਰਕਾਰ, ਉਨੀ ਦੇਰ ਉਹ ਗਰੀਬ ਤੱਕ ਗੱਲ ਪਹੁੰਚਦੀ ਨਹੀਂ। ਠੀਕ ਹੈ। ਹੁਣ ਅਸੀਂ ਇਹਨੂੰ ਕਈ ਕੰਮ ਵਿੱਚ ਮੈਂ ਸੁਧਾਰ ਕੀਤੇ ਸੀ, ਆਧਾਰ ਨਾਲ ਨੂੰ ਲਿੰਕ ਕਰਾਇਆ ਸੀ ਤਾਂ ਕਿ ਵੀ ਉਹ ਸਹੀ ਹੱਥਾਂ ਵਿੱਚ ਪੈਸਾ ਜਾਵੇ। ਇਹਦੇ ਚ ਗੜਬੜਾਂ ਬਹੁਤ ਹੋਈਆਂ, ਹੁਣ ਵੀ ਹੁੰਦੀਆਂ, ਉਹ ਚ ਬਹੁਤ ਸਾਰੇ ਕਾਲਜ ਗੜਬੜ ਕਰ ਜਾਂਦੇ ਆ, ਬਹੁਤ ਸਾਰੇ ਥਾਂ ਤੇ ਆਫੀਸਰ ਗੜਬੜ ਕਰ ਜਾਂਦੇ ਆ, ਪਰੰਤੂ ਸਰਕਾਰ ਨੂੰ ਉਹ ਵੀ ਚੀਜ਼ ਰੋਕਣੀ ਪੈਣੀ ਆ ਤੇ ਨਾਲ ਸਹੀ ਹੱਥ ਤੱਕ ਉਹਦਾ ਫਾਇਦਾ ਪਹੁੰਚੇ। ਐਜੂਕੇਸ਼ਨ ਲਈ ਪੈਸਾ ਐਜੂਕੇਸ਼ਨ ਨਾਲ ਲੱਗੇ। ਤੁਹਾਨੂੰ ਹੈਰਾਨਗੀ ਹੋਣੀ, ਸਾਨੂੰ ਵਿਧਾਨ ਸਭਾ ਵੱਖਰੀ ਲਾਉਣੀ ਪਈ ਕਿਉਂਕਿ ਅਸੀਂ ਧਰਨੇ ਦੇ ਵਜੋਂ ਵਿਧਾਨ ਸਭਾ ਜਨਤਾ ਦੀ ਵਿਧਾਨ ਸਭਾ ਲਈ ਜੀ। ਉਹਦੇ ਤੇ ਅਸੀਂ ਬਕਾਇਦਾ ਰਾਜਕੁਮਾਰ ਵੇਰਕਾ ਜੀ, ਮੈਂ ਤੇ ਸਾਡੇ ਹੋਰ ਸ਼ਡਿਊਲ ਕਾਸਟ ਲੀਡਰ ਪੋਸਟ ਮੈਟ੍ਰਿਕ ਤੇ ਬੋਲੇ। ਠੀਕ ਹੈ। ਤੇ ਅਸੀਂ ਉਹ ਸਰਕਾਰ ਦੇ ਆਰਟੀਆਈ ਜਿਹੜੀਆਂ ਮਿਲੀਆਂ ਸੀ ਜਾਂ ਅਖਬਾਰਾਂ 'ਚ ਖਬਰਾਂ ਲੱਗੀਆਂ ਉਹਦੇ ਤੇ ਬੋਲੇ ਵੀ ਸਰਕਾਰ ਇਹਦੇ ਤੇ ਇਸ ਤਰ੍ਹਾਂ, ਅਸੀਂ ਉਹ ਕਹਿੰਦੇ ਸਰਕਾਰ ਸਿਰਫ ਇੱਕ ਕੰਮ ਕਰ ਦੇਵੇ, ਇਹਨੂੰ ਐਕਟ ਬਣਾ ਦੇਵੇ ਜਿੱਦਾਂ ਮਹਾਰਾਸ਼ਟਰ 'ਚ। ਠੀਕ ਹੈ। ਤੇ ਪੰਜਾਬ 'ਚ ਹੱਲ ਹੈ। ਪੰਜਾਬ 'ਚ ਤਾਂ ਸਮਾ ਕੇ ਸ਼ਡਿਊਲ ਕਾਸਟ ਪਾਪੂਲੇਸ਼ਨ ਦੇਸ਼ 'ਚ ਸਭ ਤੋਂ ਜ਼ਿਆਦਾ, ਜੇ ਉਹਦੀ ਰੇਸ਼ੋ ਦੇਖੀ ਜਾਵੇ ਪੰਜਾਬ 'ਚ ਤੇ ਜੇ ਪੰਜਾਬ 'ਚ ਉਹਨਾਂ ਨੂੰ ਹੱਕ ਦੇ ਦਿਓ ਜੀ, ਪਰ ਸਰਕਾਰ ਉੱਤੇ ਬਹਿਸ ਕਰ ਲੈਂਦੀ ਆ, ਵਾਹਵਾ ਖੱਟ ਲੈਂਦੀ ਆ, ਚਾਰ ਖਬਰ ਬਣਾ ਲੈਂਦੀ ਆ, ਪਰੰਤੂ ਜ਼ਮੀਨ ਤੇ ਜੋ ਥੱਲੇ ਐਕਸ਼ਨ ਨਹੀਂ ਹੁੰਦਾ, ਥੱਲੇ ਨਹੀਂ ਹੋ ਰਿਹਾ। ਅੱਛਾ, ਥੋੜੇ ਮਿੰਟ ਰਹਿ ਗਏ ਜੀ, 2-3 ਨਹੀਂ। ਸਰਕਾਰ ਕਹਿੰਦੀ ਹੈ ਕਿ ਤੁਸੀਂ ਕਿਹਾ ਜੀ ਸਰਕਾਰ ਨਹੀਂ ਕਰਦੀ ਕੰਮ, ਸਰਕਾਰ ਸਿਰਫ ਵਾਹਵਾ ਖੱਟ ਦੀ ਇਸ਼ਤਿਹਾਰ ਦਿੰਦੀ ਹੈ, ਗੱਲਾਂ ਮੰਨੀਆਂ। ਉਹ ਕਹਿੰਦੇ ਜੀ ਅਸੀਂ ਦਹਾਕਿਆਂ ਤੋਂ ਦੱਬੀਆਂ ਜ਼ਮੀਨਾਂ ਛੁਡਾ ਰਹੇ ਹਾਂ। ਉਹਨਾਂ ਨੇ ਕਿਹਾ ਜੀ ਅਸੀਂ ਸਾਨੂੰ ਜਿੱਥੇ ਕਿਤੇ ਘਾਟ ਲੱਗਦੀ, ਸਾਡਾ ਆਪਣਾ ਚਾਹੇ ਪਰਾਇਆ, ਅਸੀਂ ਬੰਦਾ ਫੜ ਕੇ ਅੰਦਰ ਦੇ ਦਿੰਦੇ ਹਾਂ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਪੈਨਸ਼ਨ ਇੱਕੋ ਹੀ ਲੈਣ ਦੇਣੀ, ਅੱਜ ਤੱਕ ਕਦੇ ਹੋਇਆ ਨਹੀਂ ਸੀ, ਤਨਖਾਹਾਂ ਵਧਾਉਣ ਲਈ ਸਿਰ ਜੁੜਦੇ ਸੀ। ਕਿਸੇ ਕੰਮ ਨੂੰ ਚੰਗਾ ਮੰਨਦੇ ਹੋ ਕਿ ਨਹੀਂ? ਬਹੁਤ। ਦੇਖੋ, ਤਨਖਾਹ ਵਾਲਾ ਫੈਸਲਾ ਨਾ ਜੀ ਮੈਂ ਪਰਸਨਲੀ, ਬਲਕਿ ਮੈਂ ਇਹ ਵੀ ਮੰਨਦਾ ਵੀ ਪੋਲੀਟੀਸ਼ੀਅਨ ਨੂੰ ਜਿਹੜੇ ਪੈਸੇ ਮਿਲਦੇ ਨਾ ਜੀ, ਇੱਕ ਅੰਬੇਡਕਰ ਸਾਹਿਬ ਦਾ ਇੱਥੇ ਭਾਸ਼ਣ ਆ, ਠੀਕ ਹੈ ਜੀ, ਵੀ ਉਹ ਭ੍ਰਿਸ਼ਟਾਚਾਰ 'ਚ ਬਾਅਦ 'ਚ ਨਾ ਉਹ ਸੋਚੇ, ਕਿਉਂਕਿ ਹਰ ਇੱਕ ਬੰਦੇ ਨੂੰ ਹੁੰਦਾ ਵੀ ਮੇਰੀ ਲਾਈਫ ਬਾਅਦ ਵਿੱਚ ਵੀ ਸੇਫ ਰਵੇ, ਵੀ ਮੈਨੂੰ 4 ਪੈਸੇ ਮਿਲਦੇ ਨੇ, ਇਮਾਨਦਾਰੀ ਨਾਲ ਕੰਮ ਕਰਾਂ, ਇਸ ਲਈ ਉਹਨਾਂ ਨੂੰ ਪੈਸੇ ਮਿਲਦੇ ਸੀ ਤੇ ਇਹ ਚੰਗੀ ਗੱਲ ਆ ਜੀ। ਪਰ ਦੂਸਰੇ ਪਾਸੇ ਉਹਨੂੰ ਇੰਨੇ ਪੈਸੇ ਮਿਲ ਜਾਣ ਵੀ ਉਹ ਜ਼ਿਆਦਾ ਪੈਸੇ ਲੈ ਜਾਵੇ ਜੀ, ਉਲਟ ਭ੍ਰਿਸ਼ਟ ਵੀ ਹੋ ਜਾਵੇ, ਇਹ ਵੀ ਗਲਤ ਸੀ। ਠੀਕ ਹੈ। ਦੂਜੇ ਪਾਸੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਤਾਂ ਮੈਂ ਸ਼ੁਰੂ ਤੋਂ ਰਿਹਾ, ਮੈਂ ਕਮਿਸ਼ਨ 'ਚ ਬਹੁਤ ਸਾਰੇ ਪਰਚੇ ਦਰਜ ਕਰਾਏ। ਭ੍ਰਿਸ਼ਟਾਚਾਰ ਤੇ ਤਾਂ ਬਹੁਤ ਜ਼ਿਆਦਾ ਮੈਨੂੰ ਗੁੱਸਾ ਚੜਦਾ ਸੀ। ਭ੍ਰਿਸ਼ਟਾਚਾਰ ਤੇ ਤਾਂ ਕੰਮ ਹੋਣ ਦੀ ਬਹੁਤ ਜ਼ਿਆਦਾ ਲੋੜ ਆ, ਜਿੰਨਾ ਕਰ ਲਿਆ ਜਾਵੇ ਉਨਾ ਥੋੜਾ, ਜੇ ਕਰਨਗੇ ਸਾਥ ਦਿਓ ਚੰਗਾ, ਬਿਲਕੁਲ ਜੀ। ਪਰੰਤੂ ਉਹਦੇ ਨਾਲ ਨਾਲ ਤੁਸੀਂ ਜਿਹੜਾ ਆਪ ਜਾਣਬੁੱਝ ਕੇ ਖਬਰਾਂ ਵਾਸਤੇ ਕਰ ਰਹੇ ਆ ਜੀ, ਕਿਉਂਕਿ ਡੇਲੀ ਵੀਡੀਓ ਆਉਣ ਡਈਆਂ ਜੋ ਹੋਣ ਡਿਆ ਪੰਜਾਬ 'ਚ, ਕਿੰਨਾ ਲੁੱਟ ਮਚਾਈ ਆ। ਤੁਹਾਨੂੰ ਹੈਰਾਨਗੀ ਹੋਣੀ ਆ ਵੀ ਇਸ ਵੇਲੇ ਰੀਤਾ ਬਜਰੀ ਨਾ ਮਿੰਡ ਦੇ ਕੰਨ ਜਿੰਨੇ ਮਜ਼ਦੂਰ ਸੀ ਉਹਨਾਂ ਦੇ ਘਰ ਰੋਟੀ ਨਹੀਂ ਬਣ ਰਹੀ। ਜਿਹੜਾ 3 ਟਾਈਮ ਰੋਟੀ ਖਾਂਦਾ ਸੀ ਅੱਜ 2 ਟਾਈਮ ਤੇ ਆ ਗਿਆ ਜਾਂ 1 ਟਾਈਮ ਤੇ ਆ ਜੀ, ਕਿਉਂਕਿ ਜਿੰਨੀ ਦੇਰ ਉਹਨਾਂ ਨੂੰ ਕੰਮ ਨਹੀਂ ਮਿਲੂਗਾ ਵਿਚਾਰਾ ਕਿੱਥੇ ਜਾਊਗਾ। ਜਿਹੜੀ ਜ਼ਮੀਨੀ ਦੀ ਗੱਲ ਆ, ਮਾਲ ਵਿੱਚ ਇੱਕ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀਆਂ ਬਣੀਆਂ ਸੀ, ਸ਼ਡਿਊਲ ਕਾਸਟਾਂ ਨੇ ਬਣਾਈਆਂ ਸੀ ਵੀ ਉਹ ਜਿਹੜੀਆਂ ਸ਼ਡਿਊਲ ਕਾਸਟਾਂ ਲਈ ਜ਼ਮੀਨਾਂ ਐਗਰੀਕਲਚਰ ਲਈ ਉਹਨਾਂ ਨੂੰ ਮਿਲਣ ਜੀ। ਉਹਦੇ ਲਈ ਅਸੀਂ ਬਹੁਤ ਸਾਰੇ ਆਰਡਰ ਕੀਤੇ, ਬਲਦ ਗਲਾਮ, ਬਾਉਪੁਰ, ਮਤਈ ਪਿੰਡ, ਬਹੁਤ ਥਾਵਾਂ ਤੇ ਮੈਂ ਖੁਦ ਗਿਆ। ਸਰਕਾਰ ਉਧਰ ਨੂੰ ਤੇ ਧਿਆਨ ਨਹੀਂ ਦੇ ਰਹੀ। ਠੀਕ ਹੈ। ਜਿਹੜੀਆਂ ਲਈਆਂ ਵੀ ਕੋਰਟ ਚਲ ਗਏ। ਉਲਟ ਹੋਇਆ ਕਿ ਇਹਨਾਂ ਦੇ ਆਰਡਰਾਂ ਦੇ ਕਾਰਨ ਜਿਹੜੇ ਕਹਿੰਦੇ ਨਾ ਵੀ ਲਾਲ ਲਕੀਰ ਦੇ ਅੰਡਰ ਸਰਕਾਰੀ ਜ਼ਮੀਨ 'ਚ ਬੈਠਾ ਜਾਂ ਕਿਤੇ ਹੋਰ ਬੈਠਾ ਹੈ, ਉਹ ਵੀ ਸਰਕਾਰ ਨੇ ਹਟਾਉਣੇ ਸ਼ੁਰੂ ਕਰਤੇ। ਠੀਕ ਹੈ। ਜਿਹਦੇ ਕੋਲ ਪਹਿਲਾਂ ਹੀ ਘਰ ਹੈ ਨਹੀਂ, ਜੇ ਤੁਸੀਂ ਉਹ ਵੀ ਖੋਣ ਦੀ ਕੋਸ਼ਿਸ਼ ਕਰੋਗੇ ਉਹਦੀ ਬਦਦੁਆ ਮਿਲੂਗੀ। ਕਿਸੇ ਦੇ 4 ਬੱਚੇ ਆ ਜਾਂ ਪੀ ਹੈ ਨਹੀਂ, ਕਿਸੇ ਦਾ ਧੀਆਂ ਹੀ ਆ, ਉਹ ਵੀ ਤੁਸੀਂ ਕਹੋਗੇ ਖਾਲੀ ਕਰ ਦਿਓ। ਤੇ
ਇਹ ਵੀ ਨੁਕਸਾਨ ਹੋ ਰਿਹਾ। ਉਹ ਕਹਿੰਦੇ ਸੀ ਅਸੀਂ ਵੱਡੀਆਂ ਛਡਾਵਾਂਗੇ, ਛੋਟੇ ਨੂੰ ਨਹੀਂ ਹਟਾਵਾਂਗੇ। ਸਭ ਕੁਝ ਹੋ ਰਿਹਾ। ਅੱਛਾ, ਜਦੋਂ ਫਿਰ ਕਾਰਵਾਈ ਹੁੰਦੀ ਆ ਜੀ, ਉਦੋਂ ਗਰੀਬ ਤੇ ਹੁੰਦੀ ਆ, ਅਮੀਰ ਤੇ ਕੋਈ ਨਾ ਕੋਈ ਰਾਹ ਲੱਭ ਕੇ ਕੋਰਟ ਚਲੇ ਜਾਂਦਾ। ਕੋਰਟ ਚਲੇ ਜਾਂਦਾ। ਤੇ ਇਸ ਲਈ ਮੈਨੂੰ ਲੱਗਦਾ ਸਰਕਾਰ ਨੂੰ ਅਮੀਰ ਨੂੰ ਰੋਕਣ ਵਾਸਤੇ ਹੀ ਪਲੈਨਿੰਗ ਬਣਾਉਣੀ ਚਾਹੀਦੀ ਆ, ਪਰ ਹੋ ਨਹੀਂ ਰਹੀ। ਅੱਛਾ, ਖਬਰਾਂ ਵਾਸਤੇ ਜ਼ਿਆਦਾ ਕੰਮ ਹੋ ਰਿਹਾ। ਤੁਹਾਡੀਆਂ ਮੰਤਰੀਆਂ ਨਾਲ ਕਈ ਫੋਟੋ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਕੇਂਦਰ ਸਰਕਾਰ ਦੇ ਵੱਡੇ ਲੀਡਰਾਂ ਨਾਲ ਤੁਹਾਡਾ ਬਹਿਣਾ ਉੱਠਣਾ, ਸਾਡਾ ਇੱਕ ਕੰਮ ਹੀ ਕਰਾ ਦਿਓ ਪੰਜਾਬ ਵਾਲਿਆਂ ਦਾ, ਸਾਨੂੰ ਮਾੜੀ ਮੋਟੀ 1-2 ਫਸਲਾਂ ਤੇ ਜੇ ਸਾਡੇ MSP ਦੀ ਗੱਲ ਗੁੱਲੀ ਕਰ ਦਿਓ। ਉੱਥੇ ਤੁਹਾਨੂੰ ਵੀ ਤਾਂ ਪਤਾ ਕਿ ਬਹੁਤ ਔਖਾ ਹੋਇਆ ਪਿਆ, ਕਿਸਾਨ ਨੂੰ 4 ਪੈਸੇ ਬਚਣਗੇ, ਮਜ਼ਦੂਰ ਨੂੰ ਵੀ ਕੁਛ ਉਹ 2 ਰੁਪਏ ਵੱਧ ਦੇਊਗਾ, ਫਿਰ ਮੁੜ ਕੇ ਕੱਪੜਾ ਲੱਤਾ ਦੁਕਾਨ ਤੋਂ ਖਰੀਦੂ, ਕੋਈ ਦੁਕਾਨ ਵਾਲੇ ਦੇ 4 ਰੁਪਏ, ਮਨੀ ਦਾ ਫਲੋ ਵਧੂਗਾ। ਇੰਨਾ ਕੰਮ ਕਰਾ ਦਿਓ ਥੋੜ੍ਹਾ ਜਿਹਾ। ਦੇਖੋ, ਇਸ ਗੱਲ ਨਾਲ ਮੈਂ ਸਹਿਮਤ ਹਾਂ। ਅਸੀਂ ਤਾਂ ਬਹੁਤ ਵਾਰੀ ਕਿਹਾ ਵੀ ਸਾਡੇ ਨਾਲ ਚੱਲੋ ਤੇ ਗੱਲ ਕਰੀਏ। ਦੂਜੀ MSP 'ਚ ਦੇਖਿਆ ਜਾਵੇ ਨਾ, ਜਿੱਥੇ ਤੇ ਸਾਡੀਆਂ ਸਰਕਾਰਾਂ ਜੀ, ਤੁਸੀਂ ਆਪਣਾ ਹਰਿਆਣਾ ਲਾਓ, ਹਰਿਆਣਾ ਸਾਡੇ ਤੋਂ ਪਿਛੜਿਆ ਸੂਬਾ ਕਹਿੰਦੇ ਸੀ ਜੀ, ਕਹਿੰਦੇ ਉਹ ਦੇਸ਼ ਵੀ ਉਹਦਾ ਨਾਂ ਨਾ ਲਾਓ ਵੀ ਹਰਿਆਣਾ ਇਦਾਂ ਦਾ ਬਣ ਗਿਆ ਸੀ ਜੀ, ਕਿਉਂਕਿ ਉੱਚ ਰਾਜਸਥਾਨ ਦੇ ਨਾਲ ਬਾਰਡਰ ਜ਼ਿਆਦਾ ਲੱਗਣ ਦੇ ਕਾਰਨ ਬਹੁਤ ਪਿਛੜ ਗਏ ਜੀ। ਅੱਜ ਹਰਿਆਣਾ ਕਿਸਾਨਾਂ ਨੂੰ ਸਭ ਤੋਂ ਜ਼ਿਆਦਾ MSP ਮਿਲਦੀ। 11 ਫਸਲਾਂ ਮਾਰਕੀਟ 'ਚ ਆਉਂਦੀਆਂ, ਬਾਅਦ 'ਚੋਂ ਪਹਿਲਾਂ ਚੁੱਕ ਲੈਂਦੇ ਆ। ਠੀਕ ਹੈ। ਹਰਿਆਣਾ ਗਵਰਨਮੈਂਟ ਨੇ ਕਰਜ਼ਾ ਵੀ ਘਟਾਇਆ, ਆਪਣੇ ਸੂਬੇ ਨੂੰ ਅੱਗੇ ਵੀ ਵਧਾਇਆ। ਜੀ, ਅੱਜ ਚਾਹੇ ਸਪੋਰਟਸ ਆ, ਚਾਹੇ ਕਿਸਾਨੀ 'ਚ, ਚਾਹੇ ਉਹ ਨੌਕਰੀਆਂ 'ਚ ਸਰਕਾਰੀ, ਚਾਹੇ ਐਜੂਕੇਸ਼ਨ 'ਚ, ਚਾਹੇ ਹੈਲਥ ਸਿਸਟਮ 'ਚ, ਉਹਨਾਂ ਨੇ ਬਹੁਤ ਅੱਗੇ ਲੈ ਗਿਆ। ਖੱਟੜ ਸਰਕਾਰ ਤੇ ਕੋਈ 1 ਰੁਪਈਏ ਦਾ ਦੋਸ਼ ਨਹੀਂ ਲਾ ਸਕਦਾ ਵੀ ਉਹ ਬੰਦੇ ਨੇ ਕੋਈ ਪੈਸੇ ਖਾਦੇ। ਠੀਕ ਹੈ ਜੀ। ਇਮਾਨਦਾਰੀ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਜੇ ਹਰਿਆਣਾ ਕਰ ਸਕਦਾ, ਪੰਜਾਬ ਵੀ ਕਰ ਸਕਦਾ। ਠੀਕ ਹੈ ਜੀ। ਪਰੰਤੂ ਹਰਿਆਣੇ ਨੇ ਕੇਂਦਰ ਨਾਲ ਗੱਲ ਕਰਕੇ ਬਹੁਤ ਕੰਮ ਕੀਤਾ ਜੀ। ਪੰਜਾਬ ਸਰਕਾਰ ਨੇ ਇੱਕ ਆਪਣਾ ਰੁੱਖ ਅਪਣਾ ਲਿਆ ਵੀ ਅਸੀਂ ਕੇਂਦਰ ਦੇ ਐਂਟੀ ਚੱਲਣਾ। ਜਦੋਂ ਦੀ ਮੋਦੀ ਸਰਕਾਰ ਆਈ ਆ, ਅਸੀਂ ਤਾਂ ਦੱਸਣਾ ਸਾਡੀ ਵੋਟ ਹੀ ਤਾਂ ਪੈਣੀ ਆ ਜੇ ਅਸੀਂ ਮੋਦੀ ਨੂੰ 4 ਗਾਲਾਂ ਕੱਢਾਂਗੇ। ਪੰਜਾਬੀਆਂ ਨੂੰ ਕੁਝ ਮਿਲੇ ਨਾ ਮਿਲੇ, ਅਸੀਂ ਤਾਂ ਗੱਲ ਮੰਨਣੀ ਨਹੀਂ। ਉਹਦੇ ਕਾਰਨ ਨੁਕਸਾਨ ਪਿੰਡ ਦੇ ਲੋਕਾਂ ਦਾ ਹੋ ਰਿਹਾ ਜਾਂ ਆਮ ਨੌਜਵਾਨਾਂ ਦਾ ਹੋ ਰਿਹਾ। ਮੈਨੂੰ ਲੱਗਦਾ ਵੀ ਉਹ ਰਵਈਏ ਦੀ ਬਜਾਏ ਸਾਨੂੰ ਡਾਇਲੌਗ ਹੀ ਕਰਕੇ, ਜਿਸ ਤਰ੍ਹਾਂ ਮੈਂ ਕਿਹਾ ਵੀ ਲੋਕਤੰਤਰ ਦੇ ਵਿੱਚ ਤੁਸੀਂ ਹੁਣ ਪੰਜਾਬ ਦੇ ਲੋਕ ਇੰਨੇ ਸਮਝਦਾਰ ਆ ਵੀ ਇਹਨਾਂ ਨੇ ਬਾਹਰਲੇ ਕੰਟਰੀਆਂ 'ਚ ਵੀ ਜਾ ਕੇ ਆਪਣਾ ਡਾਇਲੌਗ ਵਧਾ ਕੇ ਉੱਥੇ ਵੀ MP MLA ਬਣ ਗਏ ਜੀ। ਤੇ ਅਸੀਂ ਪੰਜਾਬ 'ਚ ਕਿਉਂ ਨਹੀਂ ਕਰ ਸਕਦੇ? ਸਾਡਾ ਤਾਂ ਦੇਸ਼ ਆ ਜੀ, ਸਾਡਾ ਸਟੇਟ ਆ, ਸਾਡਾ ਦੇਸ਼ ਆ, ਸਾਡੀ ਧਰਤੀ ਆ, ਤੇ ਅਸੀਂ ਇੱਥੇ ਕਿਉਂ ਨਹੀਂ ਕਰ ਸਕਦੇ? ਤੇ ਸੌਖਾ ਆ, ਮੈਨੂੰ ਲੱਗਦਾ ਹੋਣਾ ਵੀ ਆ, ਇਹ ਰੁਕ ਨਹੀਂ ਸਕਦਾ। ਜ਼ਿਆਦਾ ਦੇਰ ਬੇਕੂ ਬਣਾਉਣਾ ਵੀ ਔਖਾ ਆ। ਠੀਕ ਹੈ ਜੀ। ਜਿਸ ਭਾਈ ਤੁਸੀਂ ਜੁੜੇ, ਤੁਹਾਡਾ ਬਹੁਤ ਧੰਨਵਾਦ। ਅਗਲੀ ਵਾਰੀ ਫਿਰ ਹਾਕ ਮਾਰਾਂਗੇ ਤੁਹਾਨੂੰ। ਮਿਹਰਬਾਨੀ। ਸੋ ਸਾਡੇ ਨਾਲ SC ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਪਰਸਨ, ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਮੌਜੂਦਾ ਜਨਰਲ ਸਕੱਤਰ ਰਜੇਸ਼ ਬਾਘਾ ਜੀ ਜੁੜੇ ਸੀ, ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਪੱਖ ਤੋਂ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਬਹੁਤ ਜ਼ਰੂਰੀ ਸੀ ਕਿ ਭਾਈ ਉਹਨਾਂ ਕੋਲ ਪੰਜਾਬ ਦੇ ਲਈ ਕੋਈ ਵਿਜ਼ਨ ਹੈਗਾ। ਅਕਾਲੀ ਦਲ ਦੇ ਨਾਲ ਸਾਥ ਕਿਉਂ ਟੁੱਟਿਆ, ਅਕਾਲੀ ਦਲ ਵਾਲੇ ਕਹਿੰਦੇ ਧੋਖਾ ਦਿੱਤਾ। ਇਹਦੇ ਤੋਂ ਇਲਾਵਾ ਸਰਕਾਰ ਕੁਝ ਚੰਗਾ ਕਰ ਰਹੀ ਹੈ ਕਿ ਸਾਰਾ ਕੁਝ ਮਾੜਾ ਹੀ ਕਰ ਰਹੀ ਹੈ, ਉਹਨਾਂ ਦੀ ਜ਼ੁਬਾਨੀ ਤੇ ਕੇਂਦਰ ਸਰਕਾਰ ਦੇ ਮੰਤਰੀ ਬਹੁਤ ਸਾਰੇ ਆ ਰਹੇ ਆ। ਤੇ ਆਪਾਂ ਬੇਨਤੀਆਂ ਆਪਣੇ ਵੱਲੋਂ ਜੋ ਕਰ ਸਕਦੇ ਸੀ ਕਿ ਭਾਈ ਕੇਂਦਰ ਸਰਕਾਰ ਤੱਕ ਗੱਲ ਰੱਖ ਕੇ ਫਲਾਈਟਾਂ ਚਲਾ ਦਿਓ, MSP ਦਾ ਕੋਈ ਕੰਮ ਕਰਾ ਦਿਓ, ਕੋਈ ਹੋਰ 4 ਛਿੱਲੜ ਜੇ ਲਿਆ ਹੁੰਦੇ ਤਾਂ ਲਿਆ ਦਿਓ। ਹੁਣ ਦੇਖਦੇ ਹਾਂ ਉਹ ਯਤਨਾਂ ਨੂੰ ਬੂਰ ਕਿੰਨਾ ਕੁ ਪੈਂਦਾ, ਪਰ ਤੁਸੀਂ ਚੰਗੀ ਭਾਸ਼ਾ 'ਚ, ਸਹੀ ਭਾਸ਼ਾ ਦੇ ਵਿੱਚ ਕੋਈ ਵੀ ਟਿੱਪਣੀ ਕਰ ਸਕਦੇ ਹੋ, ਪਰ ਭਾਸ਼ਾ ਸ਼ੁੱਧ ਹੋਣੀ ਚਾਹੀਦੀ ਹੈ। ਕੋਈ ਸਵਾਲ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੇ ਲਈ ਹੋਵੇ, ਉਹ ਸਵਾਲ ਵੀ ਚੰਗੀ ਸ਼ਬਦਾਂ ਦੇ ਵਿੱਚ ਲਿਖ ਦਿਓ। ਆਪਾਂ ਦੁਬਾਰਾ ਹਾਕ ਮਾਰ ਲਾਂਗੇ। ਇੱਥੇ ਦਿਓ ਪਰਮਜੀਤ ਸਿੰਘ ਬਾਠ ਨੂੰ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।